रेडियो इंडिया सुन वालियां नूं रानी मंगत वल्लों प्यार भरी सत श्री अकाल, नमस्कार, अस्सलाम वालेकुम। अज दे मुलाकात प्रोग्राम च हमेशा की तरह डॉक्टर जगमोहन ढिल्लों मेरा साथ दे रहे ने। वेलकम डॉक्टर ढिल्लों। हाँ जी, सत श्री अकाल भैन जी। सारे श्रोतियां नूं भी मेरे वालों प्यार भरी सत श्री अकाल। डॉक्टर ढिल्लों 11 जुलाई नूं ना अपना इत्थे हैगा वर्ल्ड पॉपुलेशन डे। हाँ जी हाँ जी। ते हुण आपां सोचा कि 2 दिन पहले ही इहदे बारे गलबात कीती जाए। सो अज दा जिहड़ा साडा विषय होएगा वर्ल्ड पॉपुलेशन बारे होएगा। बहुत सारी इन्फॉर्मेशन इहदे बारे आपां भी लैके आए हैं और असीं ये भी आस करदे हां कि अपने जिहड़े सुनने वाले ने वो भी इहदे बारे जरूर दस्सन। मेन क्वेश्चन जिहड़ा है ना वो इहदा इह है कि अपनी पॉपुलेशन किहड़े पासे जा रही है। बिल्कुल बिल्कुल ते वध रही है। देखो इन्ने सालां तो अगर आपां ਉਹਦੇ ਬਾਰੇ ਵੀ ਇਨਫੋਰਮੇਸ਼ਨ ਅੱਗੇ ਜਾ ਕੇ ਦਿੰਨੇ ਆ ਕਿ ਇੰਨੇ ਸਾਲਾਂ ਤੋਂ ਕਿਵੇਂ ਪੋਪੂਲੇਸ਼ਨ ਆਪਣੀ ਵੱਧ ਰਹੀ ਹੈ ਤੇ ਪਰ ਕਿਹੜੇ ਪਾਸੇ ਵੱਧ ਰਹੀ ਹੈ। चिंता ਦਾ ਵਿਸ਼ਾ ਬਣਿਆ ਹੋਇਆ ਹੈ। ਹਾਂਜੀ, ਸਾਰੇ ਪਾਸੇ ਕਿੰਨੇ ਸਾਰੇ ਇਵੈਂਟਸ ਰੱਖੇ ਜਾਂਦੇ ਆ, ਕਿੰਨੇ ਸੈਮੀਨਾਰਸ ਕੀਤੇ ਜਾਂਦੇ ਆ, ਹੁਣ 11 ਤਰੀਕ ਨੂੰ ਦੇਖਿਓ ਕੀਤੇ ਜਾਂਦੇ ਆ। ਸਪੈਸ਼ਲੀ ਇਸੇ ਕਰਕੇ ਇਸ ਮੁੱਦੇ ਨੂੰ ਮਤਲਬ ਅਹਿਮੀਅਤ ਦੇਣ ਵਾਸਤੇ ਵੀ ਇਹ ਚਿੰਤਾ ਦਾ ਵਿਸ਼ਾ ਹੈ। ਇਸ ਕਰਕੇ ਹੀ ਇਹ ਵਰਲਡ ਪੋਪੂਲੇਸ਼ਨ ਡੇ ਜਿਹੜਾ ਉਹ ਮਨਾਉਂਦੇ ਆ ਵੀ ਤਾਂ ਕਿ ਇਹਦੇ ਵੱਲ ਲੋਕਾਂ ਦਾ ਧਿਆਨ ਖਿੱਚਿਆ ਜਾਵੇ, ਹਨਾ। ਹਾਂਜੀ, ਸੋ ਹੁਣ 11 ਨੂੰ ਦੇਖਿਓ ਈਵਨ ਆਪਣੇ ਜਿਹੜੇ ਸੋਸ਼ਲ ਮੀਡੀਆ ਵਾਲੇ ਨੇ ਉਹਦੇ ਤੇ ਵੀ ਇਹਦੇ ਬਾਰੇ ਕਾਫੀ ਜਾਣਕਾਰੀ ਦਿੱਤੀ ਜਾਏਗੀ। ਸੋ ਇਹ ਇੱਕ ਤਰੀਕੇ ਦਾ ਐਜੂਕੇਸ਼ਨ ਸੈਮੀਨਾਰ ਹੀ ਹੈ। ਬਿਲਕੁਲ ਬਿਲਕੁਲ। ਤੇ ਅਸੀਂ ਵੀ ਅੱਜ ਸਿਰਫ ਇਸੇ ਕਰਕੇ ਪ੍ਰੋਗਰਾਮ ਕਰ ਰਹੇ ਹਾਂ ਕਿ 2 ਦਿਨ ਪਹਿਲੇ ਤੁਹਾਨੂੰ ਪਤਾ ਹੋਵੇ ਕਿ ਇਹ ਦਿਨ ਵੀ ਆ ਰਿਹਾ ਔਰ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਇਹ ਕਾਫੀ ਹੋਏਗੀ। ਸਲੋਗਨਸ, ਬੈਨਰਸ ਸਾਰੇ ਡਿਸਟ੍ਰੀਬਿਊਟ ਕੀਤੇ ਜਾਂਦੇ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਬਈ ਵਰਲਡ ਪੋਪੂਲੇਸ਼ਨ ਡੇ ਹੈ। ਹਾਂਜੀ, ਤੇ ਹੁਣ ਜੇ ਸਾਰੇ ਗਲੋਬਲ ਪੋਪੂਲੇਸ਼ਨ ਵੀ ਦੇਖੀਏ ਉਹਦੇ ਵਿੱਚ ਵੀ ਦੇਖੋ ਕਿਹੜੀਆਂ ਥਾਵਾਂ ਤੇ ਲੋਕ ਜ਼ਿਆਦਾ ਵੱਧ ਰਹੇ ਨੇ, ਕਿਹੜੀਆਂ ਥਾਵਾਂ ਤੇ ਘਟ ਰਹੇ ਨੇ, ਪਰ ਓਵਰਆਲ ਪੋਪੂਲੇਸ਼ਨ ਵੱਧ ਰਹੀ ਹੈ। ਅਸੀਂ ਪੜ੍ਹਦੇ ਹੁੰਦੇ ਸੀ ਪੂਰੇ ਵਰਲਡ ਦੀ ਪੋਪੂਲੇਸ਼ਨ 1 ਬਿਲੀਅਨ ਹੋ ਜਾਣੀ ਹੈ। ਅਸੀਂ ਸੋਚਣਾ 1 ਬਿਲੀਅਨ ਹੋ ਜਾਏਗੀ। ਹੁਣ ਦੇਖੋ ਉਹ ਕਹਿੰਦੇ ਵੀ ਇਸ ਵੇਲੇ 7.8 ਬਿਲੀਅਨ ਪੂਰੇ ਵਰਲਡ ਅੱਜ ਦੇ ਦਿਹਾੜੀ ਦੀ ਪੋਪੂਲੇਸ਼ਨ ਹੈ 7.8 ਬਿਲੀਅਨ ਦੁਨੀਆ ਦੀ ਪੋਪੂਲੇਸ਼ਨ। ਬਿਲਕੁਲ। ਔਰ 2057 ਚ ਤਾਂ ਇਹਨੇ ਕਹਿੰਦੇ 10 ਬਿਲੀਅਨ ਤੱਕ ਪਹੁੰਚ ਜਾਣਾ। ਹਾਂਜੀ, ਸੋ ਹੁਣ 2057 ਬਹੁਤੀ ਦੂਰ ਨਹੀਂ ਹੈਗਾ। ਬਹੁਤੀ ਦੂਰ ਨਹੀਂ, 23 ਤਾਂ ਆ ਗਿਆ, 23 ਤੇ ਖਤਮ ਆਲਮੋਸਟ। ਹਾਂ, ਅੱਧਾ ਚਲਾ ਗਿਆ 23। ਹਾਂਜੀ, ਸੋ ਜੇ ਹੁਣ ਇਹਦਾ ਮਤਲਬ ਵੀ 2 ਬਿਲੀਅਨ ਤੋਂ ਜ਼ਿਆਦਾ ਪੋਪੂਲੇਸ਼ਨ ਜਿਹੜੀ ਹੈ ਇਹ ਆਪਣੀ ਅਗਲੇ 25-30 ਸਾਲਾਂ ਦੇ ਵਿੱਚ ਵੱਧ ਜਾਣੀ ਹੈ। ਤੇ ਦੇਖੋ 1800 ਦੇ ਵਿੱਚ ਉਹ ਇੱਕ ਇਹੋ ਜਿਹਾ ਸਾਲ ਸੀ ਜਦੋਂ ਵਰਲਡ ਪੋਪੂਲੇਸ਼ਨ 1 ਬਿਲੀਅਨ ਸੀ ਔਰ 200 ਸਾਲ ਲੱਗ ਗਏ ਜਦੋਂ ਇਹ ਪੋਪੂਲੇਸ਼ਨ 7.8 ਆਈ ਤੇ ਹੁਣ 7.8 ਤੋਂ 10 ਬਿਲੀਅਨ ਜਿਹੜੀ ਹੈ ਦੇਖੋ 25 ਸਾਲਾਂ 'ਚ। ਹਾਂਜੀ, ਗਰੋਥ ਰੇਟ ਬਹੁਤ ਜ਼ਿਆਦਾ। ਹਾਂ, ਸੋ ਹੁਣ ਅੱਗੇ ਦੇਖੋ ਕ੍ਰਿਸਚੀਅਨਸ ਬਹੁਤ ਜ਼ਿਆਦਾ ਹੁੰਦੇ ਸੀਗੇ। ਹਾਂਜੀ, ਕ੍ਰਿਸਚੀਅਨਸ ਮੇਰੇ ਖਿਆਲ ਸਭ ਤੋਂ ਜ਼ਿਆਦਾ ਉਹੀ ਹੁੰਦੇ ਸੀਗੇ, ਪਰ ਹੁਣ ਅੱਗੇ ਨਾਲੋਂ 31% ਹੁਣ ਘਟ ਗਏ ਨੇ। 23% ਕਹਿੰਦੇ ਸੀ ਕਿ ਮੁਸਲਿਮਸ ਹੈ, ਬਟ ਹੁਣ ਜਿਹੜੇ ਆ ਮੁਸਲਿਮਸ ਜ਼ਿਆਦਾ ਹੋ ਰਹੇ ਆ ਔਰ ਕ੍ਰਿਸਚੀਅਨ ਥੋੜੇ ਘਟ ਜਾਣਗੇ। ਹਾਂਜੀ, ਇਹ ਨਾ UNFPA ਯੂਨਾਈਟਿਡ ਨੇਸ਼ਨਸ ਫੰਡ ਫਾਰ ਪੋਪੂਲੇਸ਼ਨ, ਹਾਂਜੀ, ਇਹ ਇੱਕ ਉਹਨਾਂ ਨੇ ਨਾਂ ਦਿੱਤਾ ਜਿਨ੍ਹਾਂ ਨੇ ਇਹਦੇ ਬਾਰੇ ਗੱਲਬਾਤ ਜਿਹਦੇ ਬਾਰੇ ਇਹ ਕਰਦੇ ਨੇ। ਇਹਦੇ ਚ ਉਹਨਾਂ ਨੇ ਇੱਕ ਟਰਸਟ ਫੰਡ ਵੀ ਸ਼ੁਰੂ ਕੀਤਾ। ਉਹਨਾਂ ਨੇ ਐਸਟੈਬਲਿਸ਼ ਕੀਤਾ ਟਰਸਟ ਫੰਡ। ਹਾਂਜੀ, ਤੇ ਸਭ ਤੋਂ ਜ਼ਿਆਦਾ ਫੰਡਿੰਗ ਤੇ ਵੈਸੇ ਇਧਰੋਂ ਨਾਰਥ ਅਮਰੀਕਾ ਦੀ ਹੋਈ ਹੈ। ਹਾਂਜੀ, ਪਰ ਫਿਰ ਵੀ ਚਲੋ ਇਹਨਾਂ ਨੇ ਟਰਸਟ ਫੰਡ ਬਾਕੀ ਹੋਰ ਕੰਟਰੀਜ਼ ਹੈ ਜਿਹੜੇ ਉਹ ਵੀ ਕੰਟਰੀਬਿਊਟ ਕਰਦੇ ਆ। ਤਕਰੀਬਨ 172 ਕੰਟਰੀਜ਼ ਹੈ ਜਿਹੜੇ ਉਹਦੇ ਚ ਕੰਟਰੀਬਿਊਟ ਕਰ ਰਹੇ ਆ। ਹਾਂਜੀ, ਸੋ ਇਹ ਹੁਣ ਇਹਦਾ ਮਤਲਬ ਕਾਫੀ ਅੱਗੇ ਨਾਲੋਂ ਵੱਧ ਰਿਹਾ ਕਿਉਂਕਿ ਇਹ ਇੱਕ ਵਿਸ਼ਾ ਜਿਹੜਾ ਹੈ ਇੱਕ ਕੰਸਰਨਿੰਗ ਵਿਸ਼ਾ ਹੈ ਤੇ ਸਾਰੇ ਲੋਕਾਂ ਨੂੰ ਇਹਦਾ ਕੰਸਰਨ ਇਹ ਹੈ ਵੀ ਪੋਪੂਲੇਸ਼ਨ ਵੱਧ ਰਹੀ ਹੈ। ਹਾਂਜੀ, ਪਰ ਕਿਹੜੇ ਪਾਸੇ ਜਾ ਰਹੀ ਹੈ ਪੋਪੂਲੇਸ਼ਨ, ਕਿਹੜੇ ਪਾਸਿਓਂ ਵੱਧ ਰਹੀ ਹੈ, ਕਿਹੜੇ ਕੰਟਰੀਜ਼ ਚ ਵੱਧ ਰਹੀ ਹੈ, ਕਿੱਥੇ ਘਟ ਰਹੀ ਹੈ, ਪਰ ਓਵਰਆਲ ਜਿਹੜੀ ਹੈ ਦੁਨੀਆ ਦੀ ਪੋਪੂਲੇਸ਼ਨ ਵੱਧ ਰਹੀ ਹੈ। ਇੱਕ ਨਾ ਬੜਾ ਇੰਟਰਸਟਿੰਗ ਸਵਾਲ ਕਿਸੇ ਨੇ ਕਿਹਾ ਵੀ ਆਪਾਂ ਕੋਈ ਇੱਕ ਚੀਜ਼ ਕੋਈ ਲੈਂਦੇ ਆ, ਆਪਾਂ ਉਹਦੇ ਤੇ ਭਾਰ ਪਾਈ ਜਾਂਦੇ ਆ ਤੇ ਉਹ ਕਿਤੇ ਡੁੱਬ ਤੇ ਨਹੀਂ ਜੋ। ਹੁਣ ਕਿਸੇ ਨੇ ਕੁਐਸਚਨ ਕੀਤਾ ਵੀ ਅਰਥ ਜਿਹੜੀ ਹੈ ਜੇ ਇਹ ਕਿੰਨਾ ਕੁ ਭਾਰ ਝੱਲੂਗੀ, ਪਰ ਦੂਜੇ ਪਾਸੇ ਜਾਨਵਰ ਦੇਖੋ ਖਤਮ ਹੋ ਰਹੇ ਨੇ। ਬਿਲਕੁਲ, ਗੱਲ ਤਾਂ ਉੱਥੇ ਆ ਗਈ। ਹਾਂ, ਗੱਲ ਉੱਥੇ। ਤੇ ਜਾਨਵਰ ਅੱਗੇ ਨਾਲੋਂ ਕਾਫੀ ਡਾਇਨਾਸੌਰਸ ਪੁਰਾਣੇ ਜ਼ਮਾਨੇ ਚ ਰਹਿ ਗਏ ਨੇ, ਉਹ ਹੁਣ ਦੁਨੀਆ ਦਾ ਅੱਜ ਕੱਲ ਹੈ ਹੀ ਨਹੀਂ ਗੇ। ਹਿੱਪੋ ਵਗੈਰਾ, ਡਾਇਨਾਸੌਰਸ ਕਿੰਨੇ ਹੁੰਦੇ ਸੀਗੇ, ਹਨਾ। ਹਿੱਪੋ ਤਾਂ ਪਹਿਲਾਂ ਆਪਣੇ ਹੁੰਦੇ ਵੀ ਕਿੰਨੇ ਜ਼ਿਆਦਾ ਹੁੰਦੇ ਸੀ ਤੇ ਪਰ ਡਾਇਨਾਸੌਰਸ ਇੱਧਰ
ਐਲਬਰਟਾ ਦੇ ਵਿੱਚ ਕਾਫੀ ਵੱਡਾ ਮਿਊਜ਼ੀਅਮ ਵੀ ਬਣਿਆ ਹੋਇਆ ਕਿਉਂਕਿ ਉਹਨਾਂ ਨੂੰ ਉਹਦੀਆਂ ਉਹ ਹੱਡੀਆਂ ਦੀਆਂ ਲੱਭੀਆਂ ਨਾ ਤੇ ਦੇਖੋ ਵੀ ਹੁਣ ਉਹ ਤੇ ਬਿਲਕੁਲ ਹੀ ਖਤਮ ਹੋ ਗਏ ਨੇ ਸੋ ਇਹਦਾ ਮਤਲਬ ਇਨਸਾਨ ਵੱਧ ਰਹੇ ਨੇ ਤੇ ਜਾਨਵਰ ਜਿਹੜੇ ਨੇ ਇਹ ਘਟਦੇ ਜਾ ਰਹੇ ਨੇ ਸੋ ਜਿਹੜੇ ਲੋਕ ਕੁਐਸਚਨ ਇਹ ਕਰਦੇ ਨੇ ਕਿ ਧਰਤੀ ਇੰਨਾ ਭਾਰ ਝੱਲ ਲੂਗੀ ਇਹ ਦੇਖ ਲਓ ਵੀ ਇਹ ਧਰਤੀ ਵੀ ਬਹੁਤ ਵੱਡੀ ਹੈ ਟਰੀਜ਼ ਦਾ ਜਿਹੜਾ ਉਹ ਅੱਗੇ ਨਾਲੋਂ ਕਿੰਨੇ ਖਤਮ ਹੋ ਰਹੇ ਨੇ ਅੱਗਾਂ ਲੱਗ ਰਹੀਆਂ ਨੇ ਕਹਿੰਦੇ ਗਲੋਬਲ ਵਾਰਮਿੰਗ ਦਾ ਉਨਾ ਕੰਸਰਨ ਨਹੀਂ ਹੈਗਾ ਜਿੰਨਾ ਪਾਪੂਲੇਸ਼ਨ ਕੰਸਰਨ ਹੈ ਬਿਲਕੁਲ ਬਿਲਕੁਲ ਹਾਂਜੀ ਚਾਈਨਾ ਜਿਹੜਾ ਸੀ ਪਹਿਲਾਂ ਨੰਬਰ 1 ਸੀ ਜਿਹਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਸੀਗੀ ਹਾਂਜੀ ਪਰ ਹੁਣ ਜਿਹੜਾ ਹੈਗਾ ਚਾਈਨਾ ਦਾ 1 ਚਾਈਲਡ ਪਾਲਿਸੀ ਦੇ ਨਾਲ ਉਹਨਾਂ ਨੇ ਥੋੜਾ ਕਾਫੀ ਕੰਟਰੋਲ ਕਰ ਲਿਆ ਉਹਦੇ ਤੇ ਤੇ ਹੁਣ ਇੰਡੀਆ ਨੰਬਰ 1 ਐਂਡ ਦਾ ਚਾਈਨਾ ਨੰਬਰ 2 ਉਹਨਾਂ ਨੇ ਤਾਂ ਬਹੁਤ ਜ਼ਿਆਦਾ ਕੰਟਰੋਲ ਕੀਤਾ ਚਾਈਨਾ ਨੇ ਇੰਡੀਆ ਸੈਕੰਡ ਹਾਈਐਸਟ ਤੋਂ ਹੁਣ ਫਸਟ ਆ ਗਿਆ ਨੰਬਰ ਪਹਿਲੇ ਤੇ ਆ ਗਿਆ ਇਹ ਉਹਨਾਂ ਨੇ ਕਿਹਾ ਸੀਗਾ ਕਿ 23 ਦੇ ਮਿਡਲ ਦੇ ਵਿੱਚ ਹੁਣ ਮਿਡਲ ਆਈ ਗਿਆ ਜੁਲਾਈ ਦੇਖੋ ਆ ਗਿਆ ਤੇ ਮਿਡ 23 ਦੇ ਵਿੱਚ ਕਹਿੰਦੇ ਸੀ ਕਿ ਇੰਡੀਆ ਦੀ ਪਾਪੂਲੇਸ਼ਨ ਜਿਹੜੀ ਹੈ ਇਹ ਸਭ ਤੋਂ ਜ਼ਿਆਦਾ ਹੋ ਜਾਏਗੀ ਹਾਂਜੀ ਸੋ ਇਸ ਟਾਈਮ ਇੰਡੀਆ ਨੰਬਰ 1 ਤੇ ਆ ਗਿਆ ਪਾਪੂਲੇਸ਼ਨ ਵਾਈਜ਼ ਹਾਂਜੀ ਪਰ ਦੇਖਿਆ ਜਾਏ ਇੰਡੀਆ ਦੀ ਉਹ ਜਿਹੜੀ ਪਾਪੂਲੇਸ਼ਨ ਇੰਨੀ ਵੱਧ ਰਹੀ ਹੈ ਕਿਹੜੇ ਪਾਸੇ ਵੱਧ ਰਹੀ ਹੈ ਕਿ ਉਹਦੇ ਨਾਲ ਵੱਧ ਰਹੀ ਹੈ ਕਿ ਹੁਣ ਦੂਜੇ ਕੰਟਰੀਜ਼ ਦੀ ਨਾਰਥ ਅਮਰੀਕਾ ਦੀ ਘਟ ਰਹੀ ਹੈ ਦੂਜੇ ਪਾਸੇ ਹਾਲੀ ਆਪਾਂ ਕੁਝ ਦੇਰ ਪਹਿਲੇ ਆਪਾਂ ਇੱਕ ਪ੍ਰੋਗਰਾਮ 'ਚ ਦੱਸ ਰਹੇ ਸੀਗੇ ਕਿ ਅੱਜ ਕੱਲ ਇਨਫਰਟੀਲਿਟੀ ਰੇਟ ਕਿੰਨਾ ਘਟ ਗਿਆ ਹੈ ਨਾ ਵੀ ਬਹੁਤ ਜ਼ਿਆਦਾ ਹੋ ਗਿਆ ਮਤਲਬ ਜ਼ਿਆਦਾ ਹੋ ਗਿਆ ਕਿ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਬੱਚੇ ਨਹੀਂ ਪੈਦਾ ਹੋ ਰਹੇ ਸੋ ਇਹ ਕਿੱਥੇ ਨਸ਼ੇ ਹਾਂਜੀ ਇੱਕ ਬੱਚੇ ਜਿਹੜੇ ਅੱਜ ਕੱਲ ਕਹਿੰਦੇ ਆ ਕਿ ਉਹ ਬੜੇ ਕੈਰੀਅਰ ਕੌਨਸ਼ੀਅਸ ਹੈ ਅੰਡਰ ਸਟ੍ਰੈਸ ਹੈ 30 ਸਾਲ ਤੋਂ ਪਹਿਲਾਂ ਵਿਆਹ ਨਹੀਂ ਕਰਾਉਣਾ ਪੂਰਾ ਸੈੱਟ ਹੋ ਕੇ ਫੇਰ ਵਿਆਹ ਕਰਾਉਣਾ ਅੱਗੇ ਤਾਂ ਮਾਂ ਪਿਓ ਹੀ ਵਿਆਹ ਕਰ ਦਿੰਦੇ ਸੀਗੇ ਜਦੋਂ ਬੱਚਾ ਵੱਡਾ ਹੋਇਆ 20-21 ਸਾਲ ਦਾ ਹੋਇਆ ਚਲੋ ਜਿਹਨੇ ਆਪੇ ਸੈੱਟ ਤਾਂ ਹੋ ਹੀ ਜਾਣਾ ਹੈ ਨਾ ਪੇਰੈਂਟਸ ਸੋਚਦੇ ਸੀਗੇ ਹੁਣ ਨਹੀਂ ਬੱਚਿਆਂ ਨੂੰ ਵਿਆਹ ਕਰਾਉਂਦੇ ਜਿੰਨੀ ਦੇਰ ਉਹਨਾਂ ਦਾ ਕੈਰੀਅਰ ਨਹੀਂ ਪੂਰਾ ਸੈੱਟ ਹੋ ਜਾਂਦਾ ਹਾਂਜੀ ਸੋ ਇਹਦੇ ਬਾਰੇ ਵੀ ਆਪਾਂ ਹੋਰ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਹਾਂਜੀ ਵੀ ਆਪਣੀ ਪਾਪੂਲੇਸ਼ਨ ਜਿਹੜੀ ਹੈ ਕਿਹੜੇ ਪਾਸੇ ਕਿੱਧਰ ਵੱਧ ਰਹੀ ਹੈ ਕਿੱਧਰ ਘਟ ਰਹੀ ਹੈ ਪਰ ਆ ਜਿਹੜਾ ਆਪਣਾ UNFPA ਆਪਣਾ ਜਿਹੜਾ ਇਹ ਕਾਫੀ ਇਹਨਾਂ ਨੇ ਆਪਣਾ ਬੋਰਡ ਆਫ ਐਗਜ਼ੈਕਟਿਵ ਇਹਨਾਂ ਨੇ ਪੂਰੇ ਬਣਾਏ ਹੋਏ ਨੇ ਪੂਰੇ ਪ੍ਰੋਗਰਾਮਸ ਆਪਣੇ ਦੇ ਰਹੇ ਨੇ ਜਸਟ ਇਨ ਜਨਰਲ ਆਪਾਂ ਇਹਦੇ ਬਾਰੇ ਇਸ ਕਰਕੇ ਦੱਸ ਰਹੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਕਿੱਥੋਂ ਸ਼ੁਰੂ ਹੋਇਆ ਵਰਲਡ ਪਾਪੂਲੇਸ਼ਨ ਦੇ ਸੋ ਹਰ ਸਾਲ 11 ਜੁਲਾਈ ਨੂੰ ਤੇ ਇਹ ਜਿਹੜੀ ਆਰਗੇਨਾਈਜੇਸ਼ਨ ਇਹਨਾਂ ਨੇ ਬਣਾਈ ਹੈ ਇਹ ਦਿਨ ਇਹਨਾਂ ਨੇ ਮਾਰਕ ਕਰ ਲਿਆ ਕਿ ਇਸ ਦਿਨ ਆਪਾਂ ਪਾਪੂਲੇਸ਼ਨ ਦੇ ਜਿਹੜੇ ਇਸ਼ੂਜ਼ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਦੇਖਾਂਗੇ ਕੀ ਚੱਲ ਰਿਹਾ ਪੋਸਟਰਸ ਬਣਾਉਣਗੇ ਤੇ ਕਈ ਇਹੋ ਜਿਹੀਆਂ ਚੀਜ਼ਾਂ ਇਹਨਾਂ ਨੇ ਬਾਹਰ ਦੇਣੀਆਂ ਨੇ ਲੋਕਾਂ ਨੂੰ ਵੰਡਣਗੇ ਕਿ ਪਾਪੂਲੇਸ਼ਨ ਜਿਹੜੀ ਹੈ ਇਹ ਸਾਡੀ ਕਿਹੜੇ ਪਾਸੇ ਹੈ ਕੀ ਕੰਸਰਨ ਹੈ ਸਾਡਾ ਸਾਰਿਆਂ ਦਾ ਕਿਹੋ ਜਿਹੀਆਂ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਹਰ ਚੀਜ਼ ਦੇ ਆਪਣੇ ਆਪਣੇ ਇਸ਼ੂਜ਼ ਨੇ ਹਾਂਜੀ ਸੋ ਇਹਦਾ ਇੱਕ ਬੜਾ ਵੱਡਾ ਇਸ਼ੂ ਹੈ ਹੁਣ ਮਾਡਰਨ ਆਈਡੀਆ ਤੇ ਪ੍ਰੈਕਟਿਸ ਮਾਡਰਨ ਆਈਡੀਆਜ਼ ਜਿਹੜੇ ਨੇ ਇਹਦੇ ਜਿਹੜੇ ਆਪਾਂ ਅਸੀਂ ਕਹਿ ਰਹੇ ਸੀ ਚਾਈਨਾ ਦੇ ਬਾਰੇ ਗੱਲ ਕਰ ਰਹੇ ਸੀਗੇ ਹੈ ਨਾ 1 ਚਾਈਲਡ ਪਾਲਿਸੀ ਤੇ ਇਹ ਜਦੋਂ ਦੀ ਦੇਖੋ ਸ਼ੁਰੂ ਹੋਈ ਹੈ 1 ਪਾਲਿਸੀ ਬਹੁਤ ਸਾਰੇ ਲੋਕ ਖੁਸ਼ ਹੋਣਗੇ ਵੀ ਪਰ ਜ਼ਿਆਦਾ ਫੈਮਿਲੀਜ਼ ਵਾਲੇ ਖੁਸ਼ ਨਹੀਂ ਸੀਗੇ ਇਸ ਗੱਲ ਤੋਂ ਹਾਂਜੀ ਉੱਥੇ ਤਾਂ ਰਾਦਰ ਮਤਲਬ ਕਿ ਅਨਪਲੈਨਡ ਪ੍ਰੈਗਨੈਂਸੀ ਵਾਲੇ ਜਿਹੜੇ ਉਹਨਾਂ ਨੂੰ ਰਾਦਰ ਪਨਿਸ਼ਮੈਂਟ ਵੀ ਸੀਗੀ ਉਹਨਾਂ ਲਈ ਹੈ ਨਾ ਜੇ ਤੁਹਾਡਾ ਬੱਚਾ ਜ਼ਿਆਦਾ ਹੋ ਜਾਂਦਾ ਹਾਂਜੀ ਇੱਕ ਤੋਂ ਜ਼ਿਆਦਾ ਹੋ ਜਾਏ ਵੈਸੇ ਦੇਖੋ ਫੋਰਸਡ ਐਬੋਰਸ਼ਨਸ ਤੇ ਫੋਰਸਡ ਸਟਰਲਾਈਜੇਸ਼ਨ ਇਹ ਬੈਂਡ ਹੈ ਤਾਂ ਆਪਾਂ ਨੂੰ ਪਤਾ ਹੈ ਨਾ ਹਾਂਜੀ ਬਟ ਉੱਥੇ ਬੈਂਡ ਨਹੀਂ ਸੀਗੀ ਕਹਿੰਦੇ ਉਹ ਮਤਲਬ ਕੀਤਾ ਜਾਂਦਾ ਸੀ ਫੋਰਸ ਕਿ ਤੁਸੀਂ ਹੁਣ ਜੇ ਤੁਹਾਡਾ ਇੱਕ ਬੱਚਾ ਹੋ ਗਿਆ ਗੋ ਫॉर ਸਟਰਲਾਈਜੇਸ਼ਨ ਹਾਂਜੀ ਸੋ ਇਹਦੇ ਬਾਰੇ ਵੀ ਥੋੜੀ ਜਿਹੀ ਆਪਾਂ ਜਾਣਕਾਰੀ ਹੋ ਰਹੀ ਹੈ ਜਿਵੇਂ ਹੁਣ ਪਰ ਜਿਹੜੀ ਆ UNFPA ਵਾਲੇ ਨੇ ਇਹ ਨਹੀਂ ਕਹਿੰਦੇ ਹੈਗੇ ਇਹ ਪ੍ਰਮੋਟ ਨਹੀਂ ਕਰਦੇ ਇਹ ਮਤਲਬ ਫੋਰਸਡ ਸਟਰਲਾਈਜੇਸ਼ਨ ਐਂਡ ਫੋਰਸਡ ਐਬੋਰਸ਼ਨਸ ਨੂੰ ਪ੍ਰਮੋਟ ਨਹੀਂ ਕਰਦੇ ਇਹ ਕਹਿੰਦੇ ਸੀਗੇ ਕਿ ਬੈਟਰ ਹੈ ਹੋਰ ਬੜੇ ਮੈਥਡਸ ਹੈ ਕੰਟਰਾਸੈਪਸ਼ਨ ਦੇ ਤੇ ਉਹ ਪਲਾਨ ਕਰੋ ਹਾਂਜੀ ਪਹਿਲੇ ਡਾਕਟਰ ਢਿੱਲੋਂ ਆਪਾਂ ਇਹਦੇ ਬਾਰੇ ਦੱਸੋ ਜਿਵੇਂ ਹੁਣ ਚਾਈਨਾ ਦੇ ਵਿੱਚ ਉਹਨਾਂ ਨੇ ਕਿਹਾ 1 ਚਾਈਲਡ ਪਾਲਿਸੀ ਹੈ ਨਾ ਇੱਥੇ ਕਹਿੰਦੇ ਨੇ ਅਬੋਰਸ਼ਨ ਕਰਾਓ ਫੋਰਸਡ ਸਟਰਲਾਈਜੇਸ਼ਨ ਇਹਦੀ ਥੋੜੀ ਜਾਣਕਾਰੀ ਆਪਾਂ ਹੋਰ ਸਾਰਿਆਂ ਨੂੰ ਦੇ ਦਈਏ ਕਿ ਇਹ ਜਿਹੜੀ ਫੋਰਸਫੁਲੀ ਜਿਹੜਾ ਅਬੋਰਸ਼ਨ ਕਰਾਉਣਾ ਕਿ ਤੁਸੀਂ ਹੁਣ ਜਿਵੇਂ ਤੁਸੀਂ ਆਪ ਗਾਇਨੋਕੋਲੋਜਿਸਟ ਹੋ ਤੇ
ਕਿਸੇ ਦਾ ਅਬੋਰਸ਼ਨ ਕਰਨਾ ਹੋਵੇ ਤਾਂ ਉਹਦੇ ਤੇ ਕਿੰਨਾ ਉਸ ਔਰਤ ਤੇ ਫਰਕ ਪੈਗਾ ਅਬੋਰਸ਼ਨ ਕਰਾਉਣ ਨਾਲ? ਉਹਦੀ ਆਪਣੀ ਕਿ ਬੈਕ ਟੂ ਨਾਰਮਲ ਬੰਦਾ ਆ ਜਾਂਦਾ ਛੇਤੀ, ਹੋ ਸਕਦਾ ਮੈਂਟਲੀ ਨਾ ਆਵੇ? ਇਟ ਡਿਪੈਂਡਸ। ਹਾਂਜੀ, ਡਿਪੈਂਡਸ। ਹੁਣ ਜਿਵੇਂ ਸਪੋਜ਼ ਕਿਸੇ ਦੇ 2 ਬੱਚੇ 3 ਬੱਚੇ ਆ ਔਰ ਕਿਸੇ ਦੇ ਈਵਨ ਮਤਲਬ ਮੀਨੋਪੌਜ਼ਲ ਸਟੇਜ ਹੋ ਰਹੀ ਹੈ ਹਨਾ, ਤਾਂ ਦੈਨ ਦ ਵੂਮਨ ਬਿਕਮਸ ਪ੍ਰੈਗਨੈਂਟ, ਤਾਂ ਫਿਰ ਦੇਖੋ ਉਹ ਠੀਕ ਨਹੀਂ ਲੱਗਦਾ ਉਹਨਾਂ ਨੂੰ ਹਨਾ। ਤੇ ਔਰ ਜੇ ਫੋਰਸਡ ਮਤਲਬ ਕੀਤਾ ਜਾਵੇ ਉਹ ਤਾਂ ਉਦੋਂ ਅਗਲੇ ਨੇ ਅਬੋਰਟ ਕਰਾਉਣਾ ਹੀ ਕਰਾਉਣਾ, ਉਹ ਜਿਹੜੀ ਅਨਵਾਂਟਡ ਪ੍ਰੈਗਨੈਂਸੀ ਹੈ। ਤੇ ਜੇ ਮਤਲਬ ਕਿ ਪਹਿਲਾਂ ਕਈ ਜੈਂਡਰ ਦੇ ਰਿਗਾਰਡਿੰਗ ਹੁੰਦਾ, ਸਪੋਜ਼ ਇਟ ਇਜ਼ ਫੀਮੇਲ ਤੇ ਉਹ ਕਰਾਉਣਾ ਚਾਹੁੰਦੇ ਆ ਤੇ ਫੀਮੇਲ ਜਿਹੜੀ ਪੇਸ਼ੈਂਟ ਆ ਉਹ ਨਹੀਂ ਕਰਾਉਣਾ ਚਾਹੁੰਦੀ। ਇੰਡੀਆ ਤੇ ਆਪਣੇ ਬਹੁਤ ਸੀ, ਹੁਣ ਤਾਂ ਬੈਨ ਹੋ ਗਿਆ ਬਿਕਾਜ਼ ਕਿਉਂਕਿ ਫੀਮੇਲਸ ਦੀ ਰੇਸ਼ੋ ਘਟ ਰਹੀ ਸੀ। ਫਿਰ ਹੁਣ ਉਹ PNDT ਐਕਟ ਲਾਤਾ ਉਹਨਾਂ ਨੇ, ਤਾਂ ਉਹਦੇ ਤੇ ਮਤਲਬ ਇਹ ਬਿਲਕੁਲ ਬੈਂਡ ਹੈ ਵੀ ਤੁਸੀਂ ਚੋਰੀ ਸਾਰਾ ਕੁਝ ਕਰਾ ਹੀ ਨਹੀਂ ਸਕਦੇ। ਮੇਰੇ ਖਿਆਲ ਉੱਥੇ ਦੱਸਦੇ ਹੀ ਨਹੀਂ ਹੈ ਸੈਕਸ, ਤਾਂ ਹੀ ਨਹੀਂ ਦੱਸਦੇ ਉਹ। ਹੁਣ ਇੱਥੇ ਦੱਸ ਦਿੰਦੇ, ਉੱਥੇ ਕਿਉਂ ਨਹੀਂ ਦੱਸਦੇ? ਕਿਉਂਕਿ ਉੱਥੇ ਜੇ ਫੀਮੇਲ ਆ ਤਾਂ ਮੋਸਟਲੀ ਲੋਕ ਜਿਹੜੇ ਅਬੋਰਟ ਕਰਾ ਦਿੰਦੇ ਸੀਗੇ ਤੇ ਰੇਸ਼ੋ ਘਟ ਰਹੀ ਸੀ, ਜਿਹੜਾ ਇੱਕ ਚਿੰਤਾ ਦਾ ਵਿਸ਼ਾ ਸੀਗਾ। ਹੁਣ ਜਾ ਕੇ ਉਹ ਕੰਟਰੋਲ ਕੀਤਾ ਇੰਡੀਆ ਦੇ ਵਿੱਚ, PNDT ਐਕਟ ਲੱਗਿਆ ਜਿਹਦੇ ਅੰਡਰ ਤੁਸੀਂ ਸੈਕਸ ਡਿਟਰਮੀਨੇਸ਼ਨ ਨਹੀਂ ਕਰਾ ਸਕਦੇ, ਤਾਂ ਨਾ ਹੀ ਤੁਸੀਂ ਅਬੋਰਟ ਕਰਾ ਸਕਦੇ ਹੋ ਸੈਕੰਡ ਟ੍ਰਾਈਮੈਸਟਰ ਦੇ ਵਿੱਚ। ਹਾਂਜੀ, ਪਹਿਲਾਂ ਹੀ ਕਰਾ ਲਓ ਜੇ ਅਬੋਰਟ ਕਰਾਉਣਾ ਬਿਫੋਰ 3 months, ਉਸ ਤੋਂ ਬਾਅਦ ਨਹੀਂ ਕਰਵਾ ਸਕਦੇ। ਫਿਜ਼ੀਕਲੀ ਕੀ ਇਫੈਕਟ ਪੈਂਦਾ ਕਿਸੇ ਔਰਤ ਤੇ ਜੇ ਅਬੋਰਸ਼ਨ ਹੋਵੇ? ਫਿਜ਼ੀਕਲੀ ਤਾਂ ਇਟਸ ਲਾਈਕ ਡਿਲੀਵਰੀ, ਉਹ ਕੋਈ ਏਡਾ ਨਹੀਂ ਹੁੰਦਾ ਹੈਗਾ। ਤਾਂ ਮੈਂਟਲੀ ਜ਼ਿਆਦਾ, ਜਿਵੇਂ ਹੁਣ ਉਹਨੂੰ ਇਹ ਹੁੰਦਾ ਲੇਡੀ ਨੂੰ ਕਿ ਮੈਂ ਜੀਵ ਹੱਤਿਆ ਕਰਤੀ ਤੇ ਉਹ ਮੇਰਾ ਬੱਚਾ ਸੀ, ਉਹ ਮੈਨੂੰ ਫੋਰਸਫੁਲੀ ਜਿਹੜਾ ਉਹ ਕਰਵਾਇਆ ਗਿਆ। ਕਈ ਲੇਡੀ ਜਿਹੜੀਆਂ ਉਹ ਉਹਨਾਂ ਨੂੰ ਫੋਰਸਫੁਲੀ ਕਰਵਾਇਆ ਜਾਂਦਾ ਸੀ ਜਦੋਂ ਫੀਮੇਲਸ ਨੂੰ ਅਬੋਰਟ ਕਰਾਉਣਾ ਹੁੰਦਾ ਸੀਗਾ, ਤਾਂ ਉਹਨਾਂ ਦੇ ਮਨ ਤੇ ਬਹੁਤ ਅਸਰ ਹੁੰਦਾ ਸੀ, ਉਹ ਡਿਪਰੈਸ਼ਨ ਚਲੀਆਂ ਜਾਂਦੀਆਂ ਸੀਗੀਆਂ। ਤੇ ਆ ਹੁਣ ਜਿਵੇਂ ਚਾਈਨਾ ਦੇ ਵਿੱਚ ਉਹਨਾਂ ਨੇ ਫੋਰਸਫੁਲੀ ਹੋਈ ਅਬੋਰਸ਼ਨ, ਉਹਨਾਂ ਨੇ ਤਾਂ 10 years ਦੀ ਦੇਖੋ ਤੁਸੀਂ ਇੰਪ੍ਰਿਜ਼ਨਮੈਂਟ ਲਿਖੀ ਹੋਈ ਹੈ ਹਨਾ, ਕਿ ਵੀ 10 ਸਾਲ ਦੀ ਕੈਦ ਜੇ ਬੱਚੇ। ਹਾਂਜੀ, ਜੇ ਤੁਸੀਂ ਕਰ ਲੈਂਦੇ ਹੋ ਤੇ 10 ਸਾਲ ਜੇਲ੍ਹ 'ਚ ਰਹੋ। ਉਧਰੋਂ ਬੱਚਾ ਪੈਦਾ ਹੋ ਜਾਵੇ ਤਾਂ ਉਧਰੋਂ ਤੁਸੀਂ ਜੇਲ੍ਹ 'ਚ ਰਹੋ, ਤੇ ਬੱਚੇ ਨੂੰ ਕੌਣ ਸੰਭੂਗਾ? ਬਿਲਕੁਲ ਬਿਲਕੁਲ। ਹਾਂਜੀ, ਤੇ ਮਤਲਬ ਉਹਨਾਂ ਨੇ ਫੋਰਸਫੁਲੀ ਸਾਰਾ ਇਹ ਉਹ ਕਰਕੇ ਇੰਪਲੀਮੈਂਟ, ਤੇ ਇੱਕ ਵਾਰੀ ਆਪਦੀ ਪਾਪੂਲੇਸ਼ਨ ਉਹਨਾਂ ਨੇ ਕੰਟਰੋਲ ਕਰ ਲਈ ਹੈ ਚਾਈਨੀਜ਼ ਨੇ। ਤੇ ਫੋਰਸਡ ਸਟਰਲਾਈਜੇਸ਼ਨ ਕੀ ਨੂੰ ਐਕਸਪਲੇਨ ਕਰਾਂਗੇ ਸਿੰਪਲ ਵਿੱਚ? ਫੋਰਸਡ ਸਟਰਲਾਈਜੇਸ਼ਨ ਕੀ ਬੱਚੇ ਬੰਦ ਹੋਣ ਦਾ ਆਪਰੇਸ਼ਨ ਸਟਰਲਾਈਜੇਸ਼ਨ ਇਜ਼, ਚਾਹੇ ਉਹ ਮੇਲ ਚ ਵਸੈਕਟਮੀ ਹੈ ਔਰ ਜੇ ਫੀਮੇਲ ਚ ਦੈਟ ਇਜ਼ ਨੋਨ ਐਜ਼ ਟੂਬੈਕਟਮੀ। ਤਾਂ ਫੋਰਸ ਵੀ ਉਹ ਫੋਰਸ ਕੀਤਾ ਜਾਂਦਾ ਸੀ ਉਹਨਾਂ ਨੂੰ ਕਿ ਚਾਹੇ ਮੇਲ ਵਸੈਕਟਮੀ ਕਰਾਏ ਤੇ ਚਾਹੇ ਫੀਮੇਲ ਜਿਹੜੀ ਆ ਟੂਬੈਕਟਮੀ। ਕਿਉਂਕਿ ਪਹਿਲੇ ਕਹਿੰਦੇ ਹੁੰਦੇ ਸੀ ਬੰਦਿਆਂ ਨੂੰ ਨਹੀਂ ਕਰਾਉਣਾ ਚਾਹੀਦਾ, ਫਿਜ਼ੀਕਲੀ ਉਹ ਥੋੜੇ ਜਿਹੇ ਕਮਜ਼ੋਰ ਹੋ ਜਾਂਦੇ ਨੇ। ਨੋ ਇਟਸ ਅ ਥੀਮ ਲਾਈਗੇਟ ਹੀ ਕਰਨਾ ਹੈ ਨਾ ਟਿਊਬ ਨੂੰ। ਹਾਂਜੀ, ਤੇ ਫੀਮੇਲ ਦੇ ਵਿੱਚ ਵੀ ਉਹ ਫੈਲੋਪੀਅਨ ਟਿਊਬ ਹੈ ਜਿਹੜੀ ਉਹਨੂੰ ਲਾਈਗੇਟ ਕਰਨਾ ਤਾਂ ਕਿ ਉਹ ਮੂਵ ਨਾ ਹੋਣ, ਬੱਚੇ ਅੱਗੇ ਨਾ ਪੈਦਾ, ਲੇਡੀ ਜਿਹੜੀ ਆ ਪ੍ਰੈਗਨੈਂਟ ਨਾ ਹੋਏ, ਤੇ ਉਵੇਂ ਹੀ ਉਹ ਮੇਲਸ ਦਾ ਹੋ ਜਾਂਦਾ। ਤੇ ਜਸਟ ਉਹ ਕਹਿੰਦੇ ਸੀ ਵੀ ਜੇ ਲੇਡੀ ਨੇ ਟੂਬੈਕਟਮੀ ਕਰਾ ਲਈ, ਲੇਡੀ ਨੇ ਡਿਲੀਵਰੀਜ਼ ਵੀ ਕਰਵਾਉਣੀ ਹੈ, ਲੇਡੀ ਨੇ ਟੂਬੈਕਟਮੀ ਵੀ ਕਰਾ ਲਈ, ਸੋ ਕਿ ਜਿਵੇਂ ਇੱਕ ਮਿਥ ਬਣਿਆ ਹੁੰਦਾ, ਅਦਰਵਾਈਜ਼ ਦੇयर ਇਜ਼ ਨੋ ਵੀਕਨੈਸ ਐਂਡ ਆਲ ਦੈਟ ਹਨਾ। ਸੋ ਬੰਦੇ ਘੱਟ ਕਰਾਉਂਦੇ ਆ, ਕਰਾਉਂਦੇ ਆ। ਹਾਂ, ਜਿਵੇਂ ਹੁਣ ਉੱਥੇ ਇੰਡੀਆ ਦੇ ਵਿੱਚ ਹੈਗਾ ਕਿ ਜੇ ਤੁਸੀਂ ਟੂਬੈਕਟਮੀ ਕਰਾਈ ਹੋਈ ਹੈ ਫੀਮੇਲ ਨੇ ਜਾਂ ਮੇਲ ਨੇ ਵੈਸੈਕਟਮੀ ਕਰਾਈ ਹੈ, ਦੈਨ ਯੂ ਗੈਟ, ਜਦੋਂ ਪ੍ਰਮੋਸ਼ਨ ਹੁੰਦੀ ਹੈ ਤਾਂ ਥੋੜਾ ਉਹਨੂੰ ਕੰਸੀਡਰ ਕੀਤਾ ਜਾਂਦਾ, ਉਹਦੇ ਕ੍ਰੈਡਿਟਸ ਗਿਣੇ ਜਾਂਦੇ ਆ ਵਿੱਚ। ਹਾਂ, ਵੀ ਜੇ ਉਹਨਾਂ ਨੇ ਕਰਵਾਈ ਹੋਈ ਹੈ ਉਹਨਾਂ ਨੂੰ ਬੈਨੀਫਿਟ ਮਿਲਦਾ, ਮਤਲਬ ਇਨ ਗਵਰਨਮੈਂਟ ਜੌਬ। ਅੱਛਾ, ਜੇ ਤੁਸੀਂ ਆਪਣੀ ਸਰਜਰੀ ਕਰਾ ਲਓ। ਹਾਂ ਬਿਲਕੁਲ। ਇਹ ਵੀ ਨਾ ਹੁਣ ਚਾਈਨਾ ਵਿੱਚ ਵੀ ਕੁਝ ਹੋ ਰਿਹਾ ਸੀ ਨਾ। ਹਾਂ, ਕਿ ਚਾਈਨਾ ਦੇ ਵਿੱਚ ਉਹ ਫੋਰਸਫੁਲੀ ਸੀ, ਆਪਣੇ ਫੋਰਸਫੁਲੀ ਨਹੀਂ ਹੈ ਉੱਥੇ ਇੰਡੀਆ ਦੇ ਵਿੱਚ। ਹਾਂਜੀ, ਫੋਰਸਫੁਲੀ ਨਹੀਂ ਹੈ ਇੰਡੀਆ ਦੇ ਵਿੱਚ। ਤੇ ਪਰ ਇਹ ਹੈ ਵੀ ਇਫ ਜੇ ਤੁਹਾਡੇ ਫੈਮਿਲੀ ਇਜ਼ ਕੰਪਲੀਟ ਤੇ ਤੁਸੀਂ ਆਪਦੀ ਸਟਰਲਾਈਜੇਸ਼ਨ ਕਰਾਉਣੇ ਹੋ, ਟੂਬੈਕਟਮੀ ਜਾਂ ਵੈਸੈਕਟਮੀ, ਤਾਂ ਫਿਰ ਤੁਹਾਨੂੰ ਪ੍ਰਮੋਸ਼ਨ ਦੇ ਵਿੱਚ ਉਹਦਾ ਬੈਨੀਫਿਟ ਦਿੱਤਾ ਜਾਂਦਾ। ਸੋ ਇਹ ਹੈ ਕਿ ਆਪਣਾ ਫੋਰਸਫੁਲੀ ਜੇ ਆਪਾਂ ਆਪਣਾ ਹੁਣ ਚਾਈਨਾ ਦੇ ਵਿੱਚ ਫੋਰਸਫੁਲੀ ਆਪਾਂ ਉਹਨਾਂ ਨੇ ਸਰਜਰੀਆਂ ਕਰਤੀਆਂ ਕਿ ਭਾਵੇਂ ਬੰਦਿਆਂ ਦੀਆਂ ਕਰਤੀਆਂ ਜਾਂ ਲੇਡੀਜ਼ ਦੀਆਂ ਕਰਤੀਆਂ ਕਿ ਅੱਗੇ ਬੱਚੇ ਨਾ ਪੈਦਾ ਹੋਣ। ਹਾਂਜੀ, ਤੇ ਚਾਈਨਾ ਨੇ ਤੇ ਕੰਟਰੋਲ ਕਰ ਲਿਆ। ਹਾਂਜੀ, ਕਿ ਅਸੀਂ ਬੱਚੇ ਸਾਡੇ ਘੱਟ ਹੋਣਗੇ, 1 ਚਾਈਲਡ ਕਹਿ ਲਓ ਪਾਲਿਸੀ ਉਹਨਾਂ ਦੀ ਬਣ ਗਈ ਸੀਗੀ। ਪਰ ਬਾਕੀ ਥਾਵਾਂ ਤੇ ਹੁਣ ਇੰਡੀਆ ਜਿਵੇਂ ਆ, ਇਹ ਜਸਟ ਉਹ ਕਹਿੰਦੇ ਨੇ ਤੁਸੀਂ ਕਰਾਉਣਾ ਤੇ ਕਰਾ ਲਓ, ਕਿਸੇ ਨੇ ਸਰਜਰੀ ਕਰਾਉਣੀ ਹੈ ਤੇ ਕਰਾ ਲਓ, ਨਹੀਂ ਕਰਾਉਣੀ ਨਾ ਕਰਾਓ। ਪਰ ਇਹ ਹੈ ਕਿ ਹੁਣ ਇਸ ਟਾਈਮ ਅੱਜ ਦੀ ਦਿਹਾੜੀ 'ਚ ਇੰਡੀਆ ਦੀ ਜਿਹੜੀ ਪਾਪੂਲੇਸ਼ਨ ਹੈ ਇਹ
ਬਹੁਤ ਜ਼ਿਆਦਾ ਵੱਧ ਗਈ ਹੈ। ਹਾਂਜੀ ਹਾਂਜੀ, ਇੱਕ ਆਪਾਂ ਕਰ ਲਈਏ ਜੀ। ਰੇਡੀਓ ਇੰਡੀਆ, ਰੇਡੀਓ ਇੰਡੀਆ। ਹੈਲੋ, ਸਤਿ ਸ਼੍ਰੀ ਅਕਾਲ ਰਾਣੀ ਜੀ। ਸਤਿ ਸ਼੍ਰੀ ਅਕਾਲ ਜੀ। ਬਾਕੀ ਸਾਰਿਆਂ ਨੂੰ ਸੌਰੀ ਮੈਂ ਹੁਣੇ ਸ਼ੁਰੂ ਕੀਤਾ, ਮਿਸ ਕੀਤਾ, ਸੁਣਿਆ ਨਹੀਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਡੀ ਅੱਜ ਦੀ ਟੌਪਿਕ ਬੜੀ ਅੱਛੀ ਹੈ, ਲੇਕਿਨ ਬੜੀ ਡੀਪ ਡਾਊਨ ਹੈ ਕਿ ਬਈ ਮੇਰੇ ਆਸ ਪਾਸ ਤਾਂ ਇੱਕ ਦੋ ਬੱਚੇ ਹੀ ਨਜ਼ਰ ਆਉਂਦੇ ਆ। ਈਵਨ ਸਾਡੀ ਲਾਸਟ ਜਨਰੇਸ਼ਨ ਸਾਡੇ ਫਰੰਟ ਤੇ ਜਿਹੜੀ ਜਨਰੇਸ਼ਨ ਹੈ, ਮੈਨੂੰ ਸਮਝ ਨਹੀਂ ਆ ਰਿਹਾ ਕਿ ਬੱਚੇ ਪॉपुलेशन ਵੱਧ ਕਿੱਧਰ ਰਹੀ ਹੈ। रीजन है कि 2-3 रीजन तो हो सकते हैं कि मेडिकल चेंज हो गया। पहले प्रीमैच्योर बेबी ਨੂੰ ਸੰਭਾਲ ਲਿਆ ਜਾਂਦਾ ਹੈ, ਫਿਰ ਅੱਗੇ ਹੈਲਦੀ ਬੇਬੀ ਚੱਲਦੇ ਰਹਿੰਦੇ ਆ। ਬਟ ਮੈਨੂੰ ਦੱਸੋ ਕਿ ਕੋਈ ਕੀ ਬੱਚੇ ਹੋ ਕਿੱਥੇ ਰਹੇ ਆ। ਆਪਾਂ ਤਾਂ ਆਪਣੇ ਬੱਚਿਆਂ ਨੂੰ ਕਹੀ ਜਾਂਦੇ ਵੀ 2-4 ਬੱਚੇ ਕਰੋ, ਔਰ ਕਹਿੰਦੇ ਅਫੋਰਡ ਨਹੀਂ ਕਰ ਸਕਦੇ। ਹਾਂਜੀ, ਮੇਰੇ ਖਿਆਲ 'ਚ ਪॉपुलेशन ਜਿਹੜੀ ਹੈ ਇੱਥੇ ਨਾਰਥ ਅਮਰੀਕਾ 'ਚ ਤੇ ਲੱਗਦਾ ਘਟ ਰਹੀ ਹੈ, ਪਰ ਦੂਜੇ ਪਾਸੇ ਕਈ ਕੰਟਰੀਜ਼ ਦੇ ਵਿੱਚ ਵੱਧ ਰਹੀ ਹੈ। ਦੂਜੀ ਆਪਣੀ ਪॉपुलेशन ਜਿਹੜੀ ਹੈ, ਹੁਣ ਦੇਖੋ ਗੇ ਲੈਸਬੀਅਨ ਅੱਗੇ ਨਾਲੋਂ ਕਿੰਨੇ ਜ਼ਿਆਦਾ ਦਿਸਣ ਲੱਗ ਗਏ ਨੇ। ਹੁਣ ਮੈਨੂੰ ਨਹੀਂ ਪਤਾ ਵੀ ਇਹ ਇਸ ਪਾਸੇ ਕਿਉਂ ਜ਼ਿਆਦਾ, ਜਾਂ ਤੇ ਦਵਾਈਆਂ ਇਹੋ ਜਿਹੀਆਂ ਖਾ ਰਹੇ ਨੇ ਜਾਂ ਦਿੱਤੀਆਂ ਜਾ ਰਹੀਆਂ ਨੇ, ਜਾਂ ਬੱਚੇ ਹੀ ਇੱਧਰ ਜ਼ਿਆਦਾ ਪੈਦਾ ਹੋ ਰਹੇ ਨੇ, ਜਾਂ ਅੱਜ ਕੱਲ੍ਹ ਪ੍ਰਮੋਟ ਕੀਤਾ ਜਾਂਦਾ ਯੂ ਕੈਨ ਚੇਂਜ ਯੋਰ ਸੈਕਸ। ਹਾਂਜੀ, ਤੇ ਪॉपुलेशन ਜਾ ਕਿਹੜੇ ਪਾਸੇ ਰਹੀ ਹੈ। ਨਹੀਂ, ਪਰ ਜੇ ਤੁਸੀਂ ਹੁਣ ਪॉपुलेशन ਵੱਧ ਰਹੀ ਹੈ, ਔਰ ਜਿਹੜੇ LGBT ਦੀ ਗੱਲ ਕਰ ਰਹੇ ਹੋ, ਤੇ LGBT ਦਾ ਤਾਂ ਉਹਨਾਂ ਦੇ ਬੇਬੀਜ਼ ਦਾ ਤਾਂ ਕਨਸੈਪਟ ਹੀ ਡਿਫਰੈਂਟ ਹੈ। ਬੇਬੀਜ਼ ਤਾਂ ਉਹ ਲੋਕ ਮੋਸਟਲੀ ਅਡਾਪਟ ਹੀ ਕਰਦੇ ਆ। ਪਰ ਜਿਹੜਾ ਮੈਂ ਥੋੜਾ ਟੌਪਿਕ ਥੋੜਾ ਮੇਰਾ ਪॉपुलेशन ਤੋਂ ਹਟ ਕੇ ਜਾ ਰਿਹਾ, ਤੁਸੀਂ LGBT ਦੀ ਗੱਲ ਕੀਤੀ, ਇਹ ਤਾਂ ਹੋਰ ਸਕਰੂਡ ਅਪ ਹੋ ਰਿਹਾ। ਇਹਨਾਂ ਕਰਕੇ ਤਾਂ ਪॉपुलेशन ਵਧਣੀ ਨਹੀਂ ਚਾਹੀਦੀ, ਜਾਂ ਜੋ ਵੀ ਰੀਜ਼ਨ ਹੈ। ਸੈਕਿੰਡ ਵੀ ਮੈਂ ਜਿਹੜਾ ਅੱਜ ਕੱਲ੍ਹ ਇਹਨਾਂ ਦੇ ਹੀ ਕਰਕੇ ਆਪਣਾ ਪ੍ਰੋਨਾਊਨ ਸ਼ੁਰੂ ਹੋ ਗਿਆ ਵੀ ਦੱਸੋ ਤੁਸੀਂ ਹੀ ਸੀ ਪਹਿਲੇ, ਹੁਣ ਸੀ ਉਹ ਪਹਿਲੇ, ਤੁਹਾਨੂੰ ਅਸੀਂ ਕਿੱਦਾਂ ਕਿਸ ਨਾਮ ਨਾਲ ਬੁਲਾਈਏ। ਮੈਨੂੰ ਇਹ ਵੀ ਜਰਾ ਥੋੜਾ ਜਿਹਾ ਕੋਈ ਸੁਣਨ ਵਾਲਾ ਵੀ ਸਮਝਾ ਸਕਦਾ ਤਾਂ ਬੜੀ ਮਿਹਰਬਾਨੀ ਹੋਏਗੀ। ਪਰ ਮੈਂ ਆਈ ਵੁੱਡ ਲਾਈਕ ਟੂ ਸੇ, ਜੋ ਵੀ ਸੁਣ ਰਿਹਾ ਹੈ ਸੁਣਨ ਵਾਲਿਆਂ ਨੂੰ ਕਹਾਂਗੀ ਵੀ ਕੋਰ ਐਂਡ ਸਿੱਖ ਤੋਂ ਜੇ ਤੁਸੀਂ ਡੋਲਦੇ ਹੋ ਤਾਂ ਫਿਰ ਯੂ ਆਰ ਨਾਟ ਸਿੱਖ। I'm sorry to say ਮੈਂ ਰਿਲੀਜਨ ਨੂੰ ਇਸ ਟੌਪਿਕ ਤੇ ਲਿਆਣਾ ਨਹੀਂ ਚਾਹੁੰਦੀ ਸੀ, ਬਟ ਨਹੀਂ ਐਕਚੁਅਲੀ ਇਸ ਜਿਹੜਾ ਵਰਲਡ ਪॉपुलेशन ਡੇ ਹੈ ਨਾ, ਰਿਲੀਜਨ ਇਜ਼ ਪਾਰਟ ਆਫ ਇਟ ਟੂ। ਹਾਂਜੀ ਇਟ ਇਜ਼। ਤੇ ਕਿਉਂਕਿ ਐਂਡ 'ਚ ਇਹਦੇ ਬਾਰੇ ਉਹਨਾਂ ਨੇ ਦੱਸਿਆ ਹੈ, ਮਤਲਬ ਗੇ ਲੈਸਬੀਅਨ ਬਾਰੇ ਤੇ ਨਹੀਂ, ਪਰ ਉਹਨਾਂ ਨੇ ਦੱਸਿਆ ਕਿਹੜੇ ਕਿਹੜੇ ਰਿਲੀਜਨਸ ਦੀ ਪॉपुलेशन ਵੱਧ ਰਹੀ ਹੈ ਐਂਡ ਵਾਈ। ਹੁਣ ਜਿਹੜਾ ਤੁਸੀਂ ਕਹਿ ਰਹੇ ਹੋ ਦੈਟਸ ਪਾਰਟ ਆਫ ਇਟ। ਜਿਵੇਂ ਕ੍ਰਿਸਚੈਨਿਟੀ ਪਹਿਲਾਂ ਨੰਬਰ 1 ਤੇ ਸੀ, ਤੇ ਹੁਣ ਜਿਹੜਾ ਮੁਸਲਿਮ ਹੈਗਾ, ਮਤਲਬ ਰਿਲੀਜਨ ਉਹਨਾਂ ਦੀ ਵੱਧ ਰਹੀ ਹੈ। ਤੇ ਦੂਜੇ ਪਾਸੇ ਆਪਣੇ ਹੁਣ ਗੇ ਲੈਸਬੀਅਨਸ, ਇਹਨਾਂ ਦੀ ਬਹੁਤ ਪॉपुलेशन ਵੱਧ ਰਹੀ ਹੈ। ਹਾਂਜੀ। ਵਾਈ ਇਜ਼ ਦੈਟ? ਜਿਵੇਂ ਹੁਣ ਇੰਡੀਆ, ਹਾਂਜੀ, ਇੰਡੀਆ ਦੇ ਵਿੱਚ ਦੇਖੋ ਐਂ ਹੁੰਦਾ ਵੀ ਜਿਹੜੇ ਲੈਕ ਆਫ ਐਜੂਕੇਸ਼ਨ, ਲੋਅਰ ਕਲਾਸ ਹੈ ਜਿਹੜੀ, ਉਹਨਾਂ ਦੇ ਬੱਚੇ ਹਮੇਸ਼ਾ ਜ਼ਿਆਦਾ ਹੁੰਦੇ। ਤੁਸੀਂ ਦੇਖਿਆ ਹੋਣਾ ਹੈ ਨਾ, ਕਿਉਂਕਿ ਉਹ ਕੀ ਕਰਦੇ ਹੈ ਵੀ ਉੱਥੇ ਐਜੂਕੇਸ਼ਨ ਤਾਂ ਹੈ ਨਹੀਂ ਗੀ। ਲੋਅਰ ਕਲਾਸ ਦੇ ਵਿੱਚ ਕੋਈ ਬੱਚਾ ਪੜ੍ਹਦਾ ਹੁੰਦਾ ਉਹਨਾਂ ਨੂੰ ਹੁੰਦਾ ਵੀ ਜਿੰਨੇ ਬੱਚੇ ਹੋਣਗੇ ਉਨੇ ਕਮਾਉਣਗੇ, ਉਹ ਕਮਾ ਕੇ ਲਿਆਉਣਗੇ ਤਾਂ ਉਹਨਾਂ ਦਾ ਘਰ ਚੱਲੇਗਾ। 5-5 6-6 ਬੱਚੇ ਉਹਨਾਂ ਦੇ ਹੁੰਦੇ ਆ। ਹਾਂਜੀ, ਪਰ ਜਿਹੜਾ ਇਹਨਾਂ ਦਾ ਕੁਐਸਚਨ ਹੈ ਨਾ, ਇਹ ਵੀ ਬੜਾ ਵੈਲਿਡ ਕੁਐਸਚਨ ਇਹ ਕਹਿ ਰਹੇ ਕਿ ਜਦ ਆਪਣੇ ਕੌਰ ਔਰ ਸਿੰਘ ਲਿਖਿਆ, ਮੀਨਸ ਫੀਮੇਲ ਹੈ ਜਾਂ ਮੇਲ ਹੈ। ਹਾਂਜੀ, ਉਹ ਸਾਡੀ ਜਿਹੜੀ ਹੈ ਉਹ ਆਪਣਾ ਹੁਣ ਉਹਨੂੰ ਪਿੱਛੇ ਕਿਉਂ ਰੱਖਿਆ ਜਾ ਰਿਹਾ? ਹੁਣ ਵਿੱਚ ਇੱਕ ਚੀਜ਼ ਹੋਰ ਐਡ ਹੋ ਗਈ ਹੈ। ਰਾਈਟ, ਦੈਟਸ ਵਾਟ ਯੂ ਆਸਕਡ, ਰਾਈਟ ਹਰਮਨਦੀਪ? ਹਾਂਜੀ, ਤੁਸੀਂ ਇਸ ਬਾਰੇ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ? ਇਹ ਵੀ ਬੜਾ ਟੱਚੀ ਟੌਪਿਕ ਹੈ। ਹਾਂਜੀ, ਨਹੀਂ ਮੈਂ ਸੌਰੀ, ਮੈਂ ਤੁਹਾਨੂੰ ਫਿਰ ਇੱਕ ਵਾਰੀ ਫਿਰ ਕਹਿਣਾ ਚਾਹੁੰਦੀ ਹਾਂ, ਅੱਜ ਕੱਲ੍ਹ ਪ੍ਰੋਨਾਊਨ ਦਾ ਰਿਵਾਜ ਹੋ ਗਿਆ, ਜਿੱਦਾਂ ਲੈਸਬੀਅਨ ਵਗੈਰਾ ਦਾ ਚੱਲਦਾ ਆ ਰਿਹਾ, ਉਹ ਹੋਰ ਡੋਮੀਨੇਟ ਹੋਈ ਜਾ ਰਿਹਾ। ਹੁਣ ਕਹਿ ਰਿਹਾ ਵੀ ਤੁਸੀਂ ਆਪਣਾ ਦੱਸੋ, ਪਹਿਲੇ ਤੁਸੀਂ ਕੁੜੀ ਸੀ ਹੁਣ ਤੁਸੀਂ ਮੁੰਡਾ ਹੋ, ਜਾਂ ਪਹਿਲੇ ਤੁਸੀਂ ਮੁੰਡਾ ਹੁਣ ਤੁਸੀਂ ਕੁੜੀ ਹੋ, ਹੁਣ ਤੁਸੀਂ ਅਸੀਂ ਤੁਹਾਨੂੰ ਕਿੱਦਾਂ ਬੁਲਾਈਏ? ਹੀ ਔਰ ਤੁਹਾਡਾ ਪ੍ਰੋਨਾਊਨ ਕੀ ਹੋਏਗਾ? ਹੀ ਮੀਨਸ ਮੁੰਡਾ, ਪ੍ਰੋਨਾਊਨ ਕੀ ਹੈ ਵੀ ਹੁਣ ਤੁਸੀਂ ਕੁੜੀ ਹੋ। ਸੋ ਇੰਨਾ ਸਕਰੂਡ ਅਪ ਸਮਾਜ, ਸੋਸਾਇਟੀ, ਅਸੀਂ ਲੋਕ ਜ਼ਿੰਮੇਦਾਰ ਹੈ। ਇਸ ਲਈ ਅਸੀਂ ਕਿਉਂ ਨਹੀਂ ਖੜੇ ਹੋ ਕੇ ਬੋਲਦੇ ਮੈਨੂੰ ਮੇਰਾ ਹੈ, ਮੈਂ ਨਹੀਂ ਕੁਝ ਕਹਿੰਦੇ ਵੀ ਤੁਹਾਨੂੰ ਕਰਨਾ ਪੈਣਾ ਹੈ, ਯੂ ਹੈਵ ਟੂ ਇਨ ਦ ਫਿਊਚਰ। ਮੈਂ ਕਿ ਨੋ, ਆਈ ਵਾਂਟ ਟੂ ਸਟੇ ਐਜ਼ ਕੌਰ। ਮੈਂ ਤਾਂ ਹੁਣ ਸਾਰਿਆਂ ਨੂੰ ਇਹੀ ਕਹਿੰਦੀ ਹਾਂ, ਪਲੀਜ਼ ਆਪਣੇ ਨਾਮ ਅੱਗੇ ਕੌਰ ਸਿੰਘ ਲਗਾਉਣਾ ਸ਼ੁਰੂ ਕਰੋ।
ਕਿਤੇ ਤਾਂ ਕਿਤੇ ਅੜ ਜਾਓ, ਕਿਤੇ ਤਾਂ ਕਿਤੇ ਆਪਣੀ ਆਇਡੈਂਟਿਟੀ ਨੂੰ ਦਿਖਾ ਦਿਓ। ਬਿਲਕੁਲ ਸੌਰੀ ਟੂ ਸੇ ਕੋਈ ਹੋਰ ਰਿਲੀਜਨ ਦੀ ਪੋਪੂਲੇਸ਼ਨ ਵੱਧ ਰਹੀ ਹੈ, ਕਮ ਸੇ ਕਮ ਆਪਣੇ ਆਇਡੈਂਟਿਟੀ ਤਾਂ ਤੁਸੀਂ ਗਵਾਓ ਨਾ। ਤੁਸੀਂ ਸ਼ੀ ਐਂਡ ਹਰ ਐਂਡ ਦੇ ਕੰਸੈਪਟ ਤੋਂ ਬਾਹਰ ਨਿਕਲੋ and tell them, no, we are not going to follow this. I am girl, I am called. ਬਾਕੀ ਤੁਸੀਂ ਆਪਣੇ ਬੱਚਿਆਂ ਨੂੰ ਤੁਸੀਂ ਜੇ ਰੂਟਸ ਦੋਗੇ, they have to stand for their ground too. ਮੈਂ ਇੰਨਾ ਹੀ ਕਹਿਣਾ ਚਾਹੁੰਦੀ ਹਾਂ। ਹਾਂਜੀ, ਆਪਾਂ ਹੁਣ ਸਾਰੇ ਜਣੇ ਕ੍ਰਿਟਿਸਾਈਜ਼ ਕਰਦੇ ਹਾਂ। ਸੁਣਾਂਗੀ ਸੀਗਾ ਪੋਪੂਲੇਸ਼ਨ ਦਾ ਟੌਪਿਕ, but I would like to get some points and opinion on it. ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਇਹ ਆਪਾਂ ਸਾਰੇ ਜਣੇ ਕਹਿੰਦੇ ਗਲਤ ਹੋ ਰਿਹਾ, ਬਟ ਇਹਦੇ ਲਈ ਸੈਮੀਨਾਰਸ ਕਰਨੇ ਚਾਹੀਦੇ ਆ, ਕਾਨਫਰੰਸਿਸ ਕਰਨੀਆਂ ਚਾਹੀਦੀਆਂ, ਵਰਕਸ਼ਾਪਸ ਹੋਣੀਆਂ ਚਾਹੀਦੀਆਂ, ਕਾਮਨ ਪਲੇਟਫਾਰਮ ਹੋਣਾ ਚਾਹੀਦਾ ਜਿਹਦੇ ਤੋਂ ਸਾਰੇ ਲੋਕਾਂ ਨੂੰ ਕਿਹਾ ਜਾਏ ਕਿ ਇਹ ਗਲਤ ਹੈ। ਜਿਹੜੇ ਲੋਕ ਉਹਦੇ ਹੱਕ ਚ ਆਉਣਗੇ, ਉਹ ਉਹਨਾਂ ਦੀ ਗੈਦਰਿੰਗ ਹੋਏ, ਪ੍ਰੋਟੈਸਟ ਕਰਨ, ਤਾਂ ਹੀ ਗਵਰਨਮੈਂਟ ਨੂੰ ਪਤਾ ਚੱਲੇਗਾ ਨਾ ਵੀ ਪੀਪਲ ਆਰ ਅਗੇਂਸਟ ਦਿਸ। प्रोटेस्ट हो रहे हैं पर स्मॉल स्केल पे हो रहे हैं। हाँ, बहुत घट हो रहे हैं ना। मतलब मीडिया पीपल्स गो आउट एंड कवरेज बिग थ्योरी उन्होंने बनाओ, जस्ट लाइक साडा फार्मर दा इवेंट होया सी इंडिया। हाँ जी तो वर्ल्ड वाइड होया सीगा। वी शुड डू समथिंग लाइक दैट अबाउट दिस थिंग। ਜਿਹੜੀ ਹਵਾ ਬਣ ਕੇ ਹੁਣ ਸਾਡੇ ਬੱਚਿਆਂ ਨੂੰ ਖਰਾਬ ਕਰਨ ਤੇ ਤੁਰ ਪਈ ਹੈ। ਹਾਂਜੀ, ਇਹ ਸੋਸ਼ਲ ਮੀਡੀਆ ਤੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਉਹ ਆਉਣਾ ਚਾਹੀਦਾ ਤਾਂ ਕਿ ਜਿਹੜੀ ਸਾਰੇ ਜਿਹੜੇ ਲੋਕ ਆ ਜਾਗਰੂਕ ਹੋ ਸਕਣ। ਬਿਲਕੁਲ ਜੀ, ਮੈਂ ਹੁਣ ਰੱਖਦੀ ਹਾਂ। ਮੈਂ ਕੁਝ ਥੈਂਕ ਯੂ ਜੀ, ਮੈਨੂੰ ਹੋਲਡ ਤੇ ਪਾ ਦਿਓ, ਮੈਂ ਹੋਰਾਂ ਦੇ ਕਮੈਂਟ ਸੁਣ ਸਕਾਂ। ਐਕਚੁਅਲੀ ਮੈਂ ਵੈਸੇ ਜਿਹੜੇ ਸਾਡੇ ਸਕੂਲ ਟਰਸਟੀਜ਼ ਨੇ, ਮੈਂ ਤੇ ਉਹਨਾਂ ਨੂੰ ਵੀ ਕਹਾਂਗੀ ਕਿ ਇਹਦੇ ਬਾਰੇ ਜ਼ਰੂਰ ਗੱਲਬਾਤ ਕਰਨ। ਹਾਂਜੀ, ਕਿਉਂਕਿ ਜਿਹੜੇ ਸਕੂਲ ਟਰਸਟੀਜ਼ ਨੇ, ਜਿਹੜੀਆਂ ਸਕੂਲ ਬੱਚਿਆਂ ਦੀਆਂ ਪਾਲਿਸੀਜ਼ ਬਣਾਉਂਦੇ ਨੇ, ਉਹ ਇਹਦੇ ਬਾਰੇ ਕੀ ਸੋਚਦੇ ਨੇ। ਸੋ ਜੇ ਉਹ ਦੱਸ ਸਕਣ, ਦੈਟ ਵਿਲ ਬੀ ਰੀਅਲੀ ਗੁੱਡ। ਇੱਕ ਆਪਣਾ ਡਾਕਟਰ ਢਿੱਲੋਂ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ UNFPA ਇਹ ਅਬੋਰਸ਼ਨਸ ਪ੍ਰਮੋਟ ਕਰ ਰਹੇ ਨੇ। ਨਹੀਂ ਜੀ, ਇਹ ਨਹੀਂ ਕਰਦੇ। ਇਹ ਕਹਿੰਦੇ ਹੈਗੇ ਆ ਕਿ ਤੁਸੀਂ ਫੈਮਿਲੀ ਪਲੈਨਿੰਗ ਦੇ ਨਾਲ ਜਿਹੜਾ ਹੈਗਾ ਉਹ ਕੰਟਰੋਲ ਕਰੋ ਬਰਥ ਰੇਟ ਨੂੰ, ਤੇ ਅਬੋਰਸ਼ਨਸ ਨੂੰ ਉਹ ਨਹੀਂ ਕਰਦੇ, ਤਵੱਜੋ ਨਹੀਂ ਦਿੰਦੇ ਹੈਗੇ। ਉਹਦੇ ਲਈ ਨਹੀਂ ਉਹ ਕਹਿੰਦੇ ਕਿ ਤੁਸੀਂ ਅਬੋਰਸ਼ਨਸ ਕਰੋ, ਕਿਉਂਕਿ ਉਹ ਕਹਿੰਦੇ ਉਹਦੀਆਂ ਬੜੀਆਂ ਕੰਪਲੀਕੇਸ਼ਨਸ ਹੁੰਦੀਆਂ ਜੇ ਕੋਈ ਅਨਸੇਫ ਅਬੋਰਸ਼ਨ ਹੋਵੇ, ਹਨਾ। ਕਿੰਨੀਆਂ ਸਾਰੀਆਂ ਵੂਮੈਨ ਹੈ, ਕਿੰਨੇ ਕੰਟਰੀਜ਼ ਦੇ ਵਿੱਚ ਜਿਨ੍ਹਾਂ ਨੂੰ ਬਹੁਤ ਕੰਪਲੀਕੇਸ਼ਨਸ ਆਈਆਂ ਅਬੋਰਸ਼ਨਸ ਦੇ ਨਾਲ, ਈਵਨ ਡੈਥਸ ਵੀ ਹੋ ਜਾਂਦੀਆਂ, ਕੋਈ ਐਕਸੈਸਿਵ ਬਲੀਡਿੰਗ ਨਾਲ, ਕੋਈ ਸੈਪਟੀਸੀਮੀਆ ਨਾਲ, ਇਹਦੀਆਂ ਬੜੀਆਂ ਪ੍ਰੋਬਲਮਸ ਆਉਂਦੀਆਂ ਭੈਣ ਜੀ। ਸੋ ਇਹ ਪ੍ਰਮੋਟ ਨਹੀਂ ਕਰਦੇ, ਪਰ ਫਿਰ ਵੀ ਜਿਹੜੇ ਕੰਟਰੀਜ਼ ਦੇ ਵਿੱਚ ਇਹ ਹੋ ਰਿਹਾ, ਹਾਂਜੀ, ਸਪੈਸ਼ਲੀ ਜਿਵੇਂ ਚਾਈਨਾ 'ਚ ਆਪਾਂ ਦੱਸ ਰਹੇ ਸੀਗੇ ਕਿ ਵਨ ਚਾਈਲਡ ਪਾਲਿਸੀ, ਉੱਥੇ ਇਹ ਚੀਜ਼ਾਂ ਜ਼ਬਰਦਸਤੀ ਕਰਾਈਆਂ ਜਾ ਰਹੀਆਂ ਨੇ। ਹਾਂਜੀ, ਇਹ ਤਾਂ UNFP ਨੇ ਤਾਂ FPA ਨੇ ਇਹ ਕਿਹਾ ਕਿ ਫੈਮਿਲੀ ਪਲੈਨਿੰਗ ਮੈਥਡਸ ਦੇ ਨਾਲ ਹੀ ਪਾਪੂਲੇਸ਼ਨ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ। ਹਾਂਜੀ, ਨਾਟ ਜ਼ਬਰਦਸਤੀ ਨਹੀਂ। ਬਿਲਕੁਲ, ਉਹਨਾਂ ਨੇ ਇਸ ਕਰਕੇ ਇਨਕਰੀਜ਼ ਕੀਤੀ ਹੈ ਅਵੇਲੇਬਿਲਿਟੀ ਆਫ ਕੰਟਰਾਸੈਪਸ਼ਨ। ਹਾਂਜੀ, ਹੁਣ ਪਾਪੂਲੇਸ਼ਨ ਪਾਲਿਸੀਜ਼, ਇਹਨਾਂ ਦੇ ਕੀ ਕਾਜ਼ਜ਼ ਨੇ, ਕੀ ਅੱਗੇ ਰਿਸਪਾਂਸਿਸ ਨੇ। ਹਾਂਜੀ, ਓਵਰ ਪਾਪੂਲੇਸ਼ਨ ਜਿਹੜੀ ਹੈ ਇਹ ਕਿਉਂ ਹੈ? ਇਹ ਇੱਕ ਤੇ ਦੱਸ ਰਹੇ ਕਿ ਇਹ ਜਿਹੜੀ ਓਵਰ ਪਾਪੂਲੇਸ਼ਨ ਜਿੱਥੇ ਹੋ ਰਹੀ ਹੈ, ਇਹ ਇੱਕ ਤੇ ਗਰੀਬੀ ਵੱਲ ਜਾ ਰਹੀ ਹੈ, ਹਾਂਜੀ, ਦੂਜੇ ਪਾਸੇ ਨੈਚੁਰਲੀ ਇਕੋਨਮੀ ਜਿਹੜੀ ਆ ਉਹ ਡਾਊਨ ਹੋਊਗੀ। ਹਾਂਜੀ, ਤੇ ਪਾਵਰਟੀ ਵੱਲ, ਦੂਜਾ ਜੈਂਡਰ ਇਨਇਕੁਐਲਿਟੀ। ਹਾਂਜੀ, ਤੇ ਇਹ ਹੁਣ ਜਿੱਧਰ ਇਹੀ ਹੋ ਗਿਆ ਨਾ ਕਿ ਲੋਕਾਂ ਕੋਲ ਨੌਲੇਜ ਨਹੀਂ ਹੈਗੀ। ਹਾਂਜੀ, ਸੋ ਲੈਕ ਆਫ ਇਨਫੋਰਮੇਸ਼ਨ, ਜਾਂ ਲੋਕ ਇਹ ਇਨਫੋਰਮੇਸ਼ਨ ਲੈਣਾ ਨਹੀਂ ਚਾਹੁੰਦੇ। ਹਾਂਜੀ, ਕਿਉਂਕਿ ਬੜਾ ਟੱਚੀ ਸਬਜੈਕਟ ਹੈ, ਲੋਕੀ ਬਹੁਤ ਸਾਰੇ ਨੇ ਇਹਦੇ ਬਾਰੇ, ਇਧਰ ਧਿਆਨ ਹੀ ਨਹੀਂ ਜਾਂਦਾ ਲੋਕਾਂ ਦਾ। ਹਾਂਜੀ, ਨਹੀਂ ਜਾਂਦਾ, ਪਰ ਫਿਰ ਵੀ ਜਾਂਦਾ, ਪਰ ਬਹੁਤ ਘੱਟ, ਔਰ ਸੁਣਨਾ ਨਹੀਂ ਚਾਹੁੰਦੇ ਲੋਕ। ਹਾਂਜੀ, ਸਕੂਲਾਂ ਦੇ ਵਿੱਚ ਵੀ ਹੁਣ ਇਹਦੇ ਬਾਰੇ ਥੋੜੀ ਬਹੁਤ ਇਨਫੋਰਮੇਸ਼ਨ ਦੇਣੀ ਸ਼ੁਰੂ ਕੀਤੀ ਹੈ, ਪਰ ਕਈ ਵਾਰੀ ਮੈਂ ਸੋਚਦੀ ਹਾਂ ਕਿ ਕਈ ਬੱਚੇ ਬਹੁਤ ਛੋਟੇ ਨੇ, ਟੂ ਯੰਗ ਟੂ ਨੋ ਦਿਸ ਕਾਈਂਡ ਆਫ ਥਿੰਗਸ। ਹਾਂਜੀ, ਤੇ ਫਿਰ ਹੁਣ ਕਈ ਕੰਟਰੀਜ਼ ਨੇ ਜਿੱਥੇ ਉਹਨਾਂ ਨੇ ਪਾਪੂਲੇਸ਼ਨ ਪਾਲਿਸੀਜ਼ ਬਾਰੇ ਦੱਸਿਆ, ਜਿਹੜੀ ਤੇ ਵੱਧ ਰਹੀ ਹੈ, ਇਹ ਜਿੰਨੇ ਥਰਡ ਵਰਲਡ ਕੰਟਰੀਜ਼ ਨੇ ਉੱਥੇ ਵੱਧ ਰਹੀ ਹੈ। ਹਾਂਜੀ, ਪਰ ਜਿਹੜੇ ਜਿਵੇਂ ਦੂਜੇ ਕਈ ਨੇ
ਆਪਣਾ ਰਸ਼ੀਆ, ਜਾਪਾਨ, ਇਟਲੀ, ਸਵੀਡਨ, ਇਹਨਾਂ ਵਿੱਚ ਥੋੜੀ ਜਿਹੀ ਡਿਫਰੈਂਟ ਤਰੀਕੇ ਨਾਲ ਵੱਧ ਰਹੀ ਹੈ। ਹਾਂਜੀ ਡਾਕਟਰ ਢਿੱਲੋਂ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਪਾਪੂਲੇਸ਼ਨ ਪਾਲਿਸੀਜ਼, ਇਹਦੇ ਕਾਜ਼ਸ ਕੀ ਨੇ। ਹੁਣ ਜਿਹੜੀਆਂ ਪਾਲਿਸੀਜ਼ ਨੇ ਇਹ ਹੈ ਕਿ ਜਿੱਥੇ ਪਾਪੂਲੇਸ਼ਨ ਵੱਧ ਰਹੀ ਹੈ ਉੱਥੇ ਜਿਵੇਂ ਗਰੀਬੀ ਆਪਾਂ ਦੱਸ ਰਹੇ ਹਾਂ ਕਿ ਜਿਹੜੇ ਗਰੀਬ ਘਰ ਦੇ ਲੋਕ ਨੇ ਉੱਥੇ ਪਾਪੂਲੇਸ਼ਨ ਵੱਧ ਰਹੀ ਹੈ। ਹਾਂਜੀ ਐਜੂਕੇਸ਼ਨ ਨਹੀਂ ਹੁੰਦੀ ਪ੍ਰੋਪਰ ਉਹਨਾਂ ਨੂੰ। ਹਾਂਜੀ ਤੇ ਉਹੀ ਉਹਨਾਂ ਨੂੰ ਪਤਾ ਨਹੀਂ, ਲੈਕ ਆਫ ਜਿਵੇਂ ਤੁਸੀਂ ਕਿਹਾ ਐਜੂਕੇਸ਼ਨ, ਕੰਟਰਾਸੈਪਟਿਵ ਮੈਥਡਸ, ਇਹ ਉਹਨਾਂ ਨੂੰ ਨਹੀਂ ਪਤਾ। ਤੇ ਦੁਨੀਆ ਦੇ ਵਿੱਚ ਔਰ ਕਈ ਥਾਵਾਂ ਤੇ ਡਿਪਰੈਸ਼ਨ, ਹੁਣ ਜਿਹੜੇ ਤੇ ਬਹੁਤੇ ਜਿਵੇਂ ਨਾਰਥ ਅਮਰੀਕਾ ਵਰਗੇ ਜਿਹੜੇ ਯੂਨਾਈਟਿਡ ਸਟੇਟਸ ਜਾਂ ਮਾਡਰਨ ਰਸ਼ੀਆ, ਜਾਪਾਨ, ਉੱਥੇ ਇਹ ਵੀ ਹੈ ਵੀ ਡਿਪਰੈਸ਼ਨ ਦਾ ਵੀ ਇੱਕ ਐਰਾ ਚੱਲ ਰਿਹਾ। ਹਾਂਜੀ ਤੇ ਪਰ ਇਹ ਹੈ ਕਿ ਜਿਹੜੀ ਪਾਪੂਲੇਸ਼ਨ ਹੈ ਇਹ ਪ੍ਰੈਸ਼ਰ ਤੇ ਆ ਗਿਆ ਦੁਨੀਆ ਤੇ, ਕਿਉਂਕਿ ਜਿਵੇਂ ਜਿਵੇਂ ਲੋਕ ਵੱਧ ਰਹੇ ਨੇ ਹੁਣ ਹਰ ਚੀਜ਼ ਮਹਿੰਗੀ ਹੋ ਰਹੀ ਹੈ ਤੇ ਇਹ ਪ੍ਰੈਸ਼ਰ ਤਾਂ ਦੁਨੀਆ ਤੇ ਆ ਗਿਆ। ਪਰ ਹੁਣ ਜਿਵੇਂ ਫਰਾਂਸ ਵਾਲੇ ਨੇ ਜਿਵੇਂ ਜਾਂ ਇਹ ਕਹਿੰਦੇ ਨੇ ਕਿ ਕਈ ਸਰਵਿਸਿਜ਼ ਜਿਹੜੀਆਂ ਨੇ ਇਹ ਮਿਲਣੀਆਂ ਚਾਹੀਦੀਆਂ ਨੇ, ਸਪੈਸ਼ਲੀ ਲੇਡੀਜ਼ ਨੂੰ ਜਿਨ੍ਹਾਂ ਦੇ ਬੱਚੇ ਪੈਦਾ ਹੋ ਰਹੇ ਨੇ, ਭਾਵੇਂ ਛੁੱਟੀ ਤੇ ਜਾਣ, ਭਾਵੇਂ ਉਹਨਾਂ ਨੂੰ ਕੋਈ ਪੈਸੇ ਵਗੈਰਾ ਦਿੱਤੇ ਜਾਣ, ਕਿਉਂਕਿ ਜਿੱਥੇ ਅੱਗੇ ਪਾਪੂਲੇਸ਼ਨ ਜੇ ਘੱਟ ਹੈ ਤੇ ਜਿਹੜੇ ਜਿਨ੍ਹਾਂ ਦੇ ਬੱਚੇ ਹੋ ਰਹੇ ਆ ਉਹਨਾਂ ਨੂੰ ਥੋੜ੍ਹੀਆਂ ਜਿਹੀਆਂ ਫੈਸਿਲਿਟੀਜ਼, ਥੋੜ੍ਹੀਆਂ ਅੱਡ ਸਰਵਿਸਿਜ਼ ਜਿਹੜੀਆਂ ਨੇ ਇਹ ਮਿਲਣੀਆਂ ਚਾਹੀਦੀਆਂ ਨੇ। ਤੇ ਜਿਵੇਂ ਕਦੇ ਆਪਣੀ ਜੈਂਡਰ ਰੇਸ਼ੋ ਦਾ ਫਰਕ ਪੈ ਜਾਂਦਾ, ਸਪੋਜ਼ ਫੀਮੇਲ ਦੀ ਰੇਸ਼ੋ ਘਟ ਰਹੀ ਹੈ ਹਾਂਜੀ ਤੇ ਫਿਰ ਗਵਰਨਮੈਂਟ ਵੱਲੋਂ ਇਹ ਰੂਲ ਹੁੰਦਾ ਹੈ ਕਿ ਜੇ ਕੋਈ ਲੇਡੀ ਦੇ ਫੀਮੇਲ ਬੋਰਨ ਹੁੰਦੀ ਹੈ ਤਾਂ ਉਹਨੂੰ ਗਵਰਨਮੈਂਟ ਜਿਹੜੀ ਹੈ ਫਾਈਨੈਂਸ਼ੀਅਲੀ ਹੈਲਪ ਕਰਦੀ ਹੈ। ਹਾਂਜੀ ਹਾਂਜੀ ਤੇ ਇੰਡੀਆ 'ਚ ਸੀਗਾ, ਹੁਣ ਨਹੀਂ ਹੈ। ਤਾਂ ਫਿਰ ਇੱਕ ਸੀਗਾ ਕਿ ਟੂਬੈਕਟਮੀ ਐਂਡ ਵੈਸੈਕਟਮੀ, ਜਦੋਂ ਕੋਈ ਸਟਰਲਾਈਜੇਸ਼ਨ ਸਰਜਰੀ ਕਰਾਉਂਦੇ ਆ ਤਾਂ ਉਹ ਫ੍ਰੀ ਕੀਤੀ ਜਾਂਦੀ ਸੀ, ਨਾਲ ਉਹਨਾਂ ਨੂੰ ਉਹ ਪੈਸੇ ਮਿਲਦੇ ਸੀ ਗਵਰਨਮੈਂਟ ਵੱਲੋਂ ਪ੍ਰੋਪਰ, ਇੰਨਾ ਫ੍ਰੀ ਕਿ ਪੇਸ਼ੈਂਟ ਨੂੰ ਫਿਰ ਸਰਜਰੀ ਤੋਂ ਬਾਅਦ ਘਰੇ ਵੀ ਛੱਡ ਕੇ ਆਉਣਾ, ਸਾਰਾ ਟੋਟਲ ਐਂਬੂਲੈਂਸ ਦੇ ਥਰੂ ਟੋਟਲੀ ਫ੍ਰੀ ਹੁੰਦਾ ਸੀਗਾ ਔਰ ਪੈਸੇ ਵੀ ਗਵਰਨਮੈਂਟ ਦਿੰਦੀ ਸੀ। ਮਤਲਬ ਜਸਟ ਟੂ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ ਵੀ ਚਲੋ ਤੁਹਾਨੂੰ ਪੈਸੇ ਵੀ ਮਿਲਣਗੇ, ਤੁਸੀਂ ਆਪਰੇਸ਼ਨ ਕਰਾਓ, ਇਹ ਕਰੋ ਉਹ ਕਰੋ, ਉਹ ਗਵਰਨਮੈਂਟ ਕਰਦੀ ਸੀਗੀ। ਹੁਣ ਮਤਲਬ ਇਹ ਹੈ ਕਿ ਵੈਸੈਕਟਮੀ ਐਂਡ ਟੂਬੈਕਟਮੀਜ਼ ਆਰ ਫ੍ਰੀ ਔਰ ਜਿਹੜੇ ਡਾਕਟਰਸ ਵੀ ਕਰਦੇ ਸੀਗੇ ਸਟਰਲਾਈਜੇਸ਼ਨ ਸਰਜਰੀਜ਼, ਜਿਹੜਾ ਡਾਕਟਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਸਰਜਰੀਜ਼ ਕਰਦਾ ਸੀ ਉਹਨੂੰ ਆਨਰ ਕੀਤਾ ਜਾਂਦਾ ਸੀਗਾ। ਜਾਂ ਤੇ ਡਿਸਟ੍ਰਿਕਟ ਫੈਮਿਲੀ ਪਲੈਨਿੰਗ ਆਫਿਸਰਸ ਜਿਹੜੇ ਸਪੈਸ਼ਲ ਬਣਾਏ ਹੋਏ ਆ, ਫੈਮਿਲੀ ਪਲੈਨਿੰਗ ਵਿੰਗਸ ਅਲੱਗ ਬਣੇ ਹੋਏ ਆ ਹਰੇਕ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ, ਤਾਂ ਜਿਹੜਾ ਡਾਕਟਰ ਉਹਨੂੰ ਕਰਦਾ ਉਹਨੂੰ ਪ੍ਰਮੋਟ ਕੀਤਾ ਜਾਂਦਾ ਸੀ, ਉਹਦੀ ਪ੍ਰਮੋਸ਼ਨ ਵੀ ਜਲਦੀ ਹੁੰਦੀ ਸੀਗੀ। ਤਾਂ ਨੈਚੁਰਲੀ ਜੇ ਡਾਕਟਰ ਨੂੰ ਇਹ ਹੋਊਗਾ ਕਿ ਪ੍ਰਮੋਸ਼ਨ ਮੇਰੀ ਹੋਏਗੀ ਔਰ ਮੈਨੂੰ ਇੱਕ ਵੱਧ ਰੈਂਕ ਮਿਲੇਗਾ, ਤਾਂ ਉਹ ਆਪਣੇ ਸਟਾਫ ਦੇ ਥਰੂ ਲੋਕਾਂ ਨੂੰ ਕਨਵਿੰਸ ਕਰੂ ਕਿ ਤੁਸੀਂ ਇਹ ਸਰਜਰੀ ਕਰਵਾਓ। ਬਿਲਕੁਲ ਇਹ ਹਲੇ ਚੱਲ ਰਿਹਾ, ਉੱਥੇ ਹਲੇ ਵੀ ਚੱਲ ਰਿਹਾ ਇਨ ਸਪਾਈਟ ਆਫ ਆਲ ਦੀਜ਼। ਫੇਰ ਵੀ ਦੇਖ ਲਓ ਇੰਡੀਆ ਦੀ ਪਾਪੂਲੇਸ਼ਨ ਨੰਬਰ 1 ਇਨ ਦਾ ਵਰਲਡ ਆ ਰਹੀ ਹੈ। ਹਾਂਜੀ ਹੁਣ ਕਿ ਦੇਖੋ ਇਹ ਆਪਣੀ ਪਾਪੂਲੇਸ਼ਨ ਜਿਹੜੀ ਹੈ ਇਹ ਕਿੱਥੇ ਵੱਧ ਰਹੀ ਹੈ। ਹੁਣ 8 ਕੰਟਰੀਜ਼ ਉਹਨਾਂ ਨੇ ਕਿਹਾ ਜਿੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਵੱਧ ਜਾਏਗੀ। ਹੁਣ ਇਹ ਜਿਹੜੇ 8 ਕੰਟਰੀਜ਼ ਨੇ ਜਿੱਥੇ ਪਾਪੂਲੇਸ਼ਨ ਵੱਧ ਜਾਏਗੀ, ਹਾਂਜੀ ਇਹ ਹੁਣ ਸਭ ਤੋਂ ਜ਼ਿਆਦਾ ਉਹਨਾਂ ਨੇ ਕਿਹਾ ਕਿ ਇੰਡੀਆ ਦੇ ਵਿੱਚ ਨਾਈਜੀਰੀਆ, ਪਾਕਿਸਤਾਨ, ਇਥੋਪੀਆ, ਫਿਲੀਪਾਈਨਸ, ਇਜਿਪਟ, ਟੈਂਜ਼ਾਨੀਆ, ਇਹਨਾਂ ਸਾਰਿਆਂ ਕੰਟਰੀਜ਼ ਦੇ ਵਿੱਚ ਪਾਪੂਲੇਸ਼ਨ ਸਭ ਤੋਂ ਜ਼ਿਆਦਾ ਵਧੇਗੀ। ਹਾਂਜੀ ਤੇ ਇੰਡੀਆ ਜਿਹੜਾ ਇਹ ਹੁਣ ਅੱਜ ਦੀ ਤਰੀਕ ਤੇ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਜਿਹੜੀ ਹੈ ਇਹ ਆਪਣੇ ਇੰਡੀਆ ਦੀ पहुंच गई है। हाँ जी कॉल लिए रेडियो इंडिया। हाय हेलो रानी जी, कैसी हैं आप? बिल्कुल ठीक है साहब, मैं सबा बात कर रही हूँ। हाय सबा, हाउ आर यू? गुड, थैंक यू सो मच। मैं ਤੁਹਾਡੇ ਨਾਲ ਇੱਕ ਬੜੀ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ, ਇੰਟਰਸਟਿੰਗ ਇਨਫੋਰਮੇਸ਼ਨ। ਹਾਂਜੀ ਜਿਵੇਂ ਤੁਸੀਂ ਹੁਣ ਪਾਪੂਲੇਸ਼ਨ ਦੀ ਗੱਲ ਕਰ ਰਹੇ ਹੋ ਤੇ ਮੈਂ ਹੁਣ ਪਿਛਲੇ ਕੁਝ ਦਿਨ ਪਹਿਲੇ ਮੈਂ ਪੜ੍ਹ ਰਹੀ ਸੀ ਨਾਈਜੀਰੀਆ ਦਾ, ਜਿਵੇਂ ਤੁਸੀਂ ਜ਼ਿਕਰ ਕੀਤਾ, ਨਾਈਜੀਰੀਆ ਦੇ ਵਿੱਚ ਇੱਕ ਟਾਊਨ ਸਿਟੀ ਹੈ ਇਗੋਓਰਾ, IGBOORA, ਲੇਕਿਨ ਇਹਨੂੰ ਅਸੀਂ ਪੜ੍ਹਦੇ ਹਾਂ ਇਗੋਓਰਾ। ਹਾਂਜੀ ਹਾਂਜੀ ਹਾਂਜੀ। ਇਹਦੇ ਵਿੱਚ ਕਹਿੰਦੇ ਨੇ ਕਿ ਟੋਟਲ ਜਿਹੜੀ ਪਾਪੂਲੇਸ਼ਨ ਹੈ ਉਹ 72,207 ਪੀਪਲ ਨੇ ਅਕੋਰਡਿੰਗ ਟੂ 2017 ਦੀ ਉਹਦੇ ਮੈਜਰਮੈਂਟਸ ਦੇ ਹਿਸਾਬ ਨਾਲ, ਐਸਟੀਮੇਟ ਦੇ ਹਿਸਾਬ ਨਾਲ।
ਤੇ ਇਹਦੇ ਵਿੱਚ ਕਹਿੰਦੇ ਨੇ ਕਿ more than 1000 pair of twins ਨੇ। twins okay ਜੀ ਤੇ ਇਹਨੂੰ ਟਾਊਨ ਆਫ ਟਵਿਨਸ ਵੀ ਕਿਹਾ ਜਾਂਦਾ। ਓਕੇ ਕਹਿੰਦੇ ਆਈ ਡੋਂਟ ਨੋ, ਇਹ ਤੇ ਕਹਿੰਦੇ ਕੋਈ ਕੁਦਰਤ ਦਾ ਹੀ ਕੋਈ ਕ੍ਰਿਸ਼ਮਾ ਹੈ, ਲੇਕਿਨ ਹਰ ਘਰ ਦੇ ਵਿੱਚ ਯਾਨੀ ਤੁਹਾਨੂੰ ਕਹਿੰਦੇ ਇੱਕ ਟਵਿਨਸ ਜਿਹੜਾ ਨਾ ਉਹ ਮਿਲੇਗਾ। ਤੇ ਤੁਹਾਨੂੰ ਐਵੇਂ ਲੱਗੇਗਾ ਕਿ ਹਰ ਇਸ ਸਿਟੀ ਦੇ ਵਿੱਚ ਹਰ ਬੰਦਾ ਜਿਹੜਾ ਨਾ ਉਹ ਡਬਲ ਹੈ, ਉਹਦੀ ਇੱਕ ਕਾਪੀ, ਉਹਦੇ ਨਾਲ ਇੱਕ ਕਾਪੀ ਹੈ। ਹਾਂਜੀ ਹਾਂਜੀ, ਤੇ ਇਹਨੂੰ ਟਾਊਨ ਆਫ ਟਵਿਨਸ ਵੀ ਕਿਹਾ ਜਾਂਦਾ। ਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਹਾਂਜੀ, ਤੇ ਕਹਿੰਦੇ ਇੱਥੇ ਤੁਸੀਂ ਜਾਓਗੇ ਤੇ ਤੁਹਾਨੂੰ ਐਵੇਂ ਲੱਗੇਗਾ ਕਿ ਹਰ ਇੱਕ ਜਿਹੜਾ ਇਨਸਾਨ ਹੈ ਨਾ ਉਹਦੀਆਂ ਦੋ ਕਾਪੀਆਂ ਫੇਰ ਰਹੀਆਂ ਨੇ। ਕਈ ਟਵਿਨਸ ਇੱਕੋ ਜਿਹੇ ਹੁੰਦੇ ਨੇ, ਕਈ ਨਹੀਂ ਹੁੰਦੇ ਇੱਕੋ ਜਿਹੇ। ਉਹ ਇੱਕੋ ਜਿਹੇ ਹੁੰਦੇ ਆ, ਦੋ ਤਰ੍ਹਾਂ ਦੇ ਹੁੰਦੇ ਆ, ਆਈਡੈਂਟੀਕਲ ਐਂਡ ਅਨਆਈਡੈਂਟੀਕਲ। ਜਿਹੜੇ ਆਈਡੈਂਟੀਕਲ ਹੁੰਦੇ ਆ ਉਹ ਇੱਕੋ ਜਿਹੇ ਹੁੰਦੇ ਆ, ਜਿਹੜੇ ਅਨਆਈਡੈਂਟੀਕਲ ਹੁੰਦੇ ਆ ਉਹ ਇੱਕੋ ਜਿਹੇ ਨਹੀਂ ਹੁੰਦੇ। ਹੁਣ ਜਿਵੇਂ ਚਾਈਨਾ 'ਚ ਉਹਨਾਂ ਨੇ ਕਿਹਾ 1 ਚਾਈਲਡ ਪਾਲਿਸੀ, ਜੇ ਹੁਣ ਅਗਲਾ ਪ੍ਰੈਗਨੈਂਟ ਹੋਇਆ ਉਹਦੇ ਆਲਰੇਡੀ ਟਵਿਨਸ ਹੋਣ, ਫਿਰ ਉਹ ਕੀ ਕਰਨਗੇ? ਫਿਰ ਤਾਂ 2 ਬੱਚੇ ਹੋ ਗਏ ਉਹਨਾਂ ਦੇ, ਹੈ ਨਾ? ਅਟੈਂਪਟ ਸ਼ੁਡ ਬੀ 1, ਉਹਨਾਂ ਦਾ ਮਤਲਬ ਇਹ ਹੈ ਕਹਿਣ ਦਾ। ਜੇ ਟਵਿਨਸ ਐ ਇਟਸ ਓਕੇ, ਹਾਂ ਫਿਰ ਨਹੀਂ ਉਹ ਕਰਦੇ ਆ। ਹਾਂਜੀ ਹਾਂਜੀ, ਸੋ ਦੈਟਸ ਰੀਅਲੀ ਗੁੱਡ ਇਨਫੋਰਮੇਸ਼ਨ ਸਾਬਾ। ਹਾਂ, ਸੋ ਹੁਣ ਜਿਵੇਂ ਕਹਿ ਰਹੇ ਨੇ ਕਿ ਆਪਣੇ ਜਿਹੜੇ 7-8 ਕੰਟਰੀਜ਼ ਇਹਨਾਂ ਨੇ ਦੱਸੇ ਨੇ ਕਿ ਪਰ ਸਭ ਤੋਂ ਜ਼ਿਆਦਾ ਕਹਿੰਦੇ ਮੁਸਲਿਮ ਕਮਿਊਨਿਟੀ ਦੇ ਸਭ ਤੋਂ ਜ਼ਿਆਦਾ ਬੱਚੇ ਹੋ ਜਾਣਗੇ 2050 ਤੋਂ ਬਾਅਦ। ਹਾਂਜੀ, ਤੇ ਜਿਹੜੇ ਹੁਣ ਨੰਬਰ 1 ਸੀਗੇ ਕ੍ਰਿਸਚੀਅਨਸ, ਉਹਨਾਂ ਦੀ ਘਟ ਜਾਏਗੀ। ਹਾਂਜੀ, ਕ੍ਰਿਸਚੀਅਨਿਟੀ ਘਟ ਜਾਏਗੀ ਤੇ ਮੁਸਲਿਮ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਹੋ ਜਾਣਗੇ ਕਹਿੰਦੇ। ਵੈਸੇ ਮੈਂ ਇਹ ਸੁਣਿਆ, ਬਾਕੀ ਸਭਾਂ ਨੂੰ ਜ਼ਿਆਦਾ ਪਤਾ ਹੋਣਾ ਹੈ ਨਾ ਤੁਹਾਨੂੰ, ਕਿ ਮੁਸਲਿਮਸ ਦੇ ਵਿੱਚ ਕੰਟਰਾਸੈਪਸ਼ਨ ਵਗੈਰਾ ਮੈਥਡਸ, ਫੈਮਿਲੀ ਪਲੈਨਿੰਗ ਮੈਥਡਸ ਨਹੀਂ ਯੂਜ਼ ਕਰਦੇ, ਹੈ ਨਾ? ਕਰਦੇ ਨਹੀਂ, ਅੱਜ ਕੱਲ ਤੇ ਕਾਫੀ ਕਰ ਰਹੇ ਨੇ, ਲੇਕਿਨ ਇਹ ਕਿਹਾ ਜਾਂਦਾ ਹੈ ਕਿ ਯਾਨੀ ਉਹਨਾਂ ਦਾ ਇਹ ਬਿਲੀਵ ਹੁੰਦਾ ਹੈ ਕਿ ਜਿਹੜਾ ਤੁਸੀਂ ਜਿਹੜੇ ਪੇਰੈਂਟਸ ਨੇ ਉਹਨਾਂ ਦਾ ਇੱਕ ਹੱਦ ਤੱਕ ਰੋਲ ਹੁੰਦਾ ਹੈ ਆਪਣੇ ਬੱਚਿਆਂ ਨੂੰ ਗਰੋਨ ਅਪ ਕਰਨ ਵਾਸਤੇ, ਰੇਜ਼ ਅਪ ਕਰਨ ਵਾਸਤੇ। ਬਾਕੀ ਜਿਹੜਾ ਮੋਸਟ ਆਫ ਦਾ ਪਾਰਟ ਆ ਉਹ ਨੇਚਰ, ਜਿਹੜਾ ਗੋਡ ਜਿਹਨੇ ਤੁਹਾਨੂੰ ਦਿੱਤਾ ਉਹ ਕਰਦਾ। ਉਹਨਾਂ ਦਾ ਇਹ ਬਿਲੀਵ ਹੈ ਕਿ ਤੁਸੀਂ ਇਹ ਸਮਝਦੇ ਹੋ ਕਿ ਜੀ ਜੇ ਤੁਹਾਡੇ 2 ਬੱਚੇ ਨੇ ਤੇ ਤੁਸੀਂ ਐਕਚੁਅਲੀ ਇਹ ਖੌਫ ਨਾਲ ਨਹੀਂ ਕਰ ਰਹੇ ਕਿ ਤੁਸੀਂ ਉਹਨਾਂ ਨੂੰ ਪੜ੍ਹਾ ਨਹੀਂ ਸਕੋਗੇ, ਖਿਲਾ ਨਹੀਂ ਸਕੋਗੇ। ਤੇ ਉਹਨਾਂ ਦਾ ਬਿਲੀਵ ਇਹ ਹੁੰਦਾ ਹੈ ਕਿ ਇਹ ਚੀਜ਼ ਤੁਸੀਂ ਨਹੀਂ ਕਰੋਗੇ, ਇਹ ਰੱਬ ਜਿਹੜਾ ਉਹ ਕਰਦਾ ਹੁੰਦਾ। ਜਿਵੇਂ ਕਹਿੰਦੇ ਹੁੰਦੇ ਆ ਉਹਨਾਂ ਦਾ ਲਿਖਿਆ ਜਾਂਦਾ, ਜਿਵੇਂ ਰੱਬ ਭੇਜਦਾ ਕਹਿੰਦੇ ਦੁਨੀਆ ਤੇ ਉਹਦਾ ਖਾਣਾ, ਉਹਦੇ ਜ਼ਿੰਦਗੀ ਦੇ ਸਾਹ ਕਿੰਨੇ ਲੈਣੇ, ਉਹ ਨਹੀਂ ਪਹਿਲੇ ਡਿਸਾਈਡ ਕਰਕੇ ਭੇਜਦਾ ਦੁਨੀਆ ਤੇ। ਤੇ ਉਹ ਕਹਿੰਦਾ ਤੁਹਾਨੂੰ ਉਹਨੇ ਰੋਲ ਦਿੱਤਾ ਹੈ ਕਿ ਬਸ ਤੁਸੀਂ ਉਹਨਾਂ ਦੀ ਕੇਅਰ ਕਰੋ ਔਰ ਬਿਲੀਵ ਉਹਦੇ ਤੇ ਰੱਖੋ। ਤੇ ਇਹ ਉਹਨਾਂ ਦਾ ਬਿਲੀਵ ਹੈ ਜਿਹਦੀ ਵਜ੍ਹਾ ਤੋਂ ਉਹ ਨਹੀਂ ਕੇਅਰ ਕਰਦੇ, ਲੇਕਿਨ ਅੱਜ ਕੱਲ ਤੇ ਕਰ ਰਹੇ ਨੇ। ਮੈਂ ਦੇਖਿਆ ਕਿ 2-3 ਤੋਂ ਬਾਅਦ ਮਾਵਾਂ ਦੀਆਂ ਬਸ ਹੋ ਜਾਂਦੀ, ਉਹਦੇ ਵਿਚਾਰੇ ਉਹਨਾਂ ਨੂੰ ਟੇਕ ਕੇਅਰ ਕਰਨਾ ਅੱਜ ਕੱਲ ਬੜਾ ਮੁਸ਼ਕਿਲ ਹੈ ਬੱਚਿਆਂ ਨੂੰ। ਹਾਂਜੀ, ਕਈ ਕੰਟਰਾਸੈਪਟਿਵ ਮੈਥਡਸ ਜਿਹੜੇ ਦੱਸ ਰਹੇ ਨੇ ਕਿ ਤੁਸੀਂ ਯੂਜ਼ ਕਰੋ, ਫੈਮਿਲੀ ਪਲੈਨਿੰਗ ਤੁਸੀਂ ਆਪਣੀ ਕਰੋ। ਹਾਂਜੀ, ਇੱਕ ਕੁਐਸਚਨ ਤੁਹਾਡੇ ਲਈ ਹੋਰ ਆ ਸਹਿਵਾ, ਆਪਣਾ ਜਿਹੜੇ ਸਾਡੇ ਲਾਸਟ ਪਹਿਲੇ ਤੁਹਾਡੇ ਤੋਂ ਕਾਲਰ ਸੀ ਨਾ, ਉਹਨਾਂ ਨੇ ਕੁਐਸਚਨ ਕੀਤਾ ਕਿ ਜਿਵੇਂ ਸਿੱਖੀਜ਼ਮ ਦੇ ਵਿੱਚ ਇੱਕ ਫੀਮੇਲ ਹੈ, ਇੱਕ ਮੇਲ ਹੈ, ਅਸੀਂ ਕੌਰ ਜਾਂ ਸਿੰਘ ਲਿਖਦੇ ਆ। ਹਾਂਜੀ, ਤੇ ਪਰ ਇਹ ਅੱਜ ਕੱਲ ਹੁਣ ਕਾਫੀ ਬਦਲ ਗਿਆ। ਉਹ ਤੁਹਾਨੂੰ ਪੁੱਛਣ ਲੱਗ ਗਏ ਨੇ, ਕੋਈ ਤੁਸੀਂ ਪੇਪਰ ਵਰਕ ਕਰਨਾ ਕਿ ਤੁਸੀਂ ਪਹਿਲੇ ਹੀ ਸੀ, ਸ਼ੀ ਸੀ, ਹੁਣ ਕੀ ਹੋ। ਸੋ ਇਹ ਕੁਐਸਚਨਸ ਕੀ ਤੁਹਾਡੀ ਕਮਿਊਨਿਟੀ ਦੇ ਵਿੱਚ ਇਹਦੇ ਬਾਰੇ ਕੋਈ ਹੈਗਾ ਕਿ ਕੋਈ ਡੂ ਦੇ ਮਾਈਂਡ ਵੀ ਤੁਸੀਂ ਹੀ ਸ਼ੀ ਬਾਰੇ ਪੁੱਛੋ ਜਾਂ ਨਾ ਪੁੱਛੋ? ਨਹੀਂ, ਸਾਡੀ ਕਮਿਊਨਿਟੀ ਚ ਮੈਂ ਨਹੀਂ ਸਮਝਦੀ ਕਿ ਇਹ ਪੁੱਛਿਆ ਜਾਂਦਾ। ਨਹੀਂ, ਹੁਣ ਪਰ ਇੱਥੇ ਸ਼ੁਰੂ ਕਰ ਰਹੇ ਨੇ, ਲੇਕਿਨ ਬਹੁਤ ਘੱਟ। ਹਾਂਜੀ, ਘੱਟ ਕਨਸੈਪਟ ਹੈ। ਹਾਂਜੀ, ਬਹੁਤ ਘੱਟ। ਮਤਲਬ ਕਿ ਆਪਣੇ ਜਿਹੜੇ ਲੋਕ ਹੈ ਨਾ, ਚਾਹੇ ਉਹ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਿਮ ਹੈ, ਆਪਣੀ ਜਿਹੜੀ ਸੋਚ ਹੈ, ਫੰਡਾ ਉਹ ਸੇਮ ਹੈ। ਅਸੀਂ ਇਹ ਚੀਜ਼ ਨੂੰ ਪਸੰਦ ਨਹੀਂ ਕਰਦੇ। ਹਾਂਜੀ, ਬਈ ਜੇ ਹੀ ਹੈ ਤਾਂ ਹੀ, ਸ਼ੀ ਹੈ ਤਾਂ ਸ਼ੀ। ਅਸੀਂ ਇਹ ਨਹੀਂ ਕਹਿੰਦੇ, ਸਾਨੂੰ ਇਹ ਜਿਹੜੀਆਂ ਚੀਜ਼ਾਂ ਉਹ ਕਹਿੰਦੇ ਕਿ ਸੈਕਸ ਚੇਂਜ ਕਰੋ, ਵੀ ਡੋਂਟ ਲਾਈਕ ਇਟ। ਹਾਂਜੀ, ਸਾਡੇ ਰਿਲੀਜਨ ਚ ਵੀ ਦੱਸਿਆ ਗਿਆ ਹੈ ਕਿ ਜਿਹੜੇ ਹੀ ਨੇ ਉਹ ਆਪਣਾ ਗੈਟਅਪ ਹੀ ਵਾਲਾ ਹੀ ਰੱਖਣ, ਜੇ ਉਹ ਹੀ ਵਾਲਾ ਨਹੀਂ ਰੱਖ ਸਕਦੇ। ਤੇ ਜਿਹੜਾ ਹੀ ਹੈ ਉਹ ਉਹਦਾ ਹੀ ਵਾਲਾ ਹੋਣਾ ਚਾਹੀਦਾ। ਜੇ ਉਹ ਕਰੇਗਾ ਤੇ ਸਾਡੇ ਇਹਨੂੰ ਪਾਪ ਗਿਣਿਆ ਜਾਂਦਾ। ਤੁਸੀਂ ਜਿਹੜਾ ਤੁਹਾਨੂੰ ਰੱਬ ਨੇ ਬਣਾਇਆ ਉਹ ਜੀ ਤੁਸੀਂ ਚੇਂਜ ਕਰੋ ਅਕੋਰਡਿੰਗ ਟੂ ਆਵਰ ਰਿਲੀਜਨ। ਹਿੰਦੂ ਐਂਡ ਸਿੱਖ ਰਿਲੀਜਨ ਚ ਵੀ ਸਭ ਸੇਮ ਹੈ, ਇਟਸ ਸੇਮ। ਉਹ ਕਹਿੰਦੇ ਜੋ ਤੁਹਾਨੂੰ ਰੱਬ ਨੇ ਬਣਾਇਆ ਤੁਸੀਂ ਉਹਦੇ ਤੇ ਹੀ ਕਾਇਮ ਰਹੋ, ਤੁਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ।
ਹਾਂ ਜਿਹੜੇ ਟਰਾਂਸਜੈਂਡਰ ਨੇ ਉਹ ਕਾਫੀ ਹੁੰਦੇ ਨੇ, ਕੁਛ ਉਹ ਸ਼ੀ ਬਣ ਜਾਂਦੇ ਨੇ, ਕੁਛ ਸ਼ੀ ਬਣ ਜਾਂਦੇ ਨੇ, ਲੇਕਿਨ ਉਹ ਮਾਈਨੋਰਿਟੀ ਚ ਆਉਂਦੇ ਚਾਹੇ ਤੇ, ਲੇਕਿਨ ਹੈ ਕਿ ਬਾਕੀ ਸਾਡੇ ਦੇ ਵਿੱਚ ਕਮਿਊਨਿਟੀ ਦੇ ਵਿੱਚ ਐਸਾ ਕੋਈ ਹੈ ਨਹੀਂ। ਹਾਂਜੀ, ਪਰ ਜੇ ਇੱਥੇ ਹੁਣ ਆਲਰੇਡੀ ਜੇ ਇਹ ਸ਼ੁਰੂ ਕਰ ਰਹੇ ਨੇ, ਤੁਸੀਂ ਆਪਣਾ ਜਿਹੜਾ ਕੋਈ ਗਵਰਨਮੈਂਟ ਦਾ ਪੇਪਰ ਵਰਕ ਕਰਨਾ ਹੈ ਤੇ ਕੀ ਅਸੀਂ ਉਹਨਾਂ ਨੂੰ ਸਟਾਪ ਨਹੀਂ ਕਰ ਸਕਦੇ ਵੀ? ਬਿਲਕੁਲ ਬਿਲਕੁਲ, ਇਸ ਤੇ ਹੁਣ ਦੱਸਿਆ ਜਾ ਰਿਹਾ ਨਾ, ਹੁਣ ਜਿਵੇਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਦੱਸ ਰਹੇ ਨੇ ਕਿ ਵੀ ਇਟਸ ਓਕੇ, ਤੁਸੀਂ ਹੀ ਨਾਲ ਵੀ ਸ਼ਾਦੀ ਕਰ ਸਕਦੇ ਹੋ, ਤੁਸੀਂ ਜੇ ਯਾਨੀ ਲੈਸਬੀਅਨ ਗੇ, ਇਹ ਸਾਰਾ ਕੁਛ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ। ਇਹਦੇ ਖਿਲਾਫ ਬਹੁਤ ਯਾਨੀ ਕਮਿਊਨਿਟੀ ਸਾਡੀ ਜਿਹੜੀ ਆਵਾਜ਼ ਚੁੱਕ ਰਹੀ ਹੈ, ਪ੍ਰੋਟੈਸਟ ਵੀ ਕੀਤੇ ਨੇ ਉਹਨਾਂ ਨੇ ਯਾਨੀ ਜਿਹੜਾ ਕੋਟੇਸ਼ਨ ਵਗੈਰਾ ਭੇਜਦੇ ਨੇ WhatsApp ਤੇ ਸੋਸ਼ਲ ਮੀਡੀਆ 'ਚ, ਉਹਦੇ ਖਿਲਾਫ ਸਿਗਨੇਚਰਸ ਲੈ ਰਹੇ ਨੇ, ਇਹਦੇ ਖਿਲਾਫ ਉੱਠ ਰਹੇ ਨੇ ਕਿ ਬਈ ਤੁਸੀਂ ਬੱਚਿਆਂ ਨੂੰ ਇਸ ਚੀਜ਼ ਤੋਂ ਦੂਰ ਰੱਖੋ। ਉਹ ਹਲੇ ਬੱਚੇ ਨੇ, ਖਸੂਸਨ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਤੇ ਬਿਲਕੁਲ ਇਸ ਚੀਜ਼ ਦੇ ਬਾਰੇ ਹਲੇ ਨਾ ਦੱਸੋ। ਬਿਲਕੁਲ ਉਹਨਾਂ ਦੇ ਬ੍ਰੇਨ ਜਿਹੜੇ ਨੇ ਉਹ ਸਾਫ਼ ਹੁੰਦੇ ਨੇ, ਉਸ ਵੇਲੇ ਇਹਨਾਂ ਨੂੰ ਸੈਕਸੁਅਲ ਇੰਨੀਆਂ ਚੀਜ਼ਾਂ ਵੱਲ ਨਾ ਲਿਆਇਆ ਜਾਏ। ਤੇ ਇਹਦੇ ਖਿਲਾਫ ਬੋਲ ਰਹੇ ਨੇ, ਸਾਡੀ ਕਮਿਊਨਿਟੀ ਦੇ ਵਿੱਚ ਕਾਫੀ ਆਵਾਜ਼ ਚੁੱਕ ਰਹੇ। ਹਾਂਜੀ, ਨਹੀਂ ਥੈਂਕ ਯੂ, ਚੁੱਕਣੀ ਵੀ ਚਾਹੀਦੀ ਹੈ ਕਿਉਂਕਿ ਸਾਰੇ ਇਹ ਸੋਚ ਹੁੰਦੀ ਹੈ ਕਿ ਅਸੀਂ ਇਹਦੇ ਬਿਲਕੁਲ ਖਿਲਾਫ ਹਾਂ ਅਸੀਂ ਲੋਕ, ਤੇ ਸਾਨੂੰ ਅੱਗੇ ਆਉਣਾ ਚਾਹੀਦਾ, ਪ੍ਰੋਟੈਸਟ ਕਰਨੇ ਚਾਹੀਦੇ ਕਿ ਸਾਡੇ ਬੱਚਿਆਂ ਦੀ ਸਾਈਕੀ ਨਾ ਖਰਾਬ ਕੀਤੀ ਜਾਏ। ਹਾਂਜੀ, ਬੱਚੇ ਸਾਈਕੋਲੋਜੀਕਲੀ ਹਿਲ ਜਾਂਦੇ ਆ। ਬਿਲਕੁਲ, ਨਾਲੇ ਛੋਟੇ ਬੱਚੇ ਨੇ, ਵੈਸੇ ਦੇਖਿਆ ਜਾਏ ਮਾਂ ਪਿਓ ਪੜ੍ਹਨ ਲਈ ਭੇਜਦੇ ਨੇ, ਤੁਸੀਂ ਪੜ੍ਹਾਓ ਲਿਖਾਓ, ਐਂਡ ਦੈਟਸ ਇਟ। ਦੂਜੇ ਪਾਸੇ ਇਹਨਾਂ ਦਾ ਧਿਆਨ ਕਰਨ ਦੀ ਲੋੜ ਹੀ ਨਹੀਂ ਹੈਗੀ, ਇਹ ਪੇਰੈਂਟਸ ਦੀ ਜੌਬ ਹੈ। ਹਾਂਜੀ, ਬਿਲਕੁਲ ਸਾਰਾ ਬੈਨੀਫਿਟ ਕੀ ਹੈ ਇਹਦਾ? ਜੀ ਹਾਂਜੀ, ਇਹ ਮੈਨੂੰ ਵੀ ਨਹੀਂ ਸਮਝ ਆਉਂਦੀ ਕਿ ਇਹਦਾ ਬੈਨੀਫਿਟ ਕੀ ਹੈ, ਮੈਨੂੰ ਨਹੀਂ ਸਮਝ ਆਈ ਵੀ ਇਹਦਾ ਮਤਲਬ ਜੇ ਗਵਰਨਮੈਂਟ ਇਹਨੂੰ ਪ੍ਰਮੋਟ ਕਰ ਰਹੀ ਹੈ, ਮਤਲਬ ਅਕਸਰ ਤਾਂ ਗਵਰਨਮੈਂਟ ਉਸੇ ਚੀਜ਼ ਨੂੰ ਪ੍ਰਮੋਟ ਕਰਦੀ ਹੈ ਨਾ ਜਿਹਦਾ ਕੋਈ ਬੈਨੀਫਿਟ ਹੁੰਦਾ। ਇਹਦਾ ਬੈਨੀਫਿਟ ਕੀ ਹੈ, ਮੈਂ ਸਮਝੀ ਨਹੀਂ ਹਲੇ ਤੱਕ। ਜੀ ਜੀ ਬਿਲਕੁਲ ਨਹੀਂ, ਹੁਣ ਜਿਵੇਂ ਸੌਰੀ ਜੀ ਬੋਲੋ ਤੁਸੀਂ। ਕੋਈ ਨਹੀਂ, ਠੀਕ ਹੈ। ਹਾਂਜੀ, ਮੈਂ ਇਹੀ ਕਹਿ ਰਹੀ ਸੀ ਕਿ ਬੈਨੀਫਿਟ ਵੀ ਇਹਦਾ ਕੋਈ ਨਹੀਂ ਹੈ, ਤੇ ਦੂਸਰਾ ਇਹਨੂੰ ਥੋੜਾ ਜਿਹਾ ਆਜ਼ਾਦ ਖਿਆਲੀ ਦਾ ਇੱਕ ਨਾਮ ਦਿੱਤਾ ਜਾ ਰਿਹਾ ਹੈ ਕਿ ਵੀ ਜੋ ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਤੇ ਅਕੋਰਡਿੰਗ ਟੂ ਮੀ, ਜੇ ਮੇਰੀ ਪਰਸਨਲ ਥਿੰਕਿੰਗ ਹੈ, ਹਰ ਕਿਸੇ ਦੀ ਆਪਣੀ ਪਰਸਨਲ ਥਿੰਕਿੰਗ ਹੈ, ਤੁਸੀਂ ਕੁਝ ਵੀ ਕਰ ਸਕਦੇ ਹੋ, ਲੇਕਿਨ ਮੈਂ ਇਸ ਚੀਜ਼ ਨੂੰ ਪਸੰਦ ਨਹੀਂ ਕਰਦੀ ਪਰਸਨਲੀ ਕਿ ਜੇ ਤੁਸੀਂ ਜਿਹੜੀ ਤੁਹਾਨੂੰ ਸੈਕਸ ਅੱਲਾ ਗੋਡ ਨੇ ਦੇ ਦਿੱਤੀ ਹੈ, ਰੱਬ ਨੇ, ਪ੍ਰਮਾਤਮਾ ਨੇ, ਜੋ ਵੀ, ਤੁਸੀਂ ਉਹ ਇੱਕ ਰੂਲਸ ਵੀ ਤੁਹਾਨੂੰ ਦੱਸ ਦਿੱਤੇ ਨੇ, ਜਿਵੇਂ ਸਿੱਖੀ ਦੇ ਵਿੱਚ ਵੀ, ਹਿੰਦੂਇਜ਼ਮ ਚ ਵੀ, ਸਾਡੇ ਰਿਲੀਜਨ ਚ ਵੀ, ਇਵਨ ਕਿ ਕ੍ਰਿਸਚੈਨਿਟੀ ਚ ਵੀ ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਮੇਲ ਐਂਡ ਫੀਮੇਲ ਜਿਹੜੀ ਹੈ ਮੈਰਿਜ ਕਨਸੈਪਟ ਹੈ, ਤੇ ਇਹਨੂੰ ਤੁਸੀਂ ਚੇਂਜ ਚਲੋ ਕਰ ਸਕਦੇ ਆਪਣੀ ਕੰਟਰੀ ਚ, ਲੇਕਿਨ ਇਹਨੂੰ ਪ੍ਰਮੋਟ ਨਾ ਕਰੋ। ਜਿਹਦਾ ਦਿਲ ਕਰ ਰਿਹਾ ਉਹ ਕਰੇ, ਲੇਕਿਨ ਇਹਨੂੰ ਗਵਰਨਮੈਂਟ ਲੈਵਲ ਤੇ ਪ੍ਰਮੋਟ ਨਹੀਂ ਕਰਨਾ ਚਾਹੀਦਾ। ਹਾਂਜੀ ਹਾਂਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ ਸੋ ਮਚ। ਥੈਂਕ ਯੂ। Radio India, hello, एक साढ़े कॉलर होल्ड में। Radio India, I think. Hello, हाँ जी. Can you hear me? हाँ जी, now I can hear you. You know, I agree. I respect everybody. ਸਾਰੇ ਲੋਕਾਂ ਦੇ ਆਪਣੇ ਆਪਣੇ ਖਿਆਲ ਹੈ, ਸਾਰਿਆਂ ਦਾ ਯੂ نو ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਡੇ ਰਿਲੀਜਨ ਵਿੱਚ ਥਿੰਗਸ ਹੈਗੇ। ਮੈਂ ਪਰਸਨਲੀ ਇਸ ਨੂੰ ਸੋਚਿਆ ਕਿ ਜਿਹੜੇ ਪੇਰੈਂਟਸ ਜਿਹੜੇ ਲੋਕੀ ਸਕੂਲ ਜਾ ਰਹੇ ਆ ਨਾ, ਉਹਨਾਂ ਦੇ ਨਾਲ ਵੀ ਕਨਵਰਸੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਕਿੰਨੇ ਬੱਚਿਆਂ ਦੇ ਸਕੂਲ ਵਿੱਚ few children I come across as well ਜਿਨ੍ਹਾਂ ਦੇ ਪੇਰੈਂਟਸ went through such a tough time ਕਿਉਂਕਿ ਉਹਨਾਂ ਦੇ ਬੱਚੇ was going through really rough time। ਜਿਸ ਤਰ੍ਹਾਂ ਮੁੰਡਾ ਸੀ ਉਹਨੇ ਕੁੜੀ ਬਣਨਾ ਸੀ, ਪਰ so many years they really struggled and depression ਹੋ ਗਿਆ, ਸਾਰਾ ਕੁਛ ਹੋ ਗਿਆ, ਕਿਉਂਕਿ everybody wants their ਬੱਚੇ normal ਹੋਣ, ਕੁਛ wrong ਨਾ ਹੋਵੇ। ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਪਰਸਨਲੀ ਲੋਕੀ ਥਰੂ ਇਹੋ ਜਿਹੇ ਇੰਸੀਡੈਂਟਸ ਵਿੱਚ ਜਾਂਦੇ ਆ, ਉਹਨਾਂ ਕੋਲੋਂ ਵੀ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਹਾਊ ਡੂ ਦੇ ਫੀਲ। ਪ੍ਰਮੋਟਿੰਗ ਡਿਪੈਂਡ ਕਰਦਾ ਤੁਸੀਂ ਗਵਰਨਮੈਂਟ ਦੀ ਥਿੰਗ ਨੂੰ ਕਿਸ ਤਰ੍ਹਾਂ ਸੋਚਦੇ ਹੋ। ਪ੍ਰਮੋਟਿੰਗ ਕਰ ਰਿਹਾ ਕਿ ਅਵੇਅਰਨੈਸ ਦੇ ਰਿਹਾ, ਕੀ ਕਰ ਰਿਹਾ। ਨੈਚੁਰਲੀ ਵੀ ਡੋਂਟ ਅਗਰੀ ਬਿਕੋਜ਼ ਦਿਸ ਇਜ਼ ਸਮਥਿੰਗ ਵੈਰੀ ਨਿਊ ਐਂਡ ਵੈਰੀ ਡੈਲੀਕੇਟ ਐਂਡ ਵੈਰੀ ਟੱਚਿੰਗ, ਹੈ ਨਾ। ਹਾਂਜੀ, ਜਿਸ ਤਰ੍ਹਾਂ ਨਾ ਸਾਡੇ ਕਿੰਨੇ ਸਾਲਾਂ ਤੋਂ ਕੁੜੀ ਨੂੰ ਮੁੰਡਾ ਪੈਦਾ ਹੋਣਾ ਹੀ ਚਾਹੀਦਾ ਸੀ, ਹੈ ਨਾ, ਸਤਪੁੱਤਰੀ ਹੋਣਾ ਚਾਹੀਦਾ। ਜਦੋਂ ਆਸ਼ੀਰਵਾਦ ਦਿੰਦੇ ਸਤਪੁੱਤਰੀ ਹੋਏ, ਸਤਪੁੱਤਰ ਹੋਣ ਲਈ ਛੁੱਟੀ
ਉਹ ਵੀ ਤੇ ਦੇਖੋ ਅਸੀਂ ਚੇਂਜ ਅਸੀਂ ਜਿਸ ਤਰ੍ਹਾਂ ਕਹਿੰਦੇ ਰੱਬ ਦੀ ਮਰਜ਼ੀ ਹੈ, ਰੱਬ ਦੀ ਵੀ ਥੋੜੀ ਬਹੁਤੀ ਮਰਜ਼ੀ, ਸਾਡੀ ਆਪਣੀ ਵੀ ਤੇ ਮਰਜ਼ੀ ਹੈ ਨਾ। ਤੇ ਹੁਣ ਉਹ ਵੀ ਥੋੜਾ ਚੇਂਜ ਹੋ ਗਿਆ, ਅਵੇਅਰਨੈਸ ਹੋ ਗਿਆ ਕਿ ਇਟਸ ਨਾਟ ਲੇਡੀਜ਼ ਫਾਲਟ ਇਫ ਦੇ ਆਰ ਹੈਵਿੰਗ ਗਰਲਸ, ਇਟਸ ਮੈਨ ਹੂ ਡਿਸਾਈਡਸ ਦ ਸੈਕਸ ਆਫ ਅ ਚਾਈਲਡ, ਰਾਈਟ? ਹਾਂਜੀ ਬਿਲਕੁਲ। over the period. So this issue is very delicate, very touchy, and I personally feel that we should engage people jehde koi bachcha jehda convert ho gaya, how they have gone through, or jehde loki mundiyan nu munde pasand kar kudiyan pasand karde ਉਹਨਾਂ ਤੇ ਕੀ views ਹੈਗੇ ਆ। and again it's very hard to accept it, or अगर अपनी फैमिली से कोई बच्चा उठ के कहे मैं करना कि मन पता नहीं ऐसी की करना है, पर अगेन इट्स अ वेरी important topic and which needs awareness and more information about it. Yes, ਹਾਂਜੀ, that's true. This is मेरी thinking है। गवर्नमेंट ਦੇ ਨੂੰ ਸਕੂਲਾਂ 'ਚ ਨਹੀਂ ਹੋਣਾ ਚਾਹੀਦਾ, ਪਰ ਜਿਹੜੇ parents who have gone through this change, ਇਹ ਬੱਚਿਆਂ ਚ ਉਹ ਬੱਚਾ ਉਹ ਕੋਈ ਤਰੀਕਾ ਹੋਣਾ ਚਾਹੀਦਾ ਜਿੱਥੇ ਲੋਕਾਂ ਵਿੱਚ ਅਵੇਅਰਨੈਸ ਹੋਏ। ਹਾਂਜੀ ਹਾਂਜੀ। So probably that is the reason, but first I don't know what is right, what is wrong, ਪਰ ਮੇਰਾ ਕਹਿਣ ਦਾ ਮਤਲਬ ਹੈ ਕਿ this exists, it's there, we need to have more information about it, more ਜਾਣਕਾਰੀ ਸਾਨੂੰ ਚਾਹੀਦੀ ਹੈ ਦੇ ਬਾਰੇ, and more awareness before we should make our minds up, है ना? मेरा पर्सनल ओपिनियन है। थैंक यू सो मच। थैंक यू जी, थैंक यू। ਮਨਜੀਤ ਭੈਣ ਜੀ ਵੀ ਇੱਥੇ ਗਏ, ਉਹਨਾਂ ਨੇ ਵੀ ਕਹਿਣਾ ਖੈਰ। ਹੈਲੋ ਜੀ, ਰਾਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਰੋਜੀ ਨੇ ਬੋਲਿਆ ਸਾਰਾ ਕੁਝ ਐਗਰੀ ਕਰਦੀ ਹਾਂ, ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਪੇਰੈਂਟਸ ਨੂੰ ਪੁੱਛੋ ਉਹਨਾਂ ਦੇ ਪੇਰੈਂਟਸ ਕਿੰਨਾ ਸਫਰ ਕਰਦੇ। ਹਾਂਜੀ, ਪਰ ਇਹ ਬਹੁਤ ਰੌਂਗ ਹੋ ਰਿਹਾ, ਜਿਵੇਂ ਸਕੂਲ ਵਿੱਚ ਛੋਟੇ ਬੱਚਿਆਂ ਨੂੰ ਜਿਨ੍ਹਾਂ ਨੂੰ ਨੌਲੇਜ ਹੀ ਨਹੀਂ ਹੈ ਉਹਨਾਂ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੇ। ਸਾਨੂੰ ਇਹਦੇ ਖਿਲਾਫ ਗਵਰਨਮੈਂਟ ਦੇ ਪਾਸੇ ਕੁਝ ਕਰਨਾ ਪਏਗਾ, ਨਹੀਂ ਤਾਂ ਇਹਨਾਂ ਨੇ ਤਾਂ ਪਤਾ ਨਹੀਂ ਕੁਝ ਕਰਨਾ। ਜਿਹੜੇ ਬੱਚੇ ਵੀ ਇਹਦੇ ਥਰੂ ਪ੍ਰੋਸੀਜਰ ਦੇ ਗਏ ਆ, ਉਹਨਾਂ ਨਾਲ ਵੀ ਮੀਟਿੰਗਸ ਕਰਨੀਆਂ ਚਾਹੀਦੀਆਂ ਵੀ ਉਹਨਾਂ ਨੂੰ ਇਹ ਚੰਗਾ ਲੱਗਿਆ ਕਿ ਕਿਵੇਂ ਲੱਗਿਆ। ਹੋ ਸਕਦਾ ਉਹ ਬੱਚੇ ਹੀ ਵੀ ਟਰਾਮਾ ਦੇ ਅੰਡਰ ਹੋਣ, ਕਿਉਂਕਿ ਕਈ ਵਾਰੀ ਬੱਚੇ ਸਟੈਪ ਚੱਕ ਲੈਂਦੇ ਆ ਐਂਡ ਆਫਟਰਵਰਡਸ ਉਹ ਪਛਤਾਉਂਦੇ ਆ, ਹਨਾ। ਹਾਂਜੀ ਹਾਂਜੀ, ਦੱਸਣਾ ਨਾ, ਬੱਚੇ ਕਈ ਡਿਪਰੈਸ਼ਨ ਚਲੇ ਗਏ ਨੇ, ਸੋ ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈਗੀ ਹੈ। ਉਤੋਂ ਤਾਂ ਤੁਸੀਂ ਕਹਿੰਦੇ ਹੋ ਪਾਪੂਲੇਸ਼ਨ ਘੱਟ ਹੈ, ਫਿਰ ਪਾਪੂਲੇਸ਼ਨ ਕਿਵੇਂ ਵਧੇਗੀ? ਬਿਲਕੁਲ ਬਿਲਕੁਲ। ਫਿਰ ਤੁਸੀਂ ਇਹੋ ਜਿਹਾ ਕੰਮ ਕਰੋਗੇ। ਹਾਂਜੀ, ਪਾਪੂਲੇਸ਼ਨ ਤੇ ਵੱਧ ਰਹੀ ਹੈ, ਪਰ ਕਿਹੜੇ ਪਾਸੇ ਵੱਧ ਰਹੀ ਹੈ? ਘੱਟ ਹੈ, but as a whole ਦੁਨੀਆ ਤੇ ਪਾਪੂਲੇਸ਼ਨ ਬਹੁਤ ਵੱਧ ਰਹੀ ਹੈ, but this has nothing to do with controlling the population. ਮੇਰੇ ਪਰਸਨਲ ਓਪੀਨੀਅਨ ਹੈ, this has nothing to do with that. ਅਸੀਂ ਕੰਟਰੋਲ ਪਾਪੂਲੇਸ਼ਨ ਕਰ ਸਕਦੇ ਹਾਂ, ਜਿਹੜੇ ਕੰਟਰੀਜ਼ ਵਿੱਚ too much ਹੈਗੀ ਹੈ, ਨਹੀਂ? ਕੈਨੇਡਾ ਵਾਲਿਆਂ ਨੂੰ ਤੇ ਪਾਪੂਲੇਸ਼ਨ ਚਾਹੀਦੀ ਹੈ, ਸੁੱਖ ਨਾਲ ਅਸੀਂ ਥੋੜੀ 40 ਮਿਲੀਅਨ ਹੋਏ ਆ। ਬਿਲਕੁਲ, ਥੈਂਕ ਯੂ ਸੋ ਮਚ। ਹਾਂਜੀ, ਓਕੇ, ਥੈਂਕ ਯੂ ਜੀ। ਓਕੇ, ਰੇਡੀਓ ਇੰਡੀਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਯਾਰ ਤੁਸੀਂ ਵਿਸ਼ਾ ਤਾਂ ਬਹੁਤ ਹੀ ਵਧੀਆ ਰੱਖਿਆ ਹੈਗਾ, ਅਵੇਅਰਨੈਸ ਲਈ ਚਾਹੀਦਾ ਹੀ ਹੈਗਾ, ਕਿਉਂਕਿ ਜਿਸ ਤਰ੍ਹਾਂ ਮੈਂ ਹੁਣ ਵੈਸੇ ਆਪਣਾ ਜਿਹੜਾ ਮੰਥ ਅੱਜ ਜੁਲਾਈ ਹੈਗਾ ਨਾ, ਜਿਹੜਾ ਹੈਗਾ ਵਰਲਡ ਪਾਪੂਲੇਸ਼ਨ ਡੇ, ਹਾਂਜੀ, ਉਹਦੇ ਲਈ ਵੀ ਉਹ ਬਹੁਤ ਕਰਦੇ ਹੈਗੇ ਆ, ਤੇ ਹੋਰ ਵੀ ਉਹ ਹਰੇਕ ਮੰਥ ਕੁਛ ਨਾ ਕੁਛ ਰੱਖਦੇ ਆ, ਜਿਵੇਂ ਫੈਬਰਰੀ ਹਾਰਟ ਦੇ ਬਾਰੇ ਹੈਗਾ, ਅਪ੍ਰੈਲ ਜਾਂ ਸ਼ੂਗਰ, ਹੁਣ ਮੈਂਟਲ ਹੈਲਥ ਲਈ ਵੀ ਹੈਗਾ, ਜਿਹੜਾ ਜੁਲਾਈ ਹੈ ਮੈਂਟਲ ਹੈਲਥ ਲਈ ਹੈ। ਉਹ ਹੁਣ ਜਿਵੇਂ ਇਹ ਪਾਪੂਲੇਸ਼ਨ ਦੀ ਮੈਂਟਲ ਅਵੇਅਰਨੈਸ ਲਈ ਉਹ ਕਹਿੰਦੇ ਆ ਵੀ ਅਵੇਅਰ ਕਰੋ ਲੋਕਾਂ ਨੂੰ, ਸੋ ਅਵੇਅਰਨੈਸ ਆਉਣ ਨਾਲ ਹੀ ਸਾਰਾ ਕੁਛ ਉਹ ਹੁੰਦਾ। ਹੁਣ ਦੇਖੋ ਪਾਪੂਲੇਸ਼ਨ ਦਾ ਕੀ ਹਾਲ ਹੈਗਾ, ਨਵੰਬਰ ਚ 8 ਮਿਲੀਅਨ ਹੋ ਗਏ ਆ, ਫਿਰ ਇੰਡੀਆ ਜਿਹੜਾ ਸੀਗਾ ਨੰਬਰ 2 ਤੇ ਸੀਗਾ, ਹੁਣ ਨੰਬਰ 1 ਹੋ ਗਿਆ। ਤੁਸੀਂ ਦੱਸੋ ਆਪਣੀ ਇਹ ਜਿਹੜੀ ਪਾਪੂਲੇਸ਼ਨ ਹੈ ਇਹ ਕਿਹੜੇ ਪਾਸੇ ਜਾ ਰਹੀ ਹੈ? ਇਹ ਗਲਤ ਪਾਸੇ ਜਾ ਰਹੇ ਆ, ਇੱਦਾਂ ਤਾਂ ਹੈ ਹੀ ਨਹੀਂ ਗਾ। ਜੇ ਚੰਗੇ ਪਾਸੇ ਜਾਵੇ ਫਿਰ ਤਾਂ ਬਹੁਤ ਤਰੱਕੀ ਹੋਵੇ। ਖਾਸ ਕਰਕੇ ਇੰਡੀਆ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈਗੀ ਆ, ਉਹਦਾ ਰੀਜ਼ਨ ਇਹੀ ਆ ਕਿ ਜਿਹੜੀ ਝੁੱਗੀਆਂ ਝੌਂਪੜੀਆਂ ਵਾਲੇ ਨੇ ਨਾ, ਉੱਥੇ ਲੋਅਰ ਕਲਾਸ ਪਾਪੂਲੇਸ਼ਨ ਜ਼ਿਆਦਾ। ਹਾਂਜੀ, ਨਾਲੇ ਦੇਖ ਲਓ ਉਹ ਆਪ ਇਹੋ ਜਿਹੀ ਜ਼ਿੰਦਗੀ ਜੀਂਦੇ ਆ, ਹਨਾ।
ਤਾਂ ਹੀ ਤਾਂ ਭੈਣ ਜੀ ਉਹ ਜ਼ਿਆਦਾ ਬੱਚੇ ਪੈਦਾ ਕਰਦੇ ਆ ਨਾ, ਕਿਉਂਕਿ ਉਹ ਐਜੂਕੇਸ਼ਨ ਨੂੰ ਤਵੱਜੋ ਨਹੀਂ ਦਿੰਦੇ। ਨਹੀਂ ਦਿੰਦੇ। ਇਹ ਗੱਲ ਆ ਨਾ ਵੀ ਉਹ ਝੁੱਗੀਆਂ ਜਿਹੜੀਆਂ ਬਸਤੀਆਂ ਦੂਜਿਆਂ ਦੇ ਤਾਂ ਤੁਸੀਂ ਦੇਖੋ ਮਿਡਲ ਕਲਾਸ ਆ ਜਾਂ ਹਾਈ ਕਲਾਸ ਆ, ਉਹਨਾਂ ਦੀ ਤਾਂ ਇੱਕ ਬੱਚਾ ਵੱਧ ਤੋਂ ਵੱਧ 2 ਹੁੰਦੇ ਹੀ ਨਹੀਂ ਉਸ ਤੋਂ, ਕਿਉਂਕਿ ਅਫੋਰਡ ਨਹੀਂ ਕਰ ਸਕਦੇ, ਐਜੂਕੇਸ਼ਨ ਨਹੀਂ ਦੇ ਸਕਦੇ, ਉਹ ਨਹੀਂ ਚੰਗੇ ਕੱਪੜੇ ਨਹੀਂ ਦੇ ਸਕਦੇ। ਉਹ ਲੋਕ ਤਾਂ ਫਿਰ ਵੀ ਕੰਟਰੋਲ ਕਰ ਗਏ। ਹੁਣ ਸਭ ਤੋਂ ਪ੍ਰੋਬਲਮ ਉਹਦੀ ਆ। ਪਰ ਗੱਲ ਸਰਕਾਰਾਂ ਨੂੰ ਵੋਟਾਂ ਚਾਹੀਦੀਆਂ। ਬਿਲਕੁਲ ਵੋਟਾਂ ਲਈ ਉਹ ਝੁੱਗੀ ਝੌਂਪੜੀ ਵਾਲਿਆਂ ਨੂੰ ਕੁਛ ਕਰਦੇ ਹੀ ਨਹੀਂ। ਹਾਂਜੀ ਇਸ ਕਰਕੇ ਨਾ ਜਿਹੜੇ ਇੰਡੀਆ ਦੀ ਪਾਪੂਲੇਸ਼ਨ ਉਹਦਾ ਬਹੁਤ ਗਲਤ ਪਾਸੇ ਜਾ ਰਹੀ ਹੈ। ਉਹਦਾ ਤਾਂ ਬਹੁਤ ਬੁਰਾ ਹਾਲ ਆ। ਬਾਕੀ ਠੀਕ ਆ, ਜਿਹੜੀਆਂ ਐਡਵਾਂਸ ਕੰਟਰੀਜ਼ ਨੇ, ਨੰਬਰ 1 ਕੰਟਰੀਜ਼ ਨੇ, ਉਹਨਾਂ ਦਾ ਠੀਕ ਹੈਗਾ। ਉੱਥੇ ਘਟ ਰਹੀ ਹੈ, ਦੂਜੇ ਪਾਸੇ ਵੱਧ ਰਹੀ ਹੈ। ਹਾਂਜੀ ਉਹ ਤਾਂ ਇੱਥੇ ਬੁਲਾ ਕੇ ਕੈਨੇਡਾ ਚਾਈਨਾ ਤੇ ਦੇਖਿਆ ਸਾਰਾ ਪੰਜਾਬੀ ਇੱਥੇ ਦਾ ਇੰਡੀਆ ਵੀ ਇੱਥੇ। ਠੀਕ ਹੈ ਜੀ, ਥੈਂਕ ਯੂ ਸੋ ਮਚ। ਹਾਂਜੀ ਔਰ ਥੈਂਕ ਯੂ ਜੀ। ਉਹ ਉਹੀ ਕਹਿੰਦੇ ਵੀ ਧਰਤੀ ਦਾ ਭਾਰ ਘਟਾਓ। ਮਾਲਥਸ ਦੀ ਥਿਊਰੀ ਵੀ ਹੈਗੀ ਆ। ਮਾਲਥਸ ਨੇ ਕਿਹਾ ਕਿ ਦੇਖ ਤੁਸੀਂ ਨਾ ਪੋਪੂਲੇਸ਼ਨ ਨੂੰ ਕੰਟਰੋਲ ਕਰ ਲਓ ਆਪਣੇ ਆਪ, ਜੇ ਨਹੀਂ ਕਰੋਗੇ ਤਾਂ ਨੇਚਰ ਫਿਰ ਕੰਟਰੋਲ ਕਰੋ। ਹੁਣ ਦੇਖੋ ਕਿੰਨਾ ਕੁਛ ਹੋ ਰਿਹਾ ਹੈਗਾ, ਕਿਤੇ ਫਲੱਡਸ ਆ, ਨੇਚਰ ਕੰਟਰੋਲ ਕਰ ਰਹੀ ਹੈ। ਹੁਣ ਨੇਚਰ ਕੰਟਰੋਲ ਕਰ ਰਹੀ ਹੈ, ਹੋਰ ਕੁਛ ਨਹੀਂ। ਥੈਂਕ ਯੂ ਜੀ। ਓਕੇ ਜੀ। ਰੇਡੀਓ ਇੰਡੀਆ, ਹੈਲੋ ਰੇਡੀਓ ਇੰਡੀਆ, ਰੇਡੀਓ ਇੰਡੀਆ, ਹੈਲੋ। ਆਵਾਜ਼ ਸਾਡੀ ਸ਼ਾਇਦ ਇਹਨਾਂ ਤੱਕ ਪਹੁੰਚ ਨਹੀਂ ਰਹੀ। ਹਾਂਜੀ, ਕੋਈ ਡਿਸਟਰਬੈਂਸ ਹੈ। ਰੇਡੀਓ ਇੰਡੀਆ, ਹੈਲੋ ਰੇਡੀਓ ਇੰਡੀਆ। ਚਲੋ ਜਦੋਂ ਵਿੱਚ ਆ ਗਏ। ਹਾਂਜੀ, ਆਪਾਂ ਗੱਲ ਕਰ ਰਹੇ ਸੀਗੇ ਕਿ ਵਰਲਡ ਪਾਪੂਲੇਸ਼ਨ ਜਿਹੜੀ ਹੈ, ਹਾਂਜੀ, ਹੁਣ ਜਿਹੜੀਆਂ ਆਪਾਂ ਦੱਸੀਆਂ ਨਾ ਚੀਜ਼ਾਂ, ਹਾਂਜੀ, ਕਿ ਕਿਹੜੇ ਕੰਟਰੀਜ਼ ਦੇ ਵਿੱਚ ਜ਼ਿਆਦਾ ਪਾਪੂਲੇਸ਼ਨ ਵੱਧ ਰਹੀ ਹੈ, ਤੇ ਜਿਹੜੇ 61 ਕੰਟਰੀਜ਼ ਇਹੋ ਜਿਹੇ ਨੇ ਜਿੱਥੇ ਰਿਡਕਸ਼ਨ ਆਪਣਾ 2050 ਦੇ ਵਿੱਚ ਉੱਥੇ ਕਾਫੀ ਜ਼ਿਆਦਾ ਪਾਪੂਲੇਸ਼ਨ ਜਿਹੜੀ ਹੈ ਇਹ ਘਟ ਜਾਏਗੀ। ਤੇ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਸਾਡੀ ਸੋਰਸ ਆਫ ਇਨਫੋਰਮੇਸ਼ਨ ਜਿਹੜੀ ਹੈ ਯੂਨਾਈਟਿਡ ਨੇਸ਼ਨ ਪਾਪੂਲੇਸ਼ਨ ਫੰਡ ਜਿਹੜਾ ਇਹ ਉੱਥੋਂ ਇਨਫੋਰਮੇਸ਼ਨ ਸਾਰੀ ਲਈ ਗਈ ਹੈ। ਅੱਜ ਸਾਡੀ ਗੱਲਬਾਤ ਹੋ ਰਹੀ ਹੈ ਵਰਲਡ ਪਾਪੂਲੇਸ਼ਨ ਡੇ ਬਾਰੇ। 11 ਤਰੀਕ ਨੂੰ ਵਰਲਡ ਪਾਪੂਲੇਸ਼ਨ ਡੇ ਹੈ, ਜਿਹਦੇ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਸਾਡੀ ਦੁਨੀਆ ਦੀ ਪਾਪੂਲੇਸ਼ਨ ਕਿੰਨੀ ਵੱਧ ਗਈ ਹੈ, ਔਰ ਪਰ ਕਿਹੜੇ ਕੰਟਰੀਜ਼ 'ਚ ਕਿੱਥੇ ਵੱਧ ਗਈ ਹੈ ਔਰ ਕਿੱਥੇ ਘਟ ਗਈ ਹੈ, ਕਿਹੜੇ ਪਾਸੇ ਸਾਡੀ ਵਰਲਡ ਪਾਪੂਲੇਸ਼ਨ ਜਾ ਰਹੀ ਹੈ। ਸਾਡੇ ਕਾਲਰਸ ਨੇ ਕਾਫੀ ਵੈਸੇ ਵਧੀਆ ਕਈ ਕੁਐਸਚਨਸ ਵੀ ਪੁੱਛੇ ਨੇ ਔਰ ਬਹੁਤ ਸਾਰੇ ਜਵਾਬ ਵੀ ਦਿੱਤੇ ਨੇ ਕਿ ਕਿਹੜੇ ਪਾਸੇ ਸਾਡੀ ਪਾਪੂਲੇਸ਼ਨ ਜਾ ਰਹੀ ਹੈ। ਡਾਕਟਰ ਢਿੱਲੋਂ, ਹੁਣ ਜਿਹੜੀ ਪਾਪੂਲੇਸ਼ਨ ਹੈ, ਹਾਂਜੀ, ਇਹ ਹੁਣ ਜੇ ਆਪਾਂ ਦੇਖੀ ਜਾਈਏ ਵੀ ਹੁਣ ਲੋਕੀ ਮਰ ਵੀ ਤਾਂ ਰਹੇ ਨੇ, ਹੈ ਨਾ, ਫਿਰ ਕਈ ਮਾਈਗ੍ਰੇਸ਼ਨ ਹੋ ਰਹੀ ਹੈ ਇਧਰੋਂ ਉਧਰ। ਹਾਂਜੀ, ਕਈ ਲੋਕ ਜਿਹੜੀ ਆਮ ਕਹਿੰਦੇ ਨੇ ਬੱਚੇ ਪੈਦਾ ਕਰਨ ਵਾਲੀ ਉਮਰ, ਉਹ ਵੀ ਅੱਜ ਕੱਲ ਜਿਹੜੀ ਹੈ ਉਹ ਅੱਗੇ ਪਿੱਛੇ ਜ਼ਿਆਦਾ ਜਾ ਰਹੀ ਹੈ, ਫੈਮਿਲੀਜ਼ ਦਾ ਸਾਈਜ਼ ਘਟ ਰਿਹਾ ਹੈ। ਹਾਂਜੀ, ਤੇ ਪਰ ਫਿਰ ਵੀ ਜਿਹੜੇ ਇਹਨਾਂ ਨੇ ਯੂਨਾਈਟਿਡ ਨੇਸ਼ਨ ਵਾਲਿਆਂ ਨੇ ਇਹਨਾਂ ਨੇ ਕਿਹਾ ਕਿ ਬਰਥ ਮਾਈਨਸ ਡੈਥ, ਇਹ ਉਸ ਕਰਕੇ ਵੀ ਸਾਡੀ ਜਿਹੜੀ ਪਾਪੂਲੇਸ਼ਨ ਹੈ ਇਸ ਟਾਈਮ ਦੇਖੋ ਵੀ ਹੁਣ ਇੰਨੀ ਜ਼ਿਆਦਾ ਵੱਧ ਗਈ ਹੈ। ਹਾਂਜੀ, ਵੱਧ ਰਹੀ ਹੈ, ਅੱਗੇ ਜਾ ਕੇ ਹੋਰ ਵੱਧ ਜਾਏਗੀ। ਸ਼ੁਰੂ 'ਚ ਆਪਾਂ ਦੱਸਿਆ ਕਿ 8 ਬਿਲੀਅਨ ਆਪਣੀ ਪਾਪੂਲੇਸ਼ਨ ਜਿਹੜੀ ਹੈ ਆਲਰੇਡੀ ਇੱਥੇ ਹੋ ਚੁੱਕੀ ਹੈ, ਇਸ ਦੁਨੀਆ ਦੀ ਪਾਪੂਲੇਸ਼ਨ 7.8 ਬਿਲੀਅਨ। ਆਪਾਂ ਗੱਲ ਕਰ ਰਹੇ ਸੀਗੇ ਵੀ ਬੱਚੇ ਵੱਡੀ ਉਮਰ ਦੇ ਵਿੱਚ ਵਿਆਹ ਕਰਾਉਂਦੇ ਆ, ਔਰ ਅੱਜ ਕੱਲ ਮੈਂ ਦੇਖਿਆ ਬੱਚੇ ਕੈਰੀਅਰ ਕੌਨਸ਼ੀਅਸ ਹੈ। ਮੈਂ ਪਹਿਲਾਂ ਵੀ ਦੱਸਿਆ ਸੀਗਾ, ਉਹਨਾਂ ਨੂੰ ਹੁੰਦਾ ਪਹਿਲਾਂ ਅਸੀਂ ਆਪਣੀ ਲਾਈਫ 'ਚ ਸੈੱਟ ਹੋ ਜਾਈਏ, ਉਦੋਂ ਬਾਅਦ ਅਸੀਂ ਵਿਆਹ ਕਰਾਵਾਂਗੇ। ਔਰ ਮੈਂ ਬੜੇ ਸਾਰੇ ਬੱਚਿਆਂ ਨੂੰ ਮਿਲੀ ਵੀ ਆ ਜਿਹੜੇ ਇਹ ਕਹਿੰਦੇ ਆ ਕਿ ਬਸ ਮੈਰਿਜ ਹੋ ਗਈ, ਠੀਕ ਹੈ, ਅਸੀਂ ਨਹੀਂ ਬੱਚਾ ਪੈਦਾ ਕਰਨਾ। ਉਹ ਕੰਟਰਾਸੈਪਟਿਵਸ ਯੂਜ਼ ਕਰਦੇ ਰਹਿੰਦੇ ਆ, ਦੇ ਡੋਂਟ ਵਾਂਟ ਟੂ ਗੈਟ ਪ੍ਰੈਗਨੈਂਟ। ਬਿਲਕੁਲ ਗੱਲ ਠੀਕ ਹੈ ਇਹ, ਵੀ ਉਹ ਬੱਚਾ ਹੀ ਨਹੀਂ ਚਾਹੁੰਦੇ, ਉਹ ਮਤਲਬ ਉਲਝੇਵਿਆਂ 'ਚ ਨਹੀਂ ਪੈਣਾ ਚਾਹੁੰਦੇ ਵੀ ਬੱਚੇ ਨੂੰ ਕੌਣ ਪਾਲੂਗਾ, ਕੀ ਕਰੂਗਾ, ਹਨਾ। ਤੇ ਮੈਂ ਦੇਖਿਆ ਇੱਥੇ ਇੱਕ ਮੈਂ ਡੇ ਕੇਅਰ ਦੇਖਿਆ, ਉਹਦੇ ਤੇ ਲਿਖਿਆ ਹੋਇਆ ਸੀ ਫਰੋਮ 0 to 12 years they are ready to keep the children। ਦੇਖੋ, ਮਤਲਬ ਮੈਂ ਸੋਚਦੀ ਸੀ ਵੀ ਨਿਊ ਬੋਰਨ ਬੇਬੀ ਨੂੰ ਫਿਰ ਲੋਕ ਛੱਡਦੇ ਹੋਣੇ ਆ ਜਾਂ ਥੋੜੇ ਦਿਨਾਂ ਦੇ ਨੂੰ ਛੱਡਦੇ ਹੀ ਹੋਣਗੇ। ਬਿਲਕੁਲ ਛੱਡਦੇ ਨੇ, ਹਾਂ। ਡੇ ਕੇਅਰਸ ਵੇਖੋ ਹੈਗੇ ਨੇ, ਹੁਣ ਕਈ ਥਾਵਾਂ ਤੇ ਪ੍ਰਮੋਟ ਕਰਦੇ ਨੇ
ਕਿ ਥੋੜਾ ਜਿਹਾ ਜਿਹੜੀ ਮਦਰ ਹੈ ਉਹਨੂੰ ਥੋੜਾ ਸਰਵਿਸਿਜ਼ ਇਹੋ ਜਿਹੀਆਂ ਮਿਲਣ। ਹਾਂਜੀ, ਪਰ ਕਈ ਥਾਵਾਂ ਤੇ ਨਹੀਂ ਮਿਲਦੀਆਂ। ਹਾਂਜੀ, ਤੇ ਉਹੀ ਹੈ ਨਾ, ਮਤਲਬ ਜਿਹੜੇ ਤੁਸੀਂ ਹੁਣੇ ਕਿਹਾ ਸੀ ਯੂਨਾਈਟਿਡ ਨੇਸ਼ਨ ਪਾਪੂਲੇਸ਼ਨ ਫੰਡ 2022 ਇਹਦੇ ਤੋਂ ਆਪਾਂ ਇਹ ਲਿਆ ਹੈ ਨਾ, ਸਾਰੀ ਇਨਫੋਰਮੇਸ਼ਨ ਲਈ ਹੈ, ਤਾਂ ਉਹ ਕਹਿੰਦੇ ਵੀ 200 ਮਿਲੀਅਨ ਜਿਹੜੀਆਂ ਲੇਡੀਜ਼ ਹੈ ਉਹ ਆਉਂਦੀਆਂ ਹੈ ਕਿ ਉਹਨਾਂ ਨੂੰ ਉਹ ਕੰਟਰਾਸੈਪਟਿਵ ਜਿਹੜੇ ਆ ਉਹ ਨਹੀਂ ਲੈਂਦੇ ਆ ਤੇ ਉਹ ਬੱਚੇ ਨਹੀਂ ਪੈਦਾ ਕਰਨੇ ਚਾਹੁੰਦੇ। ਹਾਂਜੀ, ਫੈਮਿਲੀ ਪਲਾਨਿੰਗ ਜਿਹੜੀ ਹੈ ਉਹ ਉਹਨਾਂ ਨੂੰ ਮਿਲ ਨਹੀਂ ਰਹੀ, ਕਈਆਂ ਨੂੰ ਮਿਲ ਹੀ ਨਹੀਂ ਰਹੀ। ਹਾਂ, ਔਰ ਦੂਜੇ ਪਾਸੇ ਕੁਝ ਰਿਲੀਜੀਅਸ ਰਿਲੀਜਨ ਇਹੋ ਜਿਹੇ ਹੈ ਵੀ ਜਿਹੜੇ ਚਾਹੁੰਦੇ ਆ ਕਿ ਅਸੀਂ ਜਿਹੜੀ ਹੈ ਕੰਟਰਾਸੈਪਸ਼ਨ ਬਿਲਕੁਲ ਨਹੀਂ ਵਰਤਣੀ ਤੇ ਅਸੀਂ ਜਿਹੜੀਆਂ ਲਾਰਜ ਫੈਮਲੀਜ਼ ਹੈ ਉਹ ਰੱਖਣੀਆਂ ਹੈਗੀਆਂ, ਤੇ ਉਹਨਾਂ ਦੇ ਵਿੱਚ ਮਤਲਬ ਨਿਊਕਲੀਅਰ ਫੈਮਲੀਜ਼ ਨਹੀਂ ਹੁੰਦੀਆਂ, ਦੇਰ ਆਰ ਆਲਵੇਜ਼ 올ਡ ਪੀਪਲ ਜਿਹੜੇ ਆ, ਜਿਵੇਂ ਆਪਣੇ ਪੁਰਾਣੇ ਟਾਈਮ ਤੇ ਵੀ ਆਪਣੀਆਂ ਵੱਡੀਆਂ ਜੁਆਇੰਟ ਫੈਮਲੀ ਸਿਸਟਮ ਸੀਗਾ। ਹਾਂਜੀ, ਹਾਂਜੀ, ਉਹਨਾਂ ਦੇ ਵਿੱਚ ਹੁੰਦਾ। ਅਦਰਵਾਈਜ਼ ਜਿਹੜਾ ਓਵਰਆਲ ਜਿਹੜੀਆਂ ਫੈਮਲੀਜ਼ ਹੈ ਉਹ ਰਿਡਿਊਸ ਹੋ ਰਹੀਆਂ ਅੱਜ ਕੱਲ। ਹਾਂਜੀ, ਤੁਸੀਂ ਦੇਖੋ ਬਈ ਭੈਣ ਜੀ, ਅੱਗੇ ਫਰਟੀਲਿਟੀ ਰੇਟ ਕਿੰਨਾ ਜ਼ਿਆਦਾ ਹੁੰਦਾ ਸੀ, ਅੱਗੇ IVF ਸੈਂਟਰਸ ਕਿੱਥੇ ਹੁੰਦੇ ਸੀ, ਤੇ ਹੁਣ IVF ਸੈਂਟਰ ਦੇ ਨਾਲ ਜੇ ਨਹੀਂ ਕੋਈ ਪ੍ਰੈਗਨੈਂਟ ਹੋਇਆ ਤਾਂ ਉਹ IVF ਸੈਂਟਰ ਦੀ ਹੈਲਪ ਲੈ ਲੈਂਦੇ ਆ। ਔਰ ਮੈਂ ਕਿੰਨੀਆਂ ਕੁੜੀਆਂ ਦੇਖੀਆਂ, ਉਹ ਕਹਿੰਦੀਆਂ ਸਾਡੀ ਬਾਡੀ ਦੀ ਸ਼ੇਪ ਖਰਾਬ ਹੁੰਦੀ ਹੈ, ਉਹ ਮੇਰਾ ਕੈਰੀਅਰ ਖਰਾਬ ਹੁੰਦਾ ਹੈ, ਮੈਂ ਆਪਦੇ ਕੰਮ ਨੂੰ ਮਤਲਬ ਇੰਪੋਰਟੈਂਸ ਦਿੰਦੀ ਆ, ਤੇ ਉਹ ਜਿਹੜਾ ਆਪਣਾ ਐਗ ਐਂਡ ਸਪਰਮ ਲੈ ਕੇ ਤੇ ਉਹ ਸੈਰੋਗੇਸੀ ਵੱਲ ਚਲੀਆਂ ਜਾਂਦੀਆਂ, ਸੈਰੋਗੇਟ ਮਦਰਸ ਲੈ ਲੈਂਦੀਆਂ। ਸੈਰੋਗੇਟ ਮਦਰ ਤੇ ਹਰ ਕੰਟਰੀ ਦੇ ਵਿੱਚ ਰਿਵਾਜ ਸ਼ੁਰੂ ਹੋ ਗਿਆ। ਹਾਂਜੀ, ਉਹ ਮਤਲਬ ਕਿ ਫਿਰ ਕੁੜੀਆਂ ਜਿਹੜੀਆਂ ਆਪ ਤਕਲੀਫ ਨਹੀਂ ਸਹਿਣਾ ਚਾਹੁੰਦੀਆਂ ਬਿਲਕੁਲ ਵੀ। ਅੱਗੇ ਮੈਂਟੈਲਿਟੀ ਦਾ ਫਰਕ ਸੀ, ਅੱਗੇ ਜਿਹੜੀ ਲੇਡੀ ਸੀ ਉਹ ਕਹਿੰਦੀ ਸੀ ਕਿ ਮੇਰਾ ਬੱਚਾ ਹੋਏਗਾ, ਮੈਂ ਹੀ ਉਸਨੂੰ ਜਨਮ ਦਊਂਗੀ, ਮਾਂ ਬੱਚੇ ਦਾ ਜਿਹੜਾ ਇੱਕ ਰਿਲੇਸ਼ਨ ਸੀ ਉਹਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਸੀਗਾ। ਤੇ ਹੁਣ ਦੇਖ ਲਓ, ਤਾਂ ਹੀ ਤਾਂ ਲੋੜ ਨਹੀਂ ਸੀ ਪੈਂਦੀ, ਟੈਸਟ ਟਿਊਬ ਬੇਬੀ ਸੈਂਟਰ ਸੀ ਭੈਣ ਜੀ। ਹਾਂਜੀ, ਤਾਂ ਹੁਣ ਦੇਖੋ ਉਹਨਾਂ ਦੀ ਲੋੜ ਪੈਂਦੀ ਹੈ। ਹੁਣ ਜਿਹੜੀ ਕਹਿੰਦੇ ਆ ਨਾ ਵੀ ਬੱਚੇ ਜਿਹੜੇ ਆ ਫਰਟੀਲਿਟੀ ਰੇਟ ਉਹਨਾਂ ਰਿਹਾ ਨਹੀਂ ਵੈਸੇ ਜਿੰਨਾ ਪਹਿਲਾਂ ਸੀਗਾ, ਫਿਰ ਵੀ ਪਾਪੂਲੇਸ਼ਨ ਤਾਂ ਖੈਰ ਵੱਧ ਰਹੀ ਹੈ। ਹਾਂਜੀ, ਇਹੀ ਤੇ ਆਪਣਾ ਕੁਐਸਚਨ ਹੈ ਸਾਰਿਆਂ ਨੂੰ ਕਿ ਆਪਣੀ ਪਾਪੂਲੇਸ਼ਨ ਕਿੱਥੇ ਜਾ ਰਹੀ ਹੈ। ਹੁਣ ਆਪਣਾ 1998 ਦੇ ਵਿੱਚ ਕਹਿੰਦੇ ਸੀ 6 ਬਿਲੀਅਨ ਸੀਗੀ ਪਾਪੂਲੇਸ਼ਨ। ਹਾਂਜੀ, ਤੇ 2010 ਦੇ ਵਿੱਚ ਹੋ ਗਈ 7 ਬਿਲੀਅਨ, ਤੇ 22 ਚ ਆਲਮੋਸਟ 8 ਬਿਲੀਅਨ ਦੇ ਨੇੜੇ ਪਹੁੰਚ ਗਈ ਹੈ। 2037 ਚ ਜਿਹੜੀ ਪ੍ਰੋਜੈਕਸ਼ਨ ਦੇ ਰਹੇ ਨਾ, ਇਹ ਕਹਿ ਰਹੇ ਨੇ 9 ਬਿਲੀਅਨ ਹੋ ਜਾਏਗੀ, ਤੇ 58 ਦੇ ਵਿੱਚ 10 ਬਿਲੀਅਨ ਹੋ ਜਾਏਗੀ। ਇਹਦਾ ਮਤਲਬ ਪਾਪੂਲੇਸ਼ਨ ਜੋ ਇਹ ਪ੍ਰੋਜੈਕਟ ਕਰ ਰਹੇ ਨੇ, ਹਾਂਜੀ ਹਾਂਜੀ, ਇਹ ਮਤਲਬ ਬਹੁਤ, ਜਿਵੇਂ 7.8 to 10, 58 ਚ ਇਹਨੇ ਆ ਜਾਣਾ 10 ਤੇ 57 58 ਚ। ਹਾਂਜੀ, ਤੇ ਕਿੱਥੇ ਉਹ 200 ਸਾਲਾਂ ਚ ਵਧੀ ਸੀ 1 ਤੋਂ ਲੈ ਕੇ 7 ਤੱਕ। ਹਾਂਜੀ, ਇੱਕ ਇਹਨਾਂ ਦਾ ਕੁਐਸਚਨ ਵਿੱਚ ਕਈਆਂ ਲੋਕਾਂ ਦਾ ਵੀ ਹੋ ਸਕਦਾ ਹੈ, ਜਿਹੜਾ ਫਿਊਚਰ ਆਫ ਵਰਲਡ ਰਿਲੀਜਨਸ। ਹੁਣ ਦੁਨੀਆ 'ਚ ਆਪਣੇ ਕਈ ਰਿਲੀਜਨ ਨੇ। ਹਾਂਜੀ, ਪਾਪੂਲੇਸ਼ਨ ਗਰੋਥ ਜਿਹੜੀ ਆ ਉਹ, ਕਿਉਂਕਿ ਵਰਲਡ ਆਪਣਾ ਪਾਪੂਲੇਸ਼ਨ ਡੇ ਕਰਕੇ ਆਪਾਂ ਅੱਜ ਇਹ ਟੌਪਿਕ ਕਰ ਰਹੇ ਆ, ਤੇ ਕਹਿੰਦੇ ਨੇ ਕਿ ਜਿਹੜੇ ਦੁਨੀਆ ਦੇ ਜਿਹੜੇ ਰਿਲੀਜਨ ਨੇ, ਅਗਰ ਉਹ ਦੇਖੋ ਤੇ ਸਭ ਤੋਂ ਜ਼ਿਆਦਾ ਕਹਿੰਦੇ ਨੇ ਫਲੋਰਿਸ਼ ਕਰ ਰਹੇ ਮੁਸਲਿਮ ਰਿਲੀਜਨ, ਤੇ ਸਭ ਤੋਂ ਜ਼ਿਆਦਾ ਕਹਿੰਦੇ ਨੇ ਉੱਥੇ ਆਪਣਾ ਪਾਪੂਲੇਸ਼ਨ ਵੱਧ ਰਹੀ ਹੈ। ਔਰ ਬਹੁਤ ਸਾਰੇ ਨੇ ਜਿੱਥੇ ਘਟ ਵੀ ਰਹੀ ਹੈ। ਹਾਂਜੀ, ਪਰ ਸਭ ਤੋਂ ਜ਼ਿਆਦਾ ਮੁਸਲਿਮ ਕਮਿਊਨਿਟੀ ਦੇ ਵਿੱਚ ਕਹਿੰਦੇ ਨੇ 2010 ਤੋਂ ਲੈ ਕੇ 2050 ਦੇ ਵਿੱਚ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਆਪਣੇ ਮੁਸਲਿਮਸ ਦੀ ਹੋਏਗੀ। ਹਾਂਜੀ, ਸੋ ਜੇ ਰਿਲੀਜੀਅਸਲੀ ਆਪਾਂ ਅਗਰ ਦੇਖੀਏ ਤੇ ਇਹ ਕਾਫੀ ਜ਼ਿਆਦਾ ਕਹਿੰਦੇ ਕਾਫੀ ਤੇਜ਼ੀ ਨਾਲ ਹੀ ਚੇਂਜ ਆ ਰਹੀ ਹੈ। ਜਿਹੜੇ ਆਪਣਾ ਰਿਲੀਜਨ ਵਾਈਜ਼ ਦੇਖੀਏ ਤੇ ਮੁਸਲਿਮ ਲੀਗ ਜਿਹੜੀ ਹੈ ਤੇ ਬਹੁਤ ਤੇਜ਼ੀ ਨਾਲ ਚੇਂਜ ਆ ਰਹੀ ਹੈ। ਯੂਰਪ ਦੇ ਵਿੱਚ ਵੀ ਜਿਹੜੇ ਮੁਸਲਿਮਸ ਹੈ ਓਵਰਆਲ ਪਾਪੂਲੇਸ਼ਨ ਦਾ 10% ਹੋਣਗੇ ਉਹ ਕਹਿੰਦੇ ਇਨ ਫਿਊਚਰ। ਹਾਂਜੀ, ਜਿਵੇਂ ਹੁਣ ਕ੍ਰਿਸਚੀਅਨਸ ਦੀ ਹੈ ਸਭ ਤੋਂ ਜ਼ਿਆਦਾ ਪਾਪੂਲੇਸ਼ਨ, ਤੇ ਹਾਲੀ ਸਟਿਲ ਇਹਨਾਂ ਦੀ ਸਭ ਤੋਂ ਜ਼ਿਆਦਾ ਵੱਡਾ ਗਰੁੱਪ ਇਹਨਾਂ ਦਾ ਹੀ ਹੈ ਐਜ਼ ਰਿਲੀਜੀਅਸਲੀ। ਹਾਂਜੀ, ਕ੍ਰਿਸਚੀਅਨਸ ਦਾ। ਪਰ ਕਹਿੰਦੇ ਨੇ ਕਿ ਜਿਸ ਤਰੀਕੇ ਨਾਲ ਇਸਲਾਮ ਵੱਧ ਰਿਹਾ ਤੇ ਇਹ 2020 ਆਪਣਾ 58 ਦੇ ਵਿੱਚ ਇਹਨਾਂ ਦੀ ਪਾਪੂਲੇਸ਼ਨ ਜਿਹੜੀ ਹੈ ਜ਼ਿਆਦਾ ਹੋ ਜਾਏਗੀ। ਇਹ ਵੀ ਇੱਕ ਰਿਸਰਚ ਸੈਂਟਰ ਹੈ, ਪਿਊ ਰਿਸਰਚ ਸੈਂਟਰ, ਇਹ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੈ। ਹਾਂਜੀ, ਤੇ ਇੰਡੀਆ ਜਿਹੜਾ ਹੈਗਾ ਆਪਣਾ ਭੈਣ ਜੀ ਇਹ ਹਿੰਦੂ ਮੈਜੋਰਿਟੀ ਆਪਾਂ ਨੂੰ ਪਤਾ ਹੀ ਹੈ ਹਨਾ। ਹਾਂਜੀ, ਤੇ ਪਰ ਫੇਰ ਵੀ ਇਹਦੇ ਜਿਹੜੇ ਲਾਰਜੈਸਟ ਮੁਸਲਿਮ ਪਾਪੂਲੇਸ਼ਨ ਆਫ ਦਾ ਕੰਟਰੀ ਇਨ ਦਾ ਵਰਲਡ ਐਕਸੈਪਟ ਦਿਸ ਇੰਡੋਨੇਸ਼ੀਆ। ਹਾਂਜੀ, ਹੁਣ ਚਲੋ ਆਪਣੀ ਹਿੰਦੂ ਕਮਿਊਨਿਟੀ ਦੀ ਵੀ ਕਹਿੰਦੇ ਪਾਪੂਲੇਸ਼ਨ, ਈਵਨ ਜਿਊਇਸ਼ ਪਾਪੂਲੇਸ਼ਨ ਵੀ ਹੈ, ਇਹ ਵੀ ਵੱਧ ਰਹੀ ਹੈ। ਹਾਂਜੀ,
ਤੇ ਜਿਵੇਂ ਤੁਸੀਂ ਦੱਸਿਆ ਯੂਰਪ ਦੇ ਵਿੱਚ ਆਲਮੋਸਟ 10% ਓਵਰਆਲ ਪੋਪੂਲੇਸ਼ਨ। ਹਾਂਜੀ ਹਾਂਜੀ, ਤੇ 10% ਬਹੁਤ ਜ਼ਿਆਦਾ ਇੱਕ ਰਿਲੀਜਨ ਦਾ ਹੋਣਾ। ਹਾਂਜੀ, 10% ਪੋਪੂਲੇਸ਼ਨ ਇਹ ਯੂਰਪ ਦੇ ਵਿੱਚ ਮੁਸਲਿਮਸ ਦੀ ਪੋਪੂਲੇਸ਼ਨ ਕਹਿੰਦੇ ਨੇ ਓਵਰਆਲ ਜਿਹੜੀ ਪੋਪੂਲੇਸ਼ਨ ਹੈ ਇੰਨੀ। ਤੇ ਇੱਕ ਇਹ ਕਿ ਜੇ ਇਨ ਦਾ ਵਰਲਡ ਇਨ ਫਿਊਚਰ ਕਹਿੰਦੇ ਜੇ 10 ਕ੍ਰਿਸਚੀਅਨਸ ਹੈ ਉਹਦੇ ਵਿੱਚੋਂ ਜਿਹੜੇ 4 ਹੈ ਉਹ ਇੱਧਰ ਸਬ ਸਹਾਰਾ ਅਫਰੀਕਾ ਵੱਲ ਇੱਧਰ ਹਨਾ ਹੋਣਗੇ। ਹਾਂਜੀ, ਸੋ ਇਹ ਹੁਣ ਸਾਰੇ ਅਗਰ ਕੰਟਰੀਜ਼ ਦਾ ਦੇਖੀਏ ਜ਼ਿਆਦਾ ਤੇ ਇਹਦਾ ਮਤਲਬ ਵੀ ਉਸ ਜਿਹੜੇ ਦੂਜੇ ਕੰਟਰੀਜ਼ ਨੇ ਜਿੰਨੇ ਆਪਣਾ ਜਿਵੇਂ ਨਾਰਥ ਅਮਰੀਕਾ ਹੋ ਗਿਆ, ਜਾਪਾਨ ਹੋ ਗਿਆ, ਉੱਥੇ ਘੱਟ ਹੈ, ਪਰ ਬਾਕੀ ਕੰਟਰੀਜ਼ ਦੇ ਵਿੱਚ ਪੋਪੂਲੇਸ਼ਨ ਜਿਹੜੀ ਹੈ ਜ਼ਿਆਦਾ ਵੱਧ ਰਹੀ ਹੈ। ਹੁਣ ਕਹਿੰਦੇ ਨੇ ਵੀ ਆਪਣਾ ਰਿਲੀਜੀਅਸ ਮੈਜੋਰਿਟੀ ਜਿਹੜੀਆਂ ਨੇ ਇਹ ਕਾਫੀ ਚੇਂਜ ਹੋ ਰਹੀਆਂ ਨੇ। ਹਾਂਜੀ ਹਾਂਜੀ, ਤੇ ਕਿੱਥੇ 2010 ਤੋਂ ਲੈ ਕੇ ਜਦੋਂ ਇਹਨਾਂ ਨੇ ਦੇਖਿਆ ਤੇ 2050 ਤੱਕ ਕਹਿੰਦੇ ਨੇ ਟੋਟਲੀ ਕਾਫੀ ਜ਼ਿਆਦਾ ਡਿਫਰੈਂਟ ਹੋ ਜਾਏਗਾ। ਹਾਂਜੀ, ਜਿਹੜੀ ਕ੍ਰਿਸਚੀਅਨ ਮੈਜੋਰਿਟੀਜ਼ ਹੈ ਹਨਾ, ਹਾਂਜੀ, ਇਹ ਕਹਿੰਦੇ ਘਟ ਜਾਣੀ ਹੈ ਜਿਵੇਂ 159 to 151 ਕਿਉਂਕਿ ਜਿਹੜੇ ਕ੍ਰਿਸਚੀਅਨਸ ਹੈ ਇਹਨਾਂ ਦੀ ਜਿਹੜੀ ਮਤਲਬ ਜਿਹੜੇ ਉਹ ਧਰਮ ਨੂੰ ਮੰਨਦੇ ਆ ਕ੍ਰਿਸਚੈਨਿਟੀ ਨੂੰ, ਇਹ ਬਿਲੋ 50% ਚਲੀ ਜਾਏਗੀ ਆਸਟ੍ਰੇਲੀਆ ਚ, ਬੈਨਿਨ, ਬੋਸਨੀਆ, ਫਰਾਂਸ, ਨੀਦਰਲੈਂਡ, ਨਿਊਜ਼ੀਲੈਂਡ ਹਨਾ, UK ਦੇ ਵਿੱਚ ਇੱਧਰ ਸਾਰੇ ਇਹ ਘਟ ਜਾਣੀ ਹੈ। ਹਾਂਜੀ, ਸੋ ਇੱਧਰ ਨੀਦਰਲੈਂਡ, ਨਿਊਜ਼ੀਲੈਂਡ, ਮੈਕੇਡੋਨੀਆ, ਯੂਨਾਈਟਿਡ ਕਿੰਗਡਮ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਇੱਥੇ ਕ੍ਰਿਸਚੀਅਨਸ ਜ਼ਿਆਦਾ ਸੀਗੇ। ਹਾਂਜੀ, ਸੋ ਇਹਦਾ ਮਤਲਬ ਜੇ ਕ੍ਰਿਸਚੀਅਨਸ ਘੱਟ ਰਹੇ ਨੇ ਤੇ ਦੂਜੇ ਕੰਟਰੀਜ਼ ਦੇ ਜਿਹੜੇ ਨੇ ਨੈਚੁਰਲੀ ਉਧਰ ਜ਼ਿਆਦਾ ਜਾ ਰਹੇ ਨੇ। ਬਿਲਕੁਲ ਬਿਲਕੁਲ, ਤੇ 51 ਕੰਟਰੀਜ਼ ਦੇ ਵਿੱਚ ਉਹ ਕਹਿੰਦੇ ਜਿਹੜੇ ਮੁਸਲਿਮਸ ਹੈ 2050 ਦੇ ਵਿੱਚ ਉਹ ਮੋਰ ਦੈਨ 50% ਆਫ देयर ਪੋਪੂਲੇਸ਼ਨ ਹੋ ਜਾਣਗੇ। ਹਾਂਜੀ, ਸੋ 51 ਕੰਟਰੀਜ਼ ਦੇ ਵਿੱਚ 50% ਪੋਪੂਲੇਸ਼ਨ ਜਿਹੜੀ ਹੈ ਉਹ ਮੁਸਲਿਮਸ ਦੀ ਵੱਧ ਜਾਏਗੀ। ਦੇਖੋ ਹਾਂਜੀ, ਤੇ ਹੁਣ ਜਿਵੇਂ ਰਿਪਬਲਿਕ ਆਫ ਮੈਕੇਡੋਨੀਆ, ਨਾਈਜੀਰੀਆ, ਹਾਂਜੀ ਇੱਥੇ ਵੀ ਕਹਿੰਦੇ ਕਾਫੀ ਜ਼ਿਆਦਾ ਆਪਣੇ ਮੁਸਲਿਮ ਪੋਪੂਲੇਸ਼ਨ ਜਿਹੜੀ ਹੈ ਕਾਫੀ ਜ਼ਿਆਦਾ ਹੈ। ਹਾਂਜੀ ਹਾਂਜੀ, ਬਟ ਜਿਹੜਾ ਨਾਈਜੀਰੀਆ ਕੰਟਰੀ ਹੈ ਉੱਥੇ ਬਹੁਤ ਜ਼ਿਆਦਾ ਕ੍ਰਿਸਚੀਅਨ ਪੋਪੂਲੇਸ਼ਨ ਹੀ ਹੈਗੀ ਹੈ ਤੇ ਰਹੇਗੀ ਵੀ ਉਹ ਕਹਿੰਦੇ। ਹੁਣ ਕੁਐਸਚਨ ਜਿਹੜੇ ਆਪਣੇ ਸੁਣ ਰਹੇ ਨੇ ਉਹਨਾਂ ਲਈ ਇਹ ਹੈ ਕਿ 8 ਬਿਲੀਅਨ ਲੋਕ ਜਿਹੜੇ ਨੇ ਇਹ ਹਾਲੇ ਵੀ ਥੋੜੇ ਨੇ ਕਿ ਬਹੁਤ ਜ਼ਿਆਦਾ ਨੇ। ਹਾਂ ਬਿਲਕੁਲ, ਦੇਖੋ ਅਰਥ ਤੇ ਕਿੰਨਾ ਭਾਰ ਹੈ। ਹਾਂਜੀ, ਕੀ ਫਿਊਚਰ ਦੇ ਵਿੱਚ ਇਹ ਬ੍ਰਾਇਨ ਵਾਲਸ਼ ਇੱਕ ਐਡੀਟਰ ਵੀ ਨੇ, ਉਹਨਾਂ ਨੇ ਇਹਦੇ ਬਾਰੇ ਕਾਫੀ ਰਿਸਰਚ ਕੀਤੀ ਸੀਗੀ। ਉਹਨਾਂ ਨੇ ਪਾਲਿਸੀਜ਼ ਲੋਕਾਂ ਦੀਆਂ ਤੇ ਇਹ ਸਾਰਾ ਕੁਝ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਇਹਦੇ ਬਾਰੇ ਇੱਕ ਆਰਟੀਕਲ ਵੀ ਲਿਖਿਆ ਸੀ। ਬ੍ਰਾਇਨ ਵਾਲਸ਼ ਜਿਵੇਂ ਮੈਂ ਦੱਸਿਆ ਇੱਕ ਐਡੀਟਰ ਨੇ ਤੇ ਇਹਦੇ ਬਾਰੇ ਉਹਨਾਂ ਨੇ ਇਹਦੇ ਕਾਫੀ ਇਨਫੋਰਮੇਸ਼ਨ ਵੀ ਇਕੱਠੀ ਕੀਤੀ। ਉਹਦੇ ਵਿੱਚ ਆਪਣਾ ਵੈਦਰ ਵੀ ਆ ਜਾਂਦਾ ਸੀਗਾ ਤੇ ਕਾਫੀ ਚੀਜ਼ਾਂ ਉਹਨਾਂ ਨੇ ਲੈ ਕੇ ਤੇ ਇਸ ਆਰਟੀਕਲ ਵਿੱਚ ਲਿਖਿਆ ਵੀ ਕਿ 8 ਬਿਲੀਅਨ ਲੋਕ ਬਹੁਤ ਜ਼ਿਆਦਾ ਨੇ ਜਾਂ ਹਾਲੇ ਵੀ ਘੱਟ ਨੇ। ਹਾਂਜੀ ਹਾਂਜੀ, ਸੋ ਇਹ ਹੁਣ ਦੇਖਿਆ ਜਾਏ ਘੱਟ ਇਹ ਵੀ ਨਹੀਂ ਆਪਾਂ ਕਹਿ ਸਕਦੇ ਘੱਟ ਨੇ। ਹੁਣ ਕਈਆਂ ਨੇ ਕਿਹਾ ਕਿ ਅਰਥ ਤੇ ਇੰਨਾ ਭਾਰ ਪੈ ਸਕਦਾ, ਦੂਜੇ ਪਾਸੇ ਅਰਥ ਤੇ ਭਾਰ ਜਿਹੜਾ ਉਹ ਹੁਣ ਜਿੰਨੇ ਜ਼ਿਆਦਾ ਇਹ ਲੋਕ ਵੱਧ ਰਹੇ ਨੇ ਇਹਨਾਂ ਦਾ ਖਾਣਾ ਪੀਣਾ ਵੀ ਤੇ ਉਨਾ ਹੀ ਹੋ ਜਾਣਾ। ਜਾਨਵਰ ਵੀ ਮਰ ਰਹੇ ਨੇ। ਹਾਂਜੀ, ਸੋ 23 ਮਿਲੀਅਨ ਬਰਥ 21 ਚ ਸੀਗੀਆਂ। ਹਾਂਜੀ ਹਾਂਜੀ, ਸੋ 23 ਮਿਲੀਅਨ ਬਰਥ ਇਹ ਹੁਣ ਅਗਰ ਤੁਸੀਂ ਨਾ ਅਗਰ ਕਿਸੇ ਨੇ ਇਹਦੇ ਬਾਰੇ ਇਨਫੋਰਮੇਸ਼ਨ ਹੋਰ ਲੈਣੀ ਹੈ ਤੇ ਤੁਸੀਂ ਆਪਣਾ ਗੂਗਲ ਤੇ ਜਾ ਕੇ ਦੇਖ ਸਕਦੇ ਹੋ ਕਿੰਨੇ ਲੋਕ ਹਰ ਮਿੰਟ ਤੇ ਜੰਮ ਰਹੇ ਨੇ ਤੇ ਕਿੰਨੇ ਮਰ ਵੀ ਰਹੇ ਨੇ। ਹਾਂਜੀ, ਸਾਰਾ ਦੱਸਿਆ ਜਾਂਦਾ ਉੱਥੇ 1 ਮਿੰਟ ਚ ਇੰਨੇ ਮਤਲਬ ਬੱਚੇ ਪੈਦਾ ਹੋਏ, ਇੰਨਿਆਂ ਦੀ ਡੈਥ ਹੋ ਗਈ। ਸੋ ਕਾਫੀ ਜ਼ਿਆਦਾ ਇਹ ਚਾਹੁੰਦੇ ਨੇ ਵੀ ਕਿੰਨੀ ਉਮਰ ਇਹਦੇ ਇਹਨਾਂ ਨੇ ਜਿਹੜਾ ਬ੍ਰਾਇਨ ਵਾਲਸ਼ ਇਹਨਾਂ ਨੇ ਵੀ ਆਪਣੇ ਚ ਲਿਖਿਆ ਵੀ ਕਿੰਨੇ ਲੋਕ ਜਿਵੇਂ ਮਰ ਰਹੇ ਨੇ, ਕਿੰਨਾ ਕੁ ਜਿਹੜੇ ਮਰ ਰਹੇ ਨੇ ਅਪਰੋਕਸੀਮੇਟ ਉਹਨਾਂ ਦੀ ਏਜ ਕਿੰਨੀ ਕੁ। ਕਈ ਹੁਣ 100 ਸਾਲ ਤੱਕ ਵੀ ਜਿੰਦੇ ਨੇ, ਕਈ 70 ਸਾਲ ਤੱਕ ਮਸਾਂ ਜਿੰਦੇ ਨੇ। ਸੋ ਕਾਫੀ ਜ਼ਿਆਦਾ ਇਹਦੇ ਵਿੱਚ ਚੀਜ਼ਾਂ ਨੇ। ਪਰ ਪੋਪੂਲੇਸ਼ਨ ਬਾਰੇ ਅੱਜ ਅਸੀਂ ਹੋਰ ਗੱਲਬਾਤ ਕਰ ਰਹੇ ਹਾਂ ਤੇ ਤੁਸੀਂ ਵੀ ਫੋਨ ਕਰਕੇ ਆਪਣੇ ਤੁਸੀਂ ਵਿਚਾਰ ਦੇ ਸਕਦੇ ਹੋ। ਰੇਡੀਓ ਇੰਡੀਆ, ਹੈਲੋ, मैं डॉक्टर निशा बोल रही हूँ। हाँ जी डॉक्टर निशा जी, की हाल चाल है जी? हाँ ठीक है, बहुत अच्छा लगा, तो बहुत अच्छा टॉपिक लिया तुसी। हाँ जी, अज क्योंकि 11 तरीक ਨੂੰ वर्ल्ड पॉपुलेशन डे है और बहुत सारे लोगों के क्वेश्चन ने कि पॉपुलेशन किधर जा रही है, कित्थे जा रही है, ਵੱਧ ਜ਼ਰੂਰ ਰਹੀ है
ਪਰ ਬਹੁਤ ਸਾਰੇ ਕੰਟਰੀਜ਼ ਘਟ ਰਹੀ ਹੈ, ਪਰ ਜਾ ਕਿਹੜੇ ਪਾਸੇ ਰਹੀ ਹੈ? ਜੀ ਰਾਣੀ ਜੀ, ਇਸ ਤਰ੍ਹਾਂ ਹੈ ਕਿ ਜਿਹੜੀ ਕਿ ਕਾਫੀ ਜਿਹੜੇ ਅਵੇਅਰ ਨੇ, ਕਾਫੀ ਜਿਸ ਤਰ੍ਹਾਂ ਹੁਣ ਚਾਈਨਾ ਦੀ ਪਾਪੂਲੇਸ਼ਨ ਕਾਫੀ ਜ਼ਿਆਦਾ ਹੋ ਗਈ ਸੀ ਤੇ ਉਹਨਾਂ ਨੇ ਕਾਫੀ ਪਲਾਨਸ ਉਹ ਚਲਾਏ, ਰਿਸਟ੍ਰਿਕਸ਼ਨਸ ਲਗਾਈਆਂ ਕਿ ਪਾਪੂਲੇਸ਼ਨ ਘਟਣੀ ਚਾਹੀਦੀ। ਤੇ ਹੁਣ ਤੁਸੀਂ ਦੇਖਿਆ ਹੋਏਗਾ ਸਲੋਲੀ ਜਿਹੜੀ ਚਾਈਨਾ ਦੀ ਪਾਪੂਲੇਸ਼ਨ ਕੰਟਰੋਲ ਚ ਆਉਂਦੀ ਪਈ ਹੈ, ਘਟਦੀ ਪਈ ਹੈ। ਤੇ ਜਿਹੜੀ ਹੁਣ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੁੰਦੀ ਪਈ ਹੈ ਉਹ ਇੰਡੀਆ ਦੀ ਹੋ ਗਈ ਹੈ। ਕਹਿੰਦੇ 23 ਦੇ ਮਿਡ ਚ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਇੰਡੀਆ ਦੀ ਹੈ। ਇੰਡੀਆ ਦੀ ਪਾਪੂਲੇਸ਼ਨ ਹੈ। ਔਰ ਤੁਸੀਂ ਇਹ ਵੀ ਦੇਖਿਆ ਹੋਏਗਾ ਕਿ ਇੰਡੀਆ ਦੀ ਪਾਪੂਲੇਸ਼ਨ ਵਿੱਚ ਯੰਗ ਜਨਰੇਸ਼ਨ ਜਿਹੜੀ ਹੈ ਉਹ ਜ਼ਿਆਦਾ ਹੈ, ਓਲਡ ਜਨਰੇਸ਼ਨ ਘੱਟ ਹੈ। ਇਸ ਦਾ ਮਤਲਬ ਇਹ ਹੋਇਆ ਕਿ ਬੇਬੀ ਬੂਮਰ ਦੇ ਬਾਅਦ, ਬੇਬੀ ਬੂਮਰ ਦੇ ਜਦੋਂ ਜਿਨ੍ਹਾਂ ਦਾ ਜਨਮ 1947 ਕੋਲੋਂ ਲੈ ਕੇ ਬਾਅਦ ਵਿੱਚ ਜਿਹੜਾ ਹੋਇਆ, ਜਿਹੜਾ 1962 ਨੂੰ ਬੇਬੀ ਬੂਮਰਸ ਕਹਿੰਦੇ, ਜਿਨ੍ਹਾਂ ਦਾ ਜਿਵੇਂ ਸਾਡੀ ਉਮਰ ਚ ਹੋ ਗਿਆ। ਹਾਂਜੀ, ਸਾਡੀ ਉਮਰ ਦੇ ਜਿਹੜੇ ਨੇ ਇਹਨਾਂ ਨੂੰ ਬੇਬੀ ਬੂਮਰਸ ਕਹਿੰਦੇ ਨੇ। ਇਹ ਹੁਣ ਏਜਿੰਗ ਹੁੰਦੀ ਪਈ ਹੈ, ਹੁਣ ਇਹ 60 ਦੇ ਨੇੜੇ ਤੇੜੇ ਪਹੁੰਚਦੇ ਪਏ ਨੇ। ਤੇ ਉਹਦੇ ਬਾਅਦ ਵਿੱਚ ਹੀ ਕਾਫੀ ਬੂਮ ਆਇਆ ਹੈ। ਜਿਹੜੀ ਹੁਣ ਨਿਊ ਜਨਰੇਸ਼ਨ ਦੀ ਹੈ, ਜਿਹੜੀ 20s ਵਿੱਚ ਲੋਕੀ ਬਹੁਤ ਜ਼ਿਆਦਾ ਨੇ ਇੰਡੀਆ 'ਚ। ਤੇ ਇਹਦਾ ਮਤਲਬ ਇਹ ਹੈ ਕਿ ਹੁਣ ਹੀ ਰੀਸੈਂਟਲੀ ਹੀ ਇਹ ਸਾਰਾ, ਪਹਿਲੇ ਚਾਈਨਾ ਸੀ, ਹੁਣ ਹੀ ਇੰਡੀਆ ਨੇ ਸਰਪਾਸ ਕੀਤਾ ਚਾਈਨਾ ਨੂੰ, ਹੁਣ ਜ਼ਿਆਦਾ ਹੋ ਗਈ ਹੈ ਪਾਪੂਲੇਸ਼ਨ। ਇੱਕ ਕਾਰਨ ਹੋਰ ਵੀ ਕਹਿ ਸਕਦੇ ਹਾਂ ਕਿ ਕਿਉਂਕਿ ਅੱਜ ਕੱਲ ਆਰਟੀਫਿਸ਼ਲ ਕਾਫੀ ਤਰੀਕੇ ਲੋਕੀ ਅਪਣਾਉਂਦੇ ਨੇ। ਪਹਿਲੇ ਮੋਸਟਲੀ ਨੈਚੁਰਲ ਤਰੀਕੇ ਨਾਲ ਹੀ ਰਿਲਾਇਬਿਲਿਟੀ ਸੀ। ਹਾਂਜੀ, ਤੇ ਬੱਚੇ ਹੁੰਦੇ ਸੀ ਤੇ ਠੀਕ ਹੈ, ਨਹੀਂ ਹੁੰਦੇ ਸੀ ਸੈਟਿਸਫਾਈਡ ਹੁੰਦੀ ਸੀ, ਨਹੀਂ ਬੱਚੇ ਹੈ ਨਾ, ਜਾਂ ਕੁਛ ਆਪਣੇ ਆਪ ਨੂੰ ਕਰ ਲੈਂਦੇ ਸੀ ਕਿ ਰੱਬ ਦੇ ਭਰੋਸਾ ਕਰਕੇ ਠੀਕ ਹੈ, ਇੰਨਾ ਹੀ ਠੀਕ ਹੈ ਨਾ। ਪਰ ਅੱਜ ਕੱਲ ਕੀ ਹੈ ਕਿ ਜਿੱਦਾਂ ਜਿੱਦਾਂ ਟੈਕਨੋਲੋਜੀ ਵੱਧਦੀ ਪਈ ਹੈ, ਉਹਦੇ ਨਾਲ ਕੀ ਹੁੰਦਾ ਪਿਆ ਕਿ ਹਰ ਕੋਈ ਨਵੀਂ ਟੈਕਨੋਲੋਜੀ ਯੂਜ਼ ਕਰਕੇ, ਪੈਸੇ ਖਰਚ ਕੇ ਤੁਸੀਂ ਬੇਬੀ ਲੈ ਸਕਦੇ ਹੋ। ਸੋ ਇਹ ਵਾਲਾ ਬਿਜ਼ਨਸ ਵੀ ਬਹੁਤ ਗਰੋ ਹੁੰਦਾ ਪਿਆ ਹੈ। ਹਾਂਜੀ, ਤੇ ਇਸੇ ਕਰਕੇ ਇਹ ਹੁਣੇ ਹੀ ਹੋਇਆ, ਮਤਲਬ ਤੁਸੀਂ ਕਹੋ ਕਿ 20 ਕੁਛ ਸਾਲਾਂ ਦਾ, ਉਹਨੇ ਕੁਛ ਸਾਲਾਂ ਦੇ 20-25 ਸਾਲ ਤੋਂ ਲੈ ਲਓ, ਇਹ ਜ਼ਿਆਦਾ ਹੀ ਹੋਇਆ ਹੁਣ ਕੋਈ ਵੀ ਹੁੰਦਾ ਕਿ ਹੁਣ ਕੰਮ ਦੇ ਹਿਸਾਬ ਨਾਲ ਕਈਆਂ ਦੇ ਵਿਆਹ ਲੇਟ ਹੁੰਦੇ ਪਏ ਨੇ। मैरिज भी 30 ਦੇ ਬਾਅਦ ਹੀ ਲੜਕੀ ਲੜਕਾ ਕਰਾਉਂਦੇ ਨੇ, ਕਈ ਵਾਰੀ 40 ਚ ਕਰਾਉਂਦੇ ਨੇ ਕਿਉਂਕਿ ਕੈਰੀਅਰ ਨੂੰ ਜ਼ਿਆਦਾ ਫੋਕਸ ਕਰਦੇ ਨੇ। ਫਿਰ ਕੀ ਕਰਦੇ ਨੇ ਕਿ ਜਿਹੜੀ IVF ਤੇ ਡਿਪੈਂਡ ਕਰਦੇ, ਨੈਚੁਰਲ ਉਸਦੇ ਕਈ ਵਾਰੀ ਟ੍ਰੀਟਮੈਂਟ ਪੋਸੀਬਲ ਨਹੀਂ ਹੁੰਦੇ, ਨੈਚੁਰਲ ਵੇ ਨਾਲ ਪ੍ਰੈਗਨੈਂਸੀਜ਼ ਨਹੀਂ ਹੁੰਦੀਆਂ, ਜਾਂ ਫਿਰ ਅੱਜ ਕੱਲ ਕੀ ਹੁੰਦਾ ਕਿ ਲੋਕਾਂ ਨੂੰ ਹਾਰਮੋਨ ਇੰਬੈਲੈਂਸ ਬਹੁਤ ਹੋ ਗਏ ਨੇ ਤੇ ਆਪਣੇ ਬੇਬੀਜ਼ ਨਹੀਂ ਹੁੰਦੇ, ਫਿਰ ਉਹ ਆਰਟੀਫਿਸ਼ੀਅਲ ਸਹਾਰਾ ਲੈਂਦੇ ਨੇ। ਤੇ ਆਰਟੀਫਿਸ਼ੀਅਲ ਸਹਾਰੇ ਵਿੱਚ ਕੀ ਹੁੰਦਾ, ਇੱਕ ਬੱਚਾ ਘੱਟ ਹੁੰਦਾ, ਜਾਂ ਤੇ ਟਵਿੰਸ ਹੁੰਦੇ ਨੇ ਜਾਂ ਟ੍ਰਿਪਲੇਟਸ ਹੁੰਦੇ ਨੇ, ਇਹ ਬਿਕਾਜ਼ ਆਫ ਆਰਟੀਫਿਸ਼ੀਅਲ ਇਨਸੈਮੀਨੇਸ਼ਨ, ਆਰਟੀਫਿਸ਼ੀਅਲ ਨਾਲ। ਤਾਂ ਫਿਰ ਬੱਚੇ ਹੁਣ ਜਿਹੜਾ ਤੁਸੀਂ ਇੱਕ ਬੇਬੀ ਪਲਾਨ ਕਰਦੇ ਹੋ, ਉੱਥੇ ਤੁਹਾਨੂੰ 3 ਬੱਚੇ ਹੁੰਦੇ ਪਏ ਨੇ, 4 ਬੱਚੇ ਇੱਕ ਕਿਊਬਿਕ ਵਿੱਚ, ਤੇ ਮੈਨੂੰ ਲੱਗਦਾ ਕਿ 4 ਬੱਚੇ 4 to 6 ਨਾਰਮਲ ਹੈ, ਇੱਕ ਪ੍ਰੈਗਨੈਂਸੀ ਤੇ ਨਿਕਲਦੇ ਨੇ ਬੱਚੇ। ਤੁਸੀਂ ਅੱਜ ਦੇਖਿਆ 8 ਬੱਚੇ ਵੀ ਕਈਆਂ ਦੇ ਹੁੰਦੇ ਨੇ। ਸੋ ਇਹ ਜਿਹੜਾ ਆਰਟੀਫਿਸ਼ੀਅਲ ਸਿਸਟਮ ਚੱਲਿਆ ਨਾ, ਇਹਦੇ ਵਿੱਚ ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਨਹੀਂ ਮਿਲਦਾ, ਜ਼ਰੂਰਤ ਕੋਲੋਂ ਜ਼ਿਆਦਾ ਹੀ ਮਿਲਦਾ ਹੈ। ਤੇ ਇਹਦੇ ਨਾਲ ਫਿਰ ਬੱਚੇ ਜਿਹੜੇ ਨੇ ਉਹ ਮਤਲਬ ਪਾਪੂਲੇਸ਼ਨ ਜ਼ਿਆਦਾ ਹੁੰਦੀ ਪਈ ਹੈ। ਔਰ ਇੰਡੀਆ ਵਿੱਚ ਕਿਉਂਕਿ ਸਾਰਾ ਪ੍ਰਾਈਵੇਟਾਈਜੇਸ਼ਨ ਹੈ, ਲੋਕੀ ਫਟੋਫਟ ਅਪਰੋਚ ਕਰਦੇ ਨੇ। ਇੱਥੇ ਸਾਡੀਆਂ ਗਾਈਡਲਾਈਨਸ ਨੇ, ਇੱਥੇ ਤੁਸੀਂ ਆਪਣੇ ਤਰੀਕੇ ਨਾਲ ਨਹੀਂ ਕਰ ਸਕਦੇ, ਇੱਥੇ ਤੁਹਾਨੂੰ ਡਾਕਟਰ ਤੇ ਡਿਪੈਂਡ ਹੋਣਾ ਪੜਦਾ ਹੈ ਨਾ, ਕੈਨੇਡਾ ਵਿੱਚ ਜਾਂ US ਵਿੱਚ ਨਹੀਂ ਹੈ। ਇੰਡੀਆ ਵਿੱਚ ਖੁੱਲਾ ਸਿਸਟਮ ਹੈ, ਓਪਨ ਹੈ, ਐਨੀਬody ਕੈਨ ਅਪਰੋਚ ਦਾ ਡਾਕਟਰਸ ਐਂਡ ਐਨੀਬody ਕੈਨ ਗੋ। ਇੱਥੋਂ ਮੈਂ ਦੇਖਿਆ ਕਿ ਜਾਂਦੇ ਨੇ ਉੱਥੇ IVF ਕਰਾ ਕੇ ਆ ਜਾਂਦੇ ਨੇ। ਯੈਸ, ਬਹੁਤ ਕਾਮਨ ਹੈ। ਇਹਦੇ ਕਰਕੇ ਪਾਪੂਲੇਸ਼ਨ ਇੰਡੀਆ ਦੀ ਬਹੁਤ ਜ਼ਿਆਦਾ ਹੈ ਤੇ ਪੈਸੇ ਤੇ ਹੈ ਨੇ, ਹੁਣ ਇਕੋਨੋਮੀ ਵੀ ਵਧੀਆ, ਹਰ ਲੋਕਾਂ ਕੋਲ ਪੈਸੇ ਹੁੰਦੇ ਸੀ, ਪਹਿਲੇ ਪੈਸਿਆਂ ਦੀ ਵੀ ਘਾਟ ਹੁੰਦੀ ਸੀ, ਹੁਣ ਪੈਸੇ ਵੀ ਹੁੰਦੇ ਨੇ ਲੋਕਾਂ ਨੂੰ। ਔਰ ਦੂਸਰਾ ਇੱਕ ਮੈਂ ਦੇਖਿਆ ਰਾਣੀ ਜੀ ਕਿ ਟ੍ਰੀਟਮੈਂਟ ਵਾਸਤੇ ਵੀ ਹੁਣ ਮੈਡੀਕਲ ਟੈਕਨੋਲੋਜੀ ਨੇ ਜ਼ਿਆਦਾ ਤਰੱਕੀ ਕਰ ਲਈ ਹੈ। ਪਹਿਲੇ ਹੀ ਪਤਾ ਲੱਗ ਜਾਂਦਾ ਕਿ ਸਾਨੂੰ ਹਾਰਟ ਡਿਜ਼ੀਜ਼ ਹੋਣੇ ਵਾਲੀ ਹੈ, ਡਾਇਬਟੀਜ਼ ਹੋਣੇ ਵਾਲੀ ਹੈ ਜਾਂ ਕੁਛ ਹੈ, ਜਾਂ ਫਿਰ ਜਿਹੜੀ ਅਗਰ ਹੋਈ ਹੁੰਦੀ ਹੈ ਉਹਨੂੰ ਮੇਨਟੇਨ ਕਰਦੇ ਨੇ, ਮਤਲਬ ਪਹਿਲੇ ਤਾਂ ਡੈਥ ਹੋ ਜਾਂਦੀ ਸੀ, ਹੈ ਨਾ, ਹਾਰਟ ਅਟੈਕ। ਅੱਜ ਕੱਲ ਆਈਡੈਂਟੀਫਿਕੇਸ਼ਨ ਪਹਿਲੇ ਹੋ ਜਾਂਦੀ, ਉਮਰ ਲੰਬੀ ਹੋ ਜਾਂਦੀ ਹੈ। ਦਵਾਈਆਂ ਤੇ ਬਹੁਤ ਜ਼ਿਆਦਾ ਲੋਕੀ ਨੇ, ਸੋ ਜਿਹੜੇ 60, 70, 80 ਖਾਸ ਕਰ US ਵਿੱਚ ਦੇਖੋ ਕਿ ਕਿੰਨੇ ਲੋਕ ਨੇ, ਏਜਿੰਗ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ। ਔਰ ਮੈਡੀਕਲ ਦਾ ਮੈਕਸਿਮਮ ਐਕਸਪੈਂਸਿਸ ਜਿਹੜੇ ਹੈ ਉਹ ਮੈਡੀਕਲ ਤੇ ਜਾਂਦੇ ਨੇ, ਹੈਲਥ ਕੇਅਰ ਦਾ। ਇੱਥੇ ਵੀ ਇਹ ਹਾਲ ਹੈ। ਸੋ ਏਜਿੰਗ ਜਿਹੜੀ ਹੁੰਦੀ ਪਈ ਹੈ ਨਾ, ਉਹਨਾਂ ਵਿੱਚ ਵੀ ਇੱਕ ਤੇ ਡੈਥ ਰੇਟ ਘਟਦਾ ਪਿਆ ਕਿਉਂਕਿ ਉਹ ਏਜਿੰਗ ਜਿਹੜੇ ਲੋਕ ਨੇ ਉਹਨਾਂ ਦੀ ਕੇਅਰ ਕਰਦੇ ਨੇ। ਤੇ
ਇੱਥੇ ਇਸ ਕਰਕੇ ਪਾਪੂਲੇਸ਼ਨ ਹੈ, ਲੇਕਿਨ ਇੰਡੀਆ ਵਿੱਚ ਜ਼ਿਆਦਾ ਹੈ ਕਿ ਨਿਊ ਜਨਰੇਸ਼ਨ ਨਿਊ ਟੈਕਨੋਲੋਜੀ ਦੇ ਕਾਰਨ ਲੋਕੀ ਜ਼ਿਆਦਾ ਕੋਲੋਂ ਜ਼ਿਆਦਾ ਬੱਚੇ ਹੁੰਦੇ ਪਏ ਨੇ ਔਰ ਪਾਪੂਲੇਸ਼ਨ ਵੱਧਦੀ ਪਈ। ਹੁਣ ਕਈ ਲੋਕ ਜਿਨ੍ਹਾਂ ਕਈ ਕੁੜੀਆਂ ਇਹੋ ਜਿਹੀਆਂ ਨੇ ਸ਼ਾਇਦ ਉਹਨਾਂ ਦਾ ਬੱਚਾ ਨਾ ਹੁੰਦਾ ਹੋਏ ਜਾਂ ਦੇ ਡੋਂਟ ਵਾਂਟ ਟੂ ਗੋ ਥਰੂ ਦਾ ਹੋਲ ਪ੍ਰੋਸੀਜਰ ਵੀ 9 ਮਹੀਨੇ ਮੈਂ ਬੱਚਾ ਰੱਖਾਂਗੀ, ਫਿਗਰ ਖਰਾਬ ਹੁੰਦਾ, ਉਹ ਤੁਸੀਂ ਰੈਂਟ ਤੇ ਕਰ ਲੈਂਦੇ ਹੋ ਬਾਹਰੋਂ ਮੈਕਸੀਕੋ ਜਾਂ ਇੰਡੀਆ ਵੀ ਜਾਂ ਹੋਰ ਕਈ ਜਿਹੜੇ ਥਰਡ ਵਰਲਡ ਕੰਟਰੀਜ਼ ਨੇ ਉੱਥੋਂ ਤੁਸੀਂ ਰੈਂਟ ਕਰ ਲੈਂਦੇ ਹੋ? ਹਾਂਜੀ, ਸਰੋਗੇਟਡ ਮਦਰਸ। ਹਾਂਜੀ, ਉਹ ਬਹੁਤ ਜ਼ਿਆਦਾ ਅੱਜ ਤੋਂ ਕਾਮਨ ਹੋਇਆ। ਹੁਣ ਜਦੋਂ ਦੀ ਆਰਟੀਫੀਸ਼ੀਅਲ ਚੀਜ਼ਾਂ ਚੱਲੀ ਦੀਆਂ ਨੇ ਬੱਚੇ, ਔਰ ਇਹ ਵੀ ਦੇਖੋ ਰਾਣੀ ਜੀ ਬਹੁਤ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਬਿਮਾਰ ਬੱਚੇ ਜ਼ਿਆਦਾ ਹੁੰਦੇ ਪਏ ਨੇ, ਮੈਂਟਲੀ ਰਿਟਾਰਡਡ ਬੱਚੇ ਜ਼ਿਆਦਾ ਹੁੰਦੇ ਪਏ, ਹੈਲਦੀ ਬੱਚੇ ਘੱਟ ਹੁੰਦੇ ਪਏ। ਔਰ ਮੈਂ ਹੈਰਾਨ ਹੋ ਜਾਨੀ ਹਾਂ ਕਿ ਜਿਸਲੇ ਮੇਰੇ ਸਕੂਲ ਦੇ ਟੀਚਰ ਗੱਲ ਕਰਦੇ ਨੇ ਕਿ ਸਪੈਸ਼ਲ ਚਾਈਲਡ ਜਿਹੜੇ ਬੱਚੇ ਨੇ ਉਹ ਬਹੁਤ ਨੰਬਰ ਹਾਈ ਹੁੰਦਾ ਪਿਆ ਡੇ ਬਾਈ ਡੇ। ਹਾਂਜੀ, ਚਾਹੇ ADHD ਹੈ, ਡਾਊਨ ਸਿੰਡਰੋਮ ਹੈ ਜਾਂ ਕੋਈ ਹੋਰ ਸਪੈਸ਼ਲ ਨੀਡਸ ਵਾਲੇ ਬੱਚੇ ਨੇ। ਈਵਨ ਕਿ ਅਸੀਂ ਜਿਮ ਵੀ ਜਾਂਦੇ ਹਾਂ, ਜਿਮ ਦੇਖੋ ਜਿਹੜੇ ਗੌਰਮੈਂਟ ਰੂਲਡ ਜਿਮ ਨੇ ਜਿਹੜੇ, ਉੱਥੇ ਵੀ ਤੁਸੀਂ ਦੇਖੋ ਕਿ ਇਹ ਵਾਲੇ ਲੋਕਾਂ ਦੇ ਨੰਬਰ ਕਾਫੀ ਜ਼ਿਆਦਾ ਹੁੰਦਾ ਪਿਆ। ਇਹ ਕਿਉਂ? ਬਿਕੋਜ਼ ਇਹ ਆਰਟੀਫਿਸ਼ਲ ਚੀਜ਼ਾਂ ਨਾਲ। ਹਾਂਜੀ ਹਾਂਜੀ, ਪਰ ਹਾਂਜੀ ਫੂਡ ਵੀ ਚਲੋ ਕਾਰਨ ਕੋਈ ਹੋ ਸਕਦਾ, ਮੋਰ ਪ੍ਰੋਸੈਸਡ ਫੂਡ ਜਿਹੜੇ ਪੈਦਾ ਹੀ ਹੁੰਦੇ। ਹਾਂ, ਮਦਰਸ ਅਗਰ ਅਨਹੈਲਦੀ ਫੂਡ ਖਾਂਦੀਆਂ ਨੇ ਜਾਂ ਉਹਨਾਂ ਨੂੰ ਹੈਲਥ ਇਸ਼ੂਜ਼ ਨੇ, ਦੋਨਾਂ ਕਪਲ ਨੂੰ ਹੈਲਥ ਇਸ਼ੂਜ਼ ਨੇ ਤੇ ਬਹੁਤ ਜ਼ਿਆਦਾ ਹੈ। ਇੱਕ ਮੇਰੇ ਕੋਲ ਪੇਸ਼ੈਂਟ ਆਇਆ ਸੀ, ਉਹਦੇ ਕੀ ਉਹਨੂੰ ਕਹਿੰਦੇ ਨੇ ਥੈਲੇਸੀਮੀਆ। ਥੈਲੇਸੀਮੀਆ ਜਿਹੜਾ ਹੁੰਦਾ, ਜਿਹੜਾ ਐਨੀਮਿਕ ਲੋਕ ਆਇਰਨ ਬੜੀ ਘੱਟ ਹੁੰਦੀ ਹੈ ਤੇ ਅਗਰ ਕਾਫੀ ਦੇਰ ਰਹਿੰਦੀ ਤਾਂ ਉਹਨਾਂ ਦੇ ਜੈਨੇਟਿਕਲੀ ਹੀ ਉਹਨਾਂ ਦੇ ਆਇਰਨ ਘੱਟ ਬਣਦਾ ਹੈ ਤੇ ਉਹਨਾਂ ਨੂੰ ਮਾਈਨਰ ਥੈਲੇਸੀਮੀਆ ਕਹਿੰਦੇ ਨੇ। ਫਿਰ ਜਿਸਲੇ ਤੁਹਾਡੇ ਦੋਨੋਂ ਜੀਨਸ ਖਰਾਬ ਹੋ ਜਾਂਦੇ ਉਹਨੂੰ ਮੇਜਰ ਥੈਲੇਸੀਮੀਆ ਕਹਿੰਦੇ ਨੇ। ਤੇ ਕਿਉਂਕਿ ਪਹਿਲੇ ਤਾਂ ਟਿਊਬੜੇ ਮਿਲਾਉਂਦੇ, ਕੋਈ ਜੈਨੇਟਿਕ ਟੈਸਟਿੰਗ ਤੇ ਹੁੰਦੀ ਨਹੀਂ, ਤੇ ਫਿਰ ਉਹ ਜਿਹੜੇ ਥੈਲੇਸੀਮੀਆ ਤੋਂ ਅਗਰ ਫਾਦਰ ਵੀ ਥੈਲੇਸੀਮੀਆ ਤੇ ਮਦਰ ਵੀ ਥੈਲੇਸੀਮੀਆ ਹੈ ਨਾ, ਅਗਰ ਦੋਨੋਂ ਕਪਲ ਵਿੱਚ ਮਾਈਨਰ ਥੈਲੇਸੀਮੀਆ ਹੀ ਹੈ ਲੇਕਿਨ ਜਿਹੜਾ ਬੱਚਾ ਪੈਦਾ ਹੋਏਗਾ ਉਹ ਮੇਜਰ ਥੈਲੇਸੀਮੀਆ ਹੋਏਗਾ। ਫਿਰ ਉਹੋ ਜਿਹੇ ਬੱਚਿਆਂ ਨੂੰ ਫਿਰ ਬਲੱਡ ਟ੍ਰਾਂਸਫਿਊਜ਼ਨ ਕਰਾਉਣਾ ਪੈਂਦਾ ਹੈ, ਉਹ ਦੂਸਰੀ ਕੈਟਾਗਰੀ ਦੇ ਬੱਚੇ ਆ ਜਾਂਦੇ ਨੇ। ਅੱਛਾ, ਤੁਹਾਡੇ ਕੋਲ ਇੱਕ ਕੁਐਸਚਨ ਹੋਰ ਹੈ ਡਾਕਟਰ ਡੋਗਰਾ ਕਿ ਜੇ ਹੁਣ ਆਪਣਾ ਪਹਿਲੇ ਪਤਾ ਲੱਗ ਜਾਏ ਕਿ ਇਹ ਬੱਚੇ ਦੇ ਪ੍ਰੋਬਲਮ ਹੈ, ਹੁਣ ਅਸੀਂ ਨਾ ਪਿਛਲੇ ਮਹੀਨੇ ਆਟਿਜ਼ਮ ਤੇ ਕੀਤਾ ਸੀਗਾ ਤੇ ਪਰ ਕਈ ਵਾਰੀ ਡਾਕਟਰਸ ਦੱਸ ਦਿੰਦੇ ਨੇ ਕਿ ਇਹ ਬੱਚਾ ਹੈਲਥੀ ਨਹੀਂ ਹੋਣਾ ਜਾਂ ਕੋਈ ਨਾ ਕੋਈ ਬ੍ਰੇਨ ਦੀ ਪ੍ਰੋਬਲਮ ਹੋਣੀ ਹੈ, ਤੇ ਕੀ ਉਸ ਟਾਈਮ ਅਬੋਰਸ਼ਨ ਕਰਾ ਲੈਣਾ ਚਾਹੀਦਾ ਕਿ ਬੱਚੇ ਆ ਪੈਦਾ ਕਰਨਾ ਚਾਹੀਦਾ ਉਸ ਟਾਈਮ? ਕਿਉਂਕਿ ਫਿਰ ਸਾਰੀ ਉਮਰ ਤੁਸੀਂ ਉਸ ਬੱਚੇ ਦੀ ਕੇਅਰ ਕਰਦੇ ਹੋ। ਪੇਰੈਂਟਸ ਜਿਹੜੇ ਨੇ ਦੇ ਗੋ ਥਰੂ ਸੋ ਮਚ, ਈਵਨ ਕਈਆਂ ਦਾ ਡਿਵੋਰਸ ਹੋ ਜਾਂਦਾ ਹੈ। ਸੋ ਹੁਣ ਜੇ ਪਤਾ ਹੈ, ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਇਹੋ ਜਿਹੇ ਬੱਚੇ ਜ਼ਿਆਦਾ ਪੈਦਾ ਹੋ ਰਹੇ ਨੇ, ਕੀ ਜੇ ਪਤਾ ਹੈ ਕਿ ਬੱਚਾ ਹੈਲਥੀ ਨਹੀਂ ਹੋਣਾ, ਕੀ ਅਬੋਰਸ਼ਨ ਕਰਾ ਲੈਣਾ ਚਾਹੀਦਾ ਪਹਿਲੇ? ਉਹਦੇ ਵਿੱਚ ਕੀ ਹੈ ਕਿ ਕੁਝ ਕੇਸਿਸ ਐਸੇ ਹੁੰਦੇ ਨੇ ਜਿਹੜੇ ਕਿ ਮੈਂ ਦੇਖਿਆ ਕਿ ਅਗਰ ਹਾਰਟ ਹੀ ਨਹੀਂ ਪੂਰਾ ਬਣੇਗਾ, ਆਰਗਨ ਹੀ ਡਿਵੈਲਪ ਹੋਏਗੇ, ਬ੍ਰੇਨ ਹੀ ਪੂਰਾ ਡਿਵੈਲਪ ਨਹੀਂ ਹੋਏਗਾ। ਕਈ ਮੈਂ ਦੇਖਿਆ ਕਿ ਬ੍ਰੇਨ ਓਪਨ ਹੀ ਰਿਹਾ ਹੁੰਦਾ, ਬੰਦ ਹੀ ਨਹੀਂ ਹੁੰਦਾ, ਫਿਰ ਬ੍ਰੇਨ ਕਮਜ਼ੋਰ ਹੁੰਦਾ ਲੇਕਿਨ ਖੁੱਲਾ ਹੁੰਦਾ ਹੈ, ਹਾਰਟ ਦੇ ਵਾਲਵ ਨਹੀਂ ਪੂਰੇ ਬਣੇ ਗਏ। ਉਸ ਕੇਸ ਵਿੱਚ ਡਾਕਟਰ ਵੀ ਕਹਿੰਦੇ ਨੇ ਕਿ ਬੱਚਾ ਦਾ ਇਹ ਨਹੀਂ ਹੋ ਸਕਦਾ, ਪੋਸੀਬਿਲਿਟੀ ਇਜ਼ ਬੈਟਰ ਟੂ ਡ੍ਰੌਪ ਡਾਊਨ। ਪਰ ਕਈ ਵਾਰੀ ਹੁੰਦਾ ਕਿ ਉਸ ਲਈ ਕਿਉਂਕਿ ਫੁੱਲ ਮੰਥ ਦੀ ਪ੍ਰੈਗਨੈਂਸੀਜ਼ ਹੁੰਦੀਆਂ ਨੇ ਤੇ ਕਈ ਵਾਰੀ ਕੰਡੀਸ਼ਨਸ ਐਸੀ ਹੁੰਦੀਆਂ ਤੁਸੀਂ ਨਹੀਂ ਕਰ ਸਕਦੇ। ਤੇ ਪਰ ਅਗਰ ਇਹੋ ਜਿਹੀ ਹੁੰਦੀ ਹੈ ਤਾਂ ਪਹਿਲੇ ਹੀ ਪਤਾ ਲੱਗ ਜਾਂਦਾ, ਅਲਟਰਾਸਾਊਂਡ ਵਿੱਚ ਵੀ ਪਤਾ ਲੱਗ ਜਾਂਦਾ ਕਿ ਤੁਹਾਡੇ ਬੱਚਾ ਐਸਾ ਹੈ। ਉਹ ਪਹਿਲੇ ਹੀ ਉਹ ਕਹਿੰਦੇ ਕਿ ਦਿਸ ਇਜ਼, ਕਿਉਂਕਿ ਉਹਨੇ ਤਾਂ ਸਾਹ ਨਹੀਂ ਲੈਣਾ, ਬ੍ਰੀਥਿੰਗ ਨਹੀਂ ਲੈਣੀ, ਤਾਂ ਸਟਿਲ ਬੱਚੇ ਹੁੰਦੇ ਨੇ ਉਹ ਡੈਥ ਹੋ ਹੀ ਜਾਂਦੇ। ਹਾਂਜੀ ਹਾਂਜੀ। ਪਰ ਕੁਝ ਬੱਚੇ ਜਿਸ ਤੁਸੀਂ ਗੱਲ ਕਰਦੇ ਪਏ ਹੋ ਉਹ ਬੱਚੇ ਹੁੰਦੇ ਨੇ ਕਿ ਇਹੋ ਜਿਹੇ ਹੋਣੇ ਨੇ, ਪਰ ਕਈ ਵਾਰੀ ਮਦਰ ਦੀ ਕੰਡੀਸ਼ਨ ਐਸੀ ਹੁੰਦੀ ਹੈ ਕਿ ਉਹ ਉਸ ਸਟੇਜ 'ਚ ਪਤਾ ਲੱਗਦਾ ਹੈ ਜਿਸ ਦੇ 7ਵਾਂ-8ਵਾਂ ਮਹੀਨਾ ਹੁੰਦਾ ਜਿਸ ਦੇ ਤੁਸੀਂ ਅਬੋਰਸ਼ਨ ਨਹੀਂ ਕਰਾ ਸਕਦੇ। ਤੇ ਉਸਨੇ ਜਿਹੜਾ ਬੱਚਾ ਹੁੰਦਾ ਤੁਹਾਨੂੰ ਪਤਾ ਹੈ ਜੈਸਾ ਵੀ ਹੋਏ ਬੱਚੇ ਦੇ ਨਾਲ ਮੋਹ ਬਣਿਆ ਹੁੰਦਾ, ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਬੱਚੇ ਨੂੰ ਖਤਮ ਕਰ ਦਿਓ ਜਾਂ ਕੁਝ ਕਰ ਦਿਓ। ਤੇ ਹੋ ਨਹੀਂ ਪੇਰੈਂਟਸ ਤੇ ਜੇ 3-4 ਮਹੀਨਿਆਂ ਦੇ ਜੇ 4 ਮਹੀਨੇ ਦੀ ਪ੍ਰੈਗਨੈਂਸੀ ਤਾਂ ਪਤਾ ਲੱਗ ਜਾਏ ਤੇ ਫਿਰ ਕਰਾ ਸਕਦੇ ਹੋ? ਇਹਦੇ ਵਿੱਚ ਪਤਾ ਨਹੀਂ ਲੱਗਦਾ 3-4 ਮਹੀਨੇ, ਕਿਉਂਕਿ ਆਟਿਜ਼ਮ ਹੋ ਗਿਆ, ਬ੍ਰੇਨ ਦੀ ਹੈ, ਬ੍ਰੇਨ ਡਿਵੈਲਪਮੈਂਟ ਬਹੁਤ ਲੇਟ ਹੁੰਦਾ ਹੈ। ਉਹ ਅਰਲੀ 3 ਮਹੀਨੇ 4 ਮਹੀਨੇ 'ਚ ਨਹੀਂ ਪਤਾ ਲੱਗਦਾ। ਤਾਂ ਇਹ ਚੀਜ਼ਾਂ ਹੁੰਦੀਆਂ ਫੁੱਲ ਡਿਵੈਲਪਮੈਂਟ 'ਚ ਪਤਾ ਲੱਗਦੀਆਂ, ਔਰ ਕਈਆਂ ਨੂੰ 3-4 ਸਾਲ ਦਾ ਬੱਚਾ ਹੋ ਜਾਏ ਫਿਰ ਪਤਾ ਲੱਗਦਾ ਕਿ ਬੱਚਾ ਆਟਿਜ਼ਮ ਹੈ। ਮੇਰੇ ਕੋਲ ਹੁਣੇ ਆਏ ਸੀ 2 ਸਾਲ ਦਾ ਬੱਚਾ ਸੀ ਤੇ ਆਟਿਜ਼ਮ ਮੈਂ ਤੇ ਦੇਖ ਕੇ ਪਤਾ ਲੱਗਿਆ। ਉਹ ਆਏ ਸੀ ਕਿ ਉਹਨਾਂ ਨੂੰ ਅੱਖਾਂ ਦੀ ਐਲਰਜੀਜ਼ ਬੜੀ ਸੀ, ਉਹ ਕਹਿੰਦੇ ਇਹਦੀ ਅੱਖਾਂ ਦੀ ਸੁੱਜ ਜਾਂਦੀਆਂ ਨੇ, ਅੱਖਾਂ ਦੀਆਂ ਐਲਰਜੀਜ਼ ਬਹੁਤ ਨੇ ਤੇ ਇਹਦਾ ਐਲਰਜੀ ਚੈੱਕ ਕਰਾਉਣਾ ਹੈ। ਜਿਸਲੇ ਮੈਂ ਦੇਖਿਆ ਮੈਂ ਨੋ ਲੁੱਕ ਡਿਫਰੈਂਟ, ਕਿਉਂਕਿ ਉਹ ਆਈ ਕੰਟੈਕਟ ਨਹੀਂ ਰੱਖਦਾ ਪਿਆ ਸੀ ਐਂਡ ਅਗਰੈਸਿਵ ਸੀ ਔਰ ਇੱਧਰ ਉੱਧਰ ਦੇਖਦਾ ਸੀ, ਰਿਸਪੌਂਡ ਨਹੀਂ ਕਰਦਾ ਸੀ, ਕੋਈ ਜੋ ਕੁਛ ਬੋਲੋ ਦੇਖਦਾ ਨਹੀਂ ਸੀ, ਹੈ ਨਾ। ਹੀ ਵਾਜ਼ ਨਾਟ ਵੈਲਕਮਿੰਗ, ਕਿਤੇ ਹੋਰ ਹੀ ਮਤਲਬ
तो पता लग जाता जी एबनॉर्मल। फिर मैं क्या इज देयर एनी अदर इशू अदर देन लड़की? कहते हाँ ये ऑटिज्म है, डॉक्टर ने किया है। तो 2 साल का बच्चा सी ते हुण लेट पता लगता है, टेस्ट जिसले होंदे ने पहले नहीं पता लगता, जो भी ब्रेन दी रिलेटेड इशूज होंदे ने। ते एक होर भी बच्चा है ओनू टाइप 1 डायबिटीज हुणे डायग्नोज हुई है, 3-4 साल का बच्चा है डायग्नोज हुणे। ते ये बीमारियां जेहड़ियां सीवियर भी होंदी, कई बारी बच्चे दे जन्म दे उत्ते नहीं पता लगदियां जां जन्म दे पहले नहीं पता लगदियां, ओहदे बाद च पता लगदा है। लेकिन कोई भी पेरेंट जेहड़ा ओह नहीं चाहता कि असीं बच्चे नूं नहीं रखीए, ते उस बच्चे नूं रखना ही पैंदा है जी। सो बड़ा डिफिकल्ट क्वेश्चन पेरेंट्स लिए भी उस टाइम बन जाता है, क्योंकि एक सी लेडी इत्थे साडे अपना ਉਹਨੂੰ ਦੱਸਿਆ ਗਿਆ ਸੀਗਾ ਕਿ ਤੇਰਾ ਬੱਚੇ ਦਾ ਬ੍ਰੇਨ ਡਿਵੈਲਪ ਨਹੀਂ ਹੋਣਾ ਤੇ ਅਬੋਰਸ਼ਨ ਤੁਸੀਂ ਜੇ ਕਰਾਉਣਾ ਚਾਹੋ ਤੇ ਕਰਾ ਸਕਦੇ ਹੋ। ਪਰ ਸਮ ਟਾਈਮ ਉਦੋਂ ਆਈ ਥਿੰਕ 4-5 ਮਹੀਨੇ ਦਾ ਸੀ, ਪਰ ਉਹਨੇ ਨਹੀਂ ਕਰਾਇਆ। ਕਹਿੰਦੀ ਨਹੀਂ ਸਾਡੇ ਧਰਮ ਦੇ ਵਿੱਚ ਅਸੀਂ ਅਬੋਰਸ਼ਨ ਨਹੀਂ ਕਰਾ ਸਕਦੇ। ਪਰ ਹੁਣ ਬੱਚਾ 2-3 ਸਾਲ ਦਾ ਹੋ ਗਿਆ ਤੇ ਉਹ ਔਖੇ ਤੇ ਬਹੁਤ ਨੇ, ਕਿਉਂਕਿ ਬੱਚਾ ਆਈ ਡੋਂਟ ਨੋ ਕਿ ਕਦੀ ਠੀਕ ਹੋਏਗਾ ਵੀ ਕਿ ਨਹੀਂ। ਪਰ ਇਹ ਪ੍ਰੋਬਲਮਸ ਹੁਣ ਕਈ ਵਾਰੀ ਉਹ ਸੋਚਦੇ ਨੇ ਕਿ ਅਸੀਂ ਸ਼ਾਇਦ ਉਦੋਂ ਡਾਕਟਰ ਦੀ ਗੱਲ ਸੁਣ ਲੈਂਦੇ ਤੇ ਕਰਾ ਦਿੰਦੇ ਵੀ ਸਾਰੀ ਉਮਰ ਮੋਹ ਚ ਪੈ ਜਾਂਦੇ ਨਾ, ਮੋਹ ਚ ਪੈ ਜਾਂਦੇ ਜਿਸ ਲਈ ਕਿ ਅਗਰ ਹੋ ਵੀ ਸਕਦਾ ਹੋਏ ਤਾਂ ਫਿਰ ਹੁੰਦਾ ਕਿ ਕੀ ਪਤਾ ਠੀਕ ਹੀ ਹੋ ਜਾਏ। ਮਤਲਬ ਅਗਰ ਤੁਹਾਨੂੰ 1% ਵੀ 10% ਨਹੀਂ ਕਹਿ ਸਕਦੇ, 1% ਵੀ ਉਮੀਦ ਹੁੰਦੀ ਹੈ ਕਿ ਇਹ ਤੇ ਇਦਾਂ ਡਾਕਟਰ ਕਹਿੰਦੇ ਪਏ ਨੇ ਕੀ ਪਤਾ ਠੀਕ ਹੀ ਨਿਕਲੇ ਹੈ ਨਾ। ਤੇ ਸਮ ਪੀਪਲ ਡੋਂਟ, ਕਿਉਂਕਿ ਜੇ ਨਹੀਂ ਅਬੋਰਸ਼ਨ ਕਰਾ ਦਾਂਗੇ ਫਿਰ ਤੇ ਜ਼ੀਰੋ ਹੈ, ਫਿਰ ਤੁਹਾਨੂੰ ਪਤਾ ਉਮੀਦ ਵੀ ਨਿਕਲ ਗਈ। ਹਾਂਜੀ ਤੇ ਜੇ ਥੋੜੀ ਵੀ ਹੁੰਦੀ ਹੈ ਤੇ ਉਹ ਕਹਿੰਦੇ ਵੀ ਚਲੋ ਰੱਬ ਦੇ ਭਰੋਸੇ ਅਸੀਂ ਕਰਕੇ ਦੇਖ ਲੈਂਦੇ ਹਾਂ ਹਨਾ, ਇਹ ਚਾਂਸ ਲੈ ਕੇ ਦੇਖ ਲੈਂਦੇ ਹਾਂ। ਪਰ ਉਹਨਾਂ ਨੂੰ ਬਾਅਦ ਦੇ ਕਨਸੀਕੁਐਂਸਿਸ ਨਹੀਂ ਪਤਾ ਲੱਗਦੇ ਕਿ ਬੱਚਾ ਜਿਹੜਾ ਹੈ ਉਹ ਟੋਟਲੀ ਡਿਪੈਂਡੇਬਲ ਹੈ ਤੁਹਾਡੇ ਤੇ ਫॉर एवरीथिंग। तो मैं रानी दसांगी, मेरे को एक मेरी फ्रेंड सी एक, ते ओदा बच्चा पहला बच्चा सी ते बेटा होया ना, ਤੇ ਤੁਹਾਨੂੰ ਪਤਾ ਬੇਟਾ ਹੋਏ ਤੇ ਪਹਿਲੇ ਸੋਚੋ 30 ਸਾਲ 35 ਸਾਲ ਦੀ ਪਹਿਲੇ ਕਿੰਨੀਆਂ ਖੁਸ਼ੀਆਂ ਕਰਦੇ ਨੇ ਕਿ ਬੱਚਾ ਹੋਇਆ ਬੱਚਾ ਹੋਇਆ। ਤੇ ਫਿਰ ਉਹਨੂੰ ਸਾਲ ਦੇ ਅੰਦਰ ਹੀ ਪਤਾ ਲੱਗਿਆ ਸੀ ਬੱਚਾ ਨਾਰਮਲ ਨਹੀਂ ਹੈ। ਤੇ ਉਹ ਹੁਣ ਸੋਚੋ ਕਿ ਹੁਣ 50 ਸਾਲ ਦਾ ਬੱਚਾ ਹੁੰਦਾ ਪਿਆ, 45 ਸਾਲ, ਤੇ ਸਾਰੀ ਲਾਈਫ ਉਹਦੀ ਬੱਚੀ ਫਸਟ ਚਾਈਲਡ ਸੀ, 2 ਬਾਅਦ ਲੜਕੀਆਂ ਨਾਰਮਲ ਹੋਈਆਂ। ਪਰ ਉਹ ਜਿਹੜੀ ਇੰਨੀ ਇੰਟੈਲੀਜੈਂਟ ਤੇ ਪੜ੍ਹੀ ਲਿਖੀ ਹੋਈ ਸੀ ਤੇ ਉਹਦੀ ਲਾਈਫ ਜਿਹੜੀ ਸਾਰੀ ਉਹਦੇ ਬੱਚੇ ਨਾਲ ਹੀ ਨਿਕਲੀ ਹੈ। ਮੈਂਟਲੀ ਅਪਸੈਟ ਜੇ ਉਹ ਹਸਬੈਂਡ ਮਤਲਬ ਬਿਜ਼ਨਸ ਵਿੱਚ ਸੀ, ਉਹ ਤੇ ਬਿਜ਼ੀ ਸੀ, ਬਟ ਸ਼ੀ ਵਾਸ ਟੋਟਲੀ ਹਾਊਸ ਵਾਈਫ ਬਣ ਗਈ ਤੇ ਉਹਨੇ ਆਪਣੀ ਸੇਵਾ ਵੀ ਸੀ, ਬੱਚੇ ਦੀ ਸੇਵਾ 'ਚ ਸਾਰੀ ਜ਼ਿੰਦਗੀ ਦੇ ਦਿੱਤੀ ਉਹਨੇ। ਤਾਂ ਕਈ ਵਾਰੀ ਐਸਾ ਸਿਚੁਏਸ਼ਨ ਬਣਦਾ ਤੁਸੀਂ ਮੋਹ 'ਚ ਫਸ ਜਾਂਦੇ ਹੋ ਤੇ ਫਿਰ ਤੁਸੀਂ ਉਸ ਨਿਕਲ ਨਹੀਂ ਸਕਦੇ ਹੈ ਨਾ, ਤੇ ਉਹ ਫਿਰ ਲਾਈਫ ਦਾ ਡਿਫਰੈਂਟ ਟਰਨ ਆ ਜਾਂਦਾ ਹੈ। ਇਸੇ ਕਰਕੇ ਰਾਣੀ ਜੀ ਅਸੀਂ ਹਰ ਵਕਤ ਕਹਿੰਦੇ ਹਾਂ ਕਿ ਜਿਸਲੇ ਤੁਸੀਂ ਬੇਬੀ ਪਲਾਨ ਕਰਦੇ ਹੋ ਨਾ, ਬਹੁਤ ਜ਼ਰੂਰੀ ਹੈ ਪਹਿਲੇ ਤੁਸੀਂ ਹੈਲਥ ਦੇਖੋ ਆਪਣੀ, ਤੁਹਾਡੀ ਸਿਹਤ ਕਿਹੋ ਜਿਹੀ ਹੈ, ਕਿਆ ਤੁਸੀਂ ਹੈਲਦੀ ਬੇਬੀ ਲੈ ਸਕਦੇ ਹੋ। ਕਿਉਂਕਿ ਮੇਰੇ ਕੋਲ ਕਈ ਐਸੇ ਆਉਂਦੇ ਉਹਨਾਂ ਨੇ ਆਪਣੇ ਹਾਰਮੋਨ ਵੀ ਖਰਾਬ ਨੇ, ਡਾਈਜੈਸ਼ਨ ਵੀ, ਮੈਂਟਲੀ ਵੀ ਡਿਪਰੈਸ਼ਨ, ਜਾਂ ਦਵਾਈਆਂ ਖਾਂਦੇ ਪਏ ਨੇ ਜਾਂ ਈਵਨ ਕਿ ਡਾਇਬਟੀਜ਼ ਦੀ ਦਵਾਈਆਂ ਖਾਂਦੇ ਪਏ ਨੇ। ਤੇ ਮੈਂ ਕਹਿੰਦੀ ਹਾਲੇ ਤੁਸੀਂ ਵੇਟ ਕਰ ਲਓ, ਚਾਹੇ ਸਾਲ ਵੇਟ ਕਰ ਲਓ, ਤੇ ਪਹਿਲੇ ਤੁਸੀਂ ਆਪੇ ਹੈਲਦੀ ਹੋ ਜਾਓ ਫਿਰ ਕਰੋ। ਤੇ ਫਿਰ ਕਈ ਕਹਿੰਦੇ ਨਹੀਂ ਸਾਨੂੰ ਇਨ-ਲਾਜ਼ ਦਾ ਬੜਾ ਪ੍ਰੈਸ਼ਰ ਹੈ, ਜਲਦੀ ਬੇਬੀ ਲਿਆਓ, ਇੰਨਾ ਡਿਲੇ ਨਹੀਂ ਕਰਨਾ, ਇਹ ਉਹ ਕਈ ਵਾਰੀ ਕਰਦੇ ਹੀ ਪ੍ਰੈਸ਼ਰ ਪਾ ਦਿੰਦੇ ਨੇ ਵੀ ਬੱਚਾ ਪੈਦਾ ਕਰੋ। ਤੇ ਚਲੋ ਤੁਹਾਡੇ ਰੇਡੀਓ ਥਰੂ ਅਸੀਂ ਇਹ ਵੀ ਕਹਿੰਦੇ ਹਾਂ ਸਾਰਿਆਂ ਨੂੰ ਕਿ ਇੰਨਾ ਪ੍ਰੈਸ਼ਰ ਵੀ ਨਾ ਪਾਓ ਕਿ ਸਾਰੀ ਲਾਈਫ ਤੁਹਾਡੀ ਖਰਾਬ ਹੋ ਜਾਏ ਜਾਂ ਤੁਹਾਡੀ ਫੈਮਿਲੀ ਵਿੱਚ ਇੰਨੀ ਪ੍ਰੋਬਲਮਸ ਆ ਜਾਏ। ਕਿ ਹੈਲਦੀ ਸਿੱਧੀ ਗੱਲ ਕਿ ਹੈਲਦੀ ਮਦਰ ਜਾਂ ਹੈਲਦੀ ਪੇਰੈਂਟਸ ਹੋਣਗੇ ਤੇ ਹੈਲਦੀ ਬੇਬੀਜ਼ ਹੋਣਗੇ। ਤੇ ਅਗਰ ਤੁਹਾਡਾ ਤੁਸੀਂ ਆਪੇ ਹੀ ਬਿਮਾਰ ਹੋ, ਆਪੇ ਤੁਹਾਨੂੰ ਤਕਲੀਫਾਂ ਨੇ, ਤੇ ਨੈਚੁਰਲੀ ਬੱਚਿਆਂ 'ਚ ਜਾਣੀਆਂ ਸਾਰੀਆਂ ਜੈਨੇਟਿਕ ਚੀਜ਼ਾਂ ਨੇ, ਇਹ ਬੱਚਿਆਂ 'ਚ ਜਾਣੀਆਂ ਔਰ ਬੱਚਿਆਂ 'ਚ ਤੁਹਾਡੇ ਕੋਲੋਂ ਜ਼ਿਆਦਾ ਤਕਲੀਫਾਂ ਹੋਣੀਆਂ ਨੇ। ਕਿਉਂਕਿ ਅੱਜ ਕੱਲ੍ਹ ਇਨਵਾਇਰਮੈਂਟਲ ਇਨਫਲੂਐਂਸ ਵੀ ਬਹੁਤ ਹੁੰਦੇ ਪਏ ਨੇ, ਬਾਹਰ ਦੇ ਖਾਣੇ ਪੀਣੇ ਵੀ ਠੀਕ ਨਹੀਂ ਹਨ, ਬਾਹਰ ਦੀਆਂ ਚੀਜ਼ਾਂ ਕਾਫੀ ਜ਼ਿਆਦਾ ਤੁਹਾਨੂੰ ਤੁਹਾਡੇ ਜੈਨੇਟਿਕ ਸਿਸਟਮ ਨੂੰ ਖਰਾਬ ਕਰਦੀ ਪਈਆਂ ਨੇ। ਸੋ ਇੱਕ ਤਾਂ ਪਾਪੂਲੇਸ਼ਨ ਜਿਹੜੀ ਤੁਸੀਂ ਟੌਪਿਕ ਹੈ ਉਹਦੇ ਵਿੱਚ ਵੀ ਹੈ ਕਿ ਉਹਦੇ ਵਿੱਚ ਵੀ ਫਰਕ ਪਏਗਾ। ਦੂਜਾ ਤੁਸੀਂ ਹੈਲਦੀ ਪਾਪੂਲੇਸ਼ਨ ਹੋਏਗੀ, ਹੈਲਦੀ ਬੱਚੇ ਹੋਣਗੇ, ਤੁਸੀਂ ਬੈਟਰ ਟੇਕ ਕੇਅਰ ਕਰ ਸਕਦੇ ਹੋ। ਦੂਜਾ ਤੁਹਾਡੀ ਡਿਪੈਂਡੈਂਸੀ ਖਤਮ ਹੋ ਜਾਏਗੀ, ਬੱਚੇ ਛੇਤੀ ਇੰਡੀਪੈਂਡੈਂਟ ਹੋ ਜਾਣਗੇ, ਪੜ੍ਹੇ ਲਿਖੇ ਦੇ ਇੰਟੈਲੀਜੈਂਟ ਬੱਚੇ ਹੋਣਗੇ, ਅੱਛੀ ਕਮਿਊਨਿਟੀ ਬਣੇਗੀ, ਹੈ ਨਾ। ਤੇ ਇਹ ਪੇਰੈਂਟਸ ਦੀ ਬੜੀ ਰਿਸਪੋਂਸਿਬਿਲਿਟੀ ਹੈ ਕਿ ਜਿਹੜੇ ਵੀ ਨਵੇਂ ਕਪਲਸ ਹੁੰਦੇ ਉਹਨਾਂ ਨੂੰ ਥੋੜਾ ਸਪੋਰਟ ਕਰੋ, ਉਹਨਾਂ ਨੂੰ ਕਹੋ ਕਿ ਤੁਸੀਂ ਟਾਈਮ ਦਿਓ, ਸਪੇਸ ਦਿਓ, ਇੱਕ ਦੂਜੇ ਨੂੰ ਅੰਡਰਸਟੈਂਡ ਵੀ ਕਰਨ, ਇੱਕ ਦੂਜੇ ਨੂੰ ਹੈਲਥ ਵੀ ਇੰਪਰੂਵ ਕਰਨ, ਫਿਰ ਤੁਸੀਂ ਹੈਲਦੀ ਬੇਬੀ ਲਿਆਓ। ਜਿਨ੍ਹਾਂ ਘਰਾਂ 'ਚ ਵਿਆਹ ਹੁੰਦੇ ਅੰਡਰਸਟੈਂਡਿੰਗ ਨਹੀਂ ਹੁੰਦੀ ਹੈ, ਲੜਾਈ ਝਗੜੇ ਹੁੰਦੇ ਨੇ, they were thinking ਕਿ ਮੇ ਬੀ ਡਾਈਵੋਰਸ ਹੋ ਜਾਏ ਜਾਂ ਕਿਸੇ ਕਾਰਨ ਜਿਹੜੇ ਨੇ ਉਹ ਇਕੱਠੇ ਰਹਿੰਦੇ ਨੇ,
ਲੇਕਿਨ ਬਾਅਦ ਫਿਰ ਉਹਨਾਂ ਦੇ ਬੱਚੇ ਕਿਸੇ ਤਰ੍ਹਾਂ ਹੋ ਜਾਂਦੇ ਨੇ, ਉਹ ਸਾਰੀ ਉਮਰ ਬੱਚੇ ਸਫਰ ਕਰਦੇ ਨੇ ਔਰ ਬਹੁਤ ਸਾਰੀਆਂ ਮੈਂਟਲ ਤਕਲੀਫਾਂ ਜਾਂ ਡਰੱਗਸ ਵਿੱਚ ਚਲੇ ਜਾਂਦੇ ਨੇ ਜਾਂ ਟਰਾਮਾ ਵਿੱਚ ਜਾਂ ਬਹੁਤ ਸਾਰੇ ਇਸ਼ੂਜ਼ ਨੇ ਆਉਂਦੇ ਨੇ ਇਹੋ ਜਿਹੇ ਪੇਰੈਂਟਸ ਵੀ ਜਾਂ ਬੱਚੇ ਵੀ। ਤੇ ਫਿਰ ਉਹ ਇੱਕ ਤੁਸੀਂ ਸੁਸਾਇਟੀ ਨੂੰ ਅੱਛੀ ਹੈਲਦੀ ਬੱਚੇ ਨਹੀਂ ਦਿੰਦੇ ਪਏ, ਤੁਸੀਂ ਮੈਂਟਲੀ ਡਿਸਟਰਬ ਬੱਚੇ ਦਿੰਦੇ ਪਏ ਹੋ। ਤਾਂ ਬਹੁਤ ਰਿਸਪੌਂਸਿਬਿਲਿਟੀ ਹੈ ਸਾਡੀ ਵੀ ਹਰ ਇੱਕ ਦੀ ਕਿ ਅਸੀਂ ਇੱਕ ਪਰਿਵਾਰ ਤੋਂ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਤੇ ਬਾਅਦ ਕਮਿਊਨਿਟੀ ਜਾਂ ਕੰਟਰੀ 'ਚ ਇੱਕ ਬਣ ਜਾਂਦੀਆਂ ਨੇ ਤੇ ਅਸੀਂ ਹਰ ਇੱਕ ਨੂੰ ਇੰਡੀਵਿਜੂਅਲੀ ਹੈ ਕਿ ਇੱਕ ਅਸੀਂ ਆਪਣੀ ਸਿਹਤ ਦਾ ਖਿਆਲ ਰੱਖੀਏ, ਇੱਕ ਦੂਜੇ ਨਾਲ ਪਿਆਰ ਦੇ ਨਾਲ ਰਹੀਏ, ਕੋਆਪਰੇਸ਼ਨ ਰੱਖੀਏ, ਇੱਕ ਦੂਜੇ ਨਾਲ ਅੰਡਰਸਟੈਂਡਿੰਗ ਕਰੀਏ। ਜੇ ਹਸਬੈਂਡ ਵਾਈਫ ਦੀ ਅੰਡਰਸਟੈਂਡਿੰਗ ਪ੍ਰੋਪਰ ਹੈ, ਹੈਲਦੀ ਨੇ, ਫਿਰ ਬੇਬੀ ਪਲਾਨ ਕਰੋ। ਦੈਟਸ ਵੈਰੀ ਵੈਰੀ ਇੰਪੋਰਟੈਂਟ। ਔਰ ਬੇਬੀ ਪਲਾਨ ਕਰਦੇ ਹੋ ਤੇ ਇਹ ਵੀ ਸੋਚੋ ਕਿ ਬੇਬੀ ਦੀ ਰਿਸਪੌਂਸਿਬਿਲਿਟੀ ਜਿਹੜੀ ਹੈ ਪਹਿਲੇ 4 ਮਹੀਨੇ ਬਹੁਤ ਹੀ ਇੰਪੋਰਟੈਂਟ ਹੁੰਦੀ ਹੈ। ਪਹਿਲੇ 4 ਮਹੀਨੇ 'ਚ ਫਿਜ਼ੀਕਲੀ ਮੈਂਟਲੀ ਬੱਚਾ ਜਿਹੜਾ ਡਰਾਸਟਿਕਲੀ ਡਿਵੈਲਪ ਹੁੰਦਾ ਹੈ ਔਰ ਪੂਰੀ ਉਮਰ ਉਹਦੀ ਪਹਿਲੇ 4 ਮਹੀਨੇ ਜਿਹੜੇ ਪੂਰੀ ਲਾਈਫ ਦੇ ਨਾਲ ਰਿਲੇਟਡ ਨੇ ਉਹਦੇ। ਸੋ ਇਹ ਸੋਚੋ ਕਿ ਕਿਆ ਮੈਂ 4 ਜਾਂ 8 ਸਾਲ ਮੈਂ ਬੱਚੇ ਨੂੰ ਪ੍ਰੋਪਰ ਕੇਅਰ ਦੇ ਸਕਣਾ, ਫਿਰ ਤੁਸੀਂ ਉਹਨੂੰ ਫਿਰ ਅੱਛੀ ਹੈਲਦੀ ਬੱਚੀ ਬਣਦੀ ਹੈ। ਬਹੁਤ ਸਾਰੀਆਂ ਗੱਲਾਂ ਡਾਕਟਰ ਡੋਗਰਾ ਤੁਸੀਂ ਦੱਸੀਆਂ। ਪਾਪੂਲੇਸ਼ਨ ਡੇ ਸਾਡਾ 11 ਤਰੀਕ ਨੂੰ ਆ ਰਿਹਾ ਇਨ 2 days ਤੇ ਇਹ ਹੁਣ ਜਿਹੜੀ ਸਾਡੀ ਭਾਵੇਂ ਕਮਿਊਨਿਟੀ ਓਵਰਆਲ ਜਿਹੜੀ ਵਰਲਡ ਦੀ ਪਾਪੂਲੇਸ਼ਨ ਹੈ ਇਹ ਕਿਹੜੇ ਪਾਸੇ ਕਿਵੇਂ ਵੱਧ ਰਹੀ ਹੈ, ਵੱਧ ਤੇ ਰਹੀ ਹੈ ਪਰ ਕਿਵੇਂ ਕਿਹੜੇ ਪਾਸੇ ਜਾ ਰਹੀ ਹੈ। ਬਿਲਕੁਲ। ਥੈਂਕ ਯੂ ਸੋ ਮਚ ਤੁਹਾਡੀ ਸਾਰੀ ਇਨਪੁਟ ਨੂੰ। ਹਾਂਜੀ ਥੈਂਕ ਯੂ ਰਾਣੀ ਜੀ। ਮੈਂ ਇਹ ਵੀ ਕਹਾਂਗੀ ਕਿ IVF ਦੇ ਥਰੂ ਬਿਲਕੁਲ ਉਹ ਸ਼ਾਰਟਕਟ ਮੈਥਡ ਨਾ ਅਪਣਾਓ, ਆਪਣੀ ਬੋਡੀ ਹੈਲਦੀ ਰੱਖੋ ਪਰ ਆਪੇ ਹੀ ਸੋਚੋ ਕਿ ਆਪਣੀ ਜੇ ਰੀਅਲ ਪ੍ਰੈਗਨੈਂਸੀ ਜਿਹੜੀ ਹੁੰਦੀ ਹੈ ਉਹਦਾ ਕੋਈ ਮੁਕਾਬਲਾ ਨਹੀਂ ਹੈ, ਉਹ ਤੁਹਾਡੀ ਪਲਾਨ ਹੁੰਦੀ ਹੈ, ਤੁਹਾਡੀ ਸਿਹਤ ਠੀਕ ਰਹਿੰਦੀ ਹੈ। ਲੇਕਿਨ ਜਿਹੜੇ ਦੂਜੇ ਸ਼ਾਰਟਕਟਸ ਹੁੰਦੇ ਨੇ ਉਹ ਬਹੁਤ ਹੀ ਅਗਰ ਜ਼ਰੂਰਤ ਹੈ ਫਿਰ ਉਹਦੇ ਤੇ ਜਾਓ, ਏਦਾਂ ਨਹੀਂ ਜਾਓ ਕਿ ਉਹਦੇ ਨਾਲ ਫਿਰ ਬਹੁਤ ਸਾਰੀਆਂ ਹੋਰ ਕੰਪਲਿਕੇਸ਼ਨਸ ਵੱਧ ਜਾਂਦੀਆਂ ਨੇ। ਤੁਹਾਡੀ ਮੈਨੂੰ ਇਸ ਗੱਲ ਦਾ ਤਾਂ ਜ਼ਰੂਰ ਪਤਾ ਲੱਗਿਆ ਕਿ ਤੁਸੀਂ ਪ੍ਰੀਵੈਂਸ਼ਨ ਤੇ ਜ਼ਿਆਦਾ ਬਿਲੀਵ ਕਰਦੇ ਹੋ ਕਿ ਤੁਸੀਂ ਪਹਿਲੇ ਹੀ ਪ੍ਰੀਵੈਂਟ ਕਰੋ, ਉਹ ਉੱਥੇ ਤੱਕ ਪਹੁੰਚਣ ਤੋਂ ਤੁਸੀਂ ਐਵੇਂ ਉੱਥੇ ਪਹੁੰਚ ਜਾਓ ਪਹਿਲੇ ਤੇ ਜਿਹੜੀ ਪ੍ਰੀਵੈਂਸ਼ਨ ਇਜ਼ ਆਲਵੇਜ਼ ਦਾ ਬੈਸਟ। ਔਰ ਇੱਕ ਗੱਲ ਹੋਰ ਵੀ ਮੈਂ ਰਾਣੀ ਜੀ ਕਹਿਣੀ ਕਿ ਤੁਸੀਂ ਜਿਹੜਾ ਬ੍ਰੈਸਟ ਕੈਂਸਰ ਅਵੇਅਰਨੈਸ ਕਰਦੇ ਹੋ ਨਾ, ਉਹ ਬਹੁਤ ਹੀ ਕਮਾਲ ਦਾ, ਬਹੁਤ ਹੀ ਵਧੀਆ ਤੁਹਾਡਾ ਯੋਗਦਾਨ ਹੈ। ਤੁਹਾਡੀ ਸਾਂਝਾ ਵੇੜਾ ਦੀ ਜਿਹੜੀ ਸੁਸਾਇਟੀ ਹੈ ਬਹੁਤ ਸੋਹਣਾ ਕਰਦੀ। ਮੈਂ ਹਰ ਵਾਰੀ ਕਹਿੰਦੀ ਹਾਂ ਕਿ ਕਿੰਨੇ ਐਫਰਟਸ ਕਰਦੇ ਹੋ ਤੁਸੀਂ ਔਰ ਇਹ ਇੰਨੀ ਅਵੇਅਰਨੈਸ ਕਰਾਉਂਦੇ ਹੋ ਤੇ ਇੱਕ ਦਿਨ ਕਿਸੇ ਦਿਨ ਤੁਸੀਂ ਬ੍ਰੈਸਟ ਕੈਂਸਰ ਤੇ ਵੀ ਅਵੇਅਰਨੈਸ ਤੇ ਵੀ ਤੁਸੀਂ ਟਾਕ ਸ਼ੋ ਲੈ ਕੇ ਆਓ ਤੇ ਤਾਂ ਕਿ ਪ੍ਰੀਵੈਂਸ਼ਨ ਤੇ ਗੱਲ ਕਰਾਂਗੇ ਤੇ ਆਪਣੀ ਕਮਿਊਨਿਟੀ ਨੂੰ ਪਤਾ ਲੱਗੇਗਾ ਕਿ ਕੈਂਸਰ ਰੇਟ ਵੀ ਬਹੁਤ ਵੱਧ ਹੈ। ਅਕਤੂਬਰ ਜਿਹੜਾ ਦਾ ਮਹੀਨਾ, ਅਕਤੂਬਰ ਦਾ ਮਹੀਨਾ ਇਟਸ ਬ੍ਰੈਸਟ ਕੈਂਸਰ ਮੰਥ, ਸੋ ਉਦੋਂ ਅਸੀਂ ਨਾਲੇ ਫੰਡਰਸ ਵੀ ਕਰਾਂਗੇ ਔਰ ਉਦੋਂ ਇਹ ਟੌਪਿਕ ਵੀ ਜ਼ਰੂਰ ਕਰਾਂਗੇ। Yeah, just take me in. I am always with you, Rani. Thank you so much, Dr. Dogra. Thank you so much. ਤੁਹਾਡੀ ਸਾਰੀ ਇਨਪੁਟ ਜਿਹੜੀ ਹੈ ਬਹੁਤ ਚੰਗੀ ਤਰ੍ਹਾਂ ਜਿਸ ਤਰੀਕੇ ਤੁਸੀਂ ਸਮਝਾਇਆ, ਇਟਸ ਰੀਲੀ ਗੁੱਡ। ਥੈਂਕ ਯੂ ਸੋ ਮਚ। ਯੂ ਵੈਲਕਮ। ਵਰਲਡ ਪਾਪੂਲੇਸ਼ਨ ਡੇ ਬਾਰੇ ਜਿਹੜਾ ਕਿ 11 ਜੁਲਾਈ ਨੂੰ ਹੈ ਉਹਦੇ ਬਾਰੇ ਗੱਲਬਾਤ ਕਰ ਰਹੇ ਸੀਗੇ ਕਿ ਪਾਪੂਲੇਸ਼ਨ ਜਿਹੜੀ ਹੈ ਇਹ ਅੱਗੇ ਨਾਲੋਂ ਕਾਫੀ ਜ਼ਿਆਦਾ ਵੱਧ ਗਈ ਹੈ ਤੇ ਕੀ ਅਸੀਂ ਕੁਐਸਚਨ ਸੀਗਾ ਕਿ ਓਵਰ ਪਾਪੂਲੇਸ਼ਨ ਤੇ ਨਹੀਂ, ਪਰ ਕਹਿੰਦੇ ਇਹੋ ਜਿਹੀ ਕੋਈ ਗੱਲ ਨਹੀਂ। ਓਵਰ ਪਾਪੂਲੇਸ਼ਨ ਜ਼ਮੀਨ ਜਿਹੜੀ ਹੈ ਕਾਫੀ ਵੱਡੀ ਹੈ। ਯੈਸ ਐਕਸਪੈਂਸਿਸ ਥੋੜੇ ਜਿਹੇ ਸਾਰਿਆਂ ਦੇ ਜ਼ਰੂਰ ਵੱਧ ਜਾਂਦੇ ਨੇ ਜਦੋਂ ਜਿੱਥੇ ਇਹ ਦੁਨੀਆ ਨੈਚੁਰਲੀ ਜ਼ਿਆਦਾ ਹੋਏਗੀ ਤੇ ਖਰਚੇ ਵੀ ਵਧਣਗੇ ਉਹਨਾਂ ਦੇ ਨਾਲ। ਹੁਣ ਚਾਈਨਾ ਦੇ ਵਿੱਚ ਜਿਵੇਂ ਅੱਗੇ ਅਸੀਂ ਦੱਸ ਰਹੇ ਹਾਂ ਕਿ ਕਾਫੀ ਜ਼ਿਆਦਾ ਉਹਨਾਂ ਨੇ ਕੰਟਰੋਲ ਕਰ ਲਿਆ, ਦੁਨੀਆ ਦੀ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਸੀ ਪਰ ਅੱਜ ਦੀ ਦਿਹਾੜੀ 'ਚ ਇੰਡੀਆ ਦੀ ਪਾਪੂਲੇਸ਼ਨ ਜਿਹੜੀ ਹੈ ਇਹ ਸਭ ਤੋਂ ਵੱਧ ਗਈ ਹੈ। ਪਰ ਇੱਕ ਚੀਜ਼ ਹੋਰ ਜਿਹੜੀ ਅਮਰੀਕਾ ਦੀ ਗੱਲ ਅਸੀਂ ਅਗਰ ਕਰੀਏ, ਨਾਰਥ ਅਮਰੀਕਾ ਦੀ, ਤੇ ਇੱਥੇ 22 ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਜਿਹੜੇ ਬਜ਼ੁਰਗ ਨੇ ਉਹ ਬਹੁਤੇ ਨੇ ਤੇ 6 ਸਾਲ ਤੋਂ ਜਿਹੜੇ ਛੋਟੇ ਬੱਚੇ ਨੇ ਉਹ ਘਟ ਗਏ ਨੇ। ਹੁਣ ਉਹ ਜੇ ਬੱਚੇ ਇੰਨੇ ਘਟ ਗਏ ਨੇ ਤੇ ਆਪਣਾ ਵੱਡਿਆਂ ਦੀ ਪਾਪੂਲੇਸ਼ਨ ਵੱਧ ਗਈ ਹੈ ਤੇ ਨੈਚੁਰਲੀ ਇਹ ਓਵਰ ਪਾਪੂਲੇਸ਼ਨ ਨਾਰਥ ਅਮਰੀਕਾ 'ਚ ਕਿੱਥੋਂ ਹੋਗੀ। ਪਰ ਬਹੁਤ ਸਾਰੇ ਕਈ ਕੰਟਰੀਜ਼ ਇਹੋ ਜਿਹੇ ਨੇ ਜਿੱਥੇ ਬਹੁਤ ਜ਼ਿਆਦਾ ਹੰਗਰੀ, ਰਸ਼ੀਆ, ਸਾਊਥ ਕੋਰੀਆ, ਫਰਾਂਸ, ਜਾਪਾਨ ਤੇ ਇਹ ਹੁਣ ਸਾਰੇ ਕੰਟਰੀਜ਼ ਅਗਰ ਇਹਨਾਂ ਨੇ ਜਦੋਂ ਹਿਸਾਬ ਕਿਤਾਬ ਲਾਉਂਦੇ ਨਾ, ਪਰ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਕਿ 8 ਕੰਟਰੀਜ਼ ਕੇ 10 ਕੰਟਰੀਜ਼ ਇਹੋ ਜਿਹੇ ਨੇ ਜਿੱਥੇ ਪਾਪੂਲੇਸ਼ਨ ਜ਼ਿਆਦਾ ਵੱਧ ਰਹੀ ਹੈ ਏਸ਼ੀਆ ਦੇ ਵਿੱਚ। ਹਾਂਜੀ। ਪਰ ਬਾਕੀ ਜਿਹੜੇ ਕਈ ਕੰਟਰੀਜ਼ ਨੇ ਉੱਥੇ ਪਾਪੂਲੇਸ਼ਨ ਘਟ ਰਹੀ ਹੈ। ਹੁਣ ਕਿਉਂ ਲੋਕੀ ਇੰਨੇ ਮਾਈਗ੍ਰੇਟ ਹੋ ਕੇ ਇੱਥੇ ਆ ਰਹੇ ਨੇ? ਹੁਣ ਇੰਡੀਆ ਤੋਂ ਕਿੰਨੇ ਲੋਕ ਆ ਰਹੇ ਨੇ, ਪਾਕਿਸਤਾਨ ਤੋਂ ਆ ਰਹੇ ਨੇ, ਚਾਈਨਾ ਤੋਂ ਕਾਫੀ ਲੋਕ ਜਿਹੜੇ ਨੇ ਇੱਥੇ ਮਾਈਗ੍ਰੇਟ ਹੁਣ ਨਾਰਥ ਅਮਰੀਕਾ ਦੇ ਵਿੱਚ ਆ ਰਹੇ ਨੇ, ਪਰ ਕਿਉਂਕਿ ਇੱਥੇ ਪਾਪੂਲੇਸ਼ਨ ਘਟ ਰਹੀ ਹੈ।
ਹੁਣ ਔਰ ਇਹ ਕੰਟਰੀਜ਼ ਉਹ ਕੰਟਰੀਜ਼ ਦੇ ਲੋਕਾਂ ਨੂੰ ਇਨਵਾਈਟ ਵੀ ਕਰਦੇ ਆ ਕਿ ਜਿਹੜੇ ਜਿਵੇਂ ਹੁਣ ਤੁਸੀਂ ਉਹ ਕੈਨੇਡਾ ਦੇ ਜਿੱਥੇ ਕੋਲਡ ਹੈਗੇ ਆ ਆਪਣੀ ਪਲੇਸਿਸ ਹੈ ਜਿੱਥੇ ਬਹੁਤ ਪੋਪੂਲੇਸ਼ਨ ਘੱਟ ਹੈ, ਉੱਥੇ ਜਿਵੇਂ ਉਹਨਾਂ ਨੂੰ ਜਲਦੀ PR ਦਿੱਤੀ ਜਾਂਦੀ ਹੈ ਵੀ ਲੋਕਾਂ ਨੂੰ ਅਟਰੈਕਟ ਕੀਤਾ ਜਾਂਦਾ ਵੀ ਉਹ ਆਉਣ ਉਧਰਲੇ ਪਾਸੇ ਕੋਈ ਨਾ ਕੋਈ, ਔਰ ਉਧਰੋਂ ਲੋਕ ਤਾਂ ਆਉਂਦੇ ਆ ਵੀ ਉਧਰ ਫਿਰ ਪਾਵਰਟੀ ਹੋ ਜਾਂਦੀ ਜਦੋਂ ਉੱਥੇ ਪੋਪੂਲੇਸ਼ਨ ਇੰਨੀ ਜ਼ਿਆਦਾ ਹੋ ਜਾਂਦੀ ਹੈ ਤੇ ਲੋਕ ਫਿਰ ਇਹਨਾਂ ਕੰਟਰੀਜ਼ ਚ ਆਉਂਦੇ ਆ। ਹਾਂਜੀ, ਆਪਣੇ ਪੋਪ ਫ੍ਰਾਂਸਿਸ ਉਹਨਾਂ ਨੇ ਵੀ ਪਿਛਲੇ ਸਾਲ ਕਿਹਾ ਕਿ ਜੇ ਬਰਥ ਹੀ ਨਹੀਂ ਹੋਏਗਾ ਤੇ ਕੋਈ ਫਿਊਚਰ ਵੀ ਨਹੀਂ, ਸੋ ਬਰਥ ਹੋਣਾ ਬਹੁਤ ਜ਼ਰੂਰੀ ਹੈ। ਖੈਰ ਉਹਨਾਂ ਨੇ ਪੋਪ ਨੇ ਮੇਰੇ ਖਿਆਲ ਇੱਧਰ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਉੱਥੇ ਜਿਵੇਂ ਪੋਪੂਲੇਸ਼ਨ ਘਟ ਰਹੀ ਹੈ ਉਹਨਾਂ ਵਾਸਤੇ ਉਹਨਾਂ ਦੀ ਚੀਜ਼ ਲਾਗੂ ਹੁੰਦੀ ਹੈ, ਵਿਦਆਊਟ ਬਰਥ ਦੇਰ ਇਜ਼ ਨੋ ਫਿਊਚਰ। ਹਾਂਜੀ ਹਾਂਜੀ, ਤੇ ਹੁਣ ਫਿਊਚਰ ਵੀ ਅਗਰ ਦੇਖਿਆ ਜਾਏ, ਹੁਣ ਅਗਰ ਆਪਾਂ ਕੈਨੇਡਾ ਦੀ ਗੱਲ ਕਰੀਏ, ਜਿਹੜੇ ਲੋਕ ਰਿਟਾਇਰ ਹੋ ਚੁੱਕੇ ਨੇ, ਹੁਣ ਰਿਟਾਇਰ ਜਿਹੜੇ ਲੋਕੀ ਹੋਏ ਨੇ ਉਹਨਾਂ ਨੇ ਪੈਨਸ਼ਨ ਵੀ ਦੇਣੀ ਆ। ਹੁਣ ਜਿਨ੍ਹਾਂ ਨੇ ਆਪਣਾ ਸਾਰੀ ਉਮਰ ਤੁਸੀਂ CPP ਵਿੱਚ ਕੰਟਰੀਬਿਊਟ ਕੀਤਾ ਹੋਇਆ, ਤੁਸੀਂ ਸਾਰੀ ਉਮਰ ਤੁਸੀਂ ਆਪਣੀ ਕੈਨੇਡਾ ਪੈਨਸ਼ਨ ਪਲਾਨ ਦੇ ਵਿੱਚ ਕੰਟਰੀਬਿਊਟ ਕੀਤਾ ਹੈ ਤੇ ਹੁਣ ਤੁਹਾਡੀ ਵਾਰੀ ਲੈਣ ਦੀ ਆਈ ਹੈ। ਹਾਂਜੀ, ਤੇ ਪਰ ਜੇ ਉਸ ਟਾਈਮ ਲੋਕੀ ਟੈਕਸ ਨਹੀਂ ਦੇ ਰਹੇ ਤੇ ਫਿਰ ਉਹਨਾਂ ਨੂੰ ਉਹ ਕਿੱਥੋਂ ਦੇਣਗੇ? ਹਾਂਜੀ, ਸੋ ਇਹ ਕਈ ਚੀਜ਼ਾਂ ਜਿਹੜੀਆਂ ਨੇ, ਜੇ ਬੱਚੇ ਹੀ ਨਹੀਂ ਪੈਦਾ ਇਹਨਾਂ ਕੰਟਰੀਜ਼ ਚ ਹੋਣਗੇ ਤੇ ਕਿਉਂ ਕੌਣ ਕਰੇਗਾ, ਕੌਣ ਅੱਗੇ ਉਹਨਾਂ ਵਾਸਤੇ ਪੈਸੇ ਕਮਾਏਗਾ? ਇਹ ਹੁਣ ਕਈ ਵਾਰੀ ਆਪਾਂ ਕਹਿੰਦੇ ਨਾ ਕਿ ਅਸੀਂ ਤਾਂ ਦੇ ਚੁੱਕੇ ਆ, ਪਰ ਉਹ ਜਦੋਂ ਅਸੀਂ ਦਿੱਤਾ ਸੀਗਾ ਉਦੋਂ ਜਿਹੜੇ ਉਸ ਟਾਈਮ ਬਜ਼ੁਰਗ ਸੀ ਉੱਥੇ ਲੱਗ ਗਿਆ। ਬਿਲਕੁਲ। ਹਾਂਜੀ, ਸੋ ਇਹ ਕਈ ਵਾਰੀ ਆਪਾਂ ਇਸ ਪਾਸੇ ਸੋਚਦੇ ਨਹੀਂਗੇ। ਮਤਲਬ ਮੋਰ ਦੈਨ ਟਵਾਈਸ ਉਹਨਾਂ ਨੇ ਕਿਹਾ ਵੀ ਅਮਰੀਕਨਸ ਹੈ ਜਿਹੜੇ 65 ਤੋਂ ਉੱਤੇ ਹੈ ਤੇ ਹਾਂਜੀ ਤੇ 6 ਸਾਲ ਤੋਂ ਛੋਟੇ ਬੱਚੇ ਬਹੁਤ ਘੱਟ, ਬਹੁਤ ਹੀ ਘੱਟ ਨੇ ਉਹ ਕਹਿੰਦੇ। ਹਾਂਜੀ, ਸੋ ਇਹ ਹੁਣ ਜੇ ਉੱਥੇ ਬੱਚੇ ਹੀ ਨਹੀਂ ਹੋਏ, ਉਹ ਬੱਚੇ ਵੱਡੇ ਹੋ ਗਏ, ਕੰਮ ਕਰਨਗੇ ਤੇ ਆਪਣੀ ਜਿਹੜੀ ਤੁਹਾਡੇ ਬਜ਼ੁਰਗ ਨੇ ਉਹਨਾਂ ਦੀਆਂ ਪੈਨਸ਼ਨਾਂ ਪੂਰੀਆਂ ਹੋਣਗੀਆਂ। ਹਾਂਜੀ, ਇਹ ਇਕੱਲੀ ਪੈਨਸ਼ਨ ਦੀ ਗੱਲ ਨਹੀਂ ਹੈਗੀ, ਕਿਉਂਕਿ ਹੋਰ ਬੜੀਆਂ ਲੋੜਾਂ ਹੁੰਦੀਆਂ, ਹੋਰ ਬਹੁਤ ਸਾਰੀਆਂ ਲੋੜਾਂ ਹੁੰਦੀਆਂ ਨੇ। ਪਰ ਜਿਹੜੇ 8 ਕੰਟਰੀ ਇਹੋ ਜਿਹੇ ਨੇ, ਟੈਂਜ਼ਾਨੀਆ, ਫਿਲੀਪਾਈਨਸ, ਪਾਕਿਸਤਾਨ, ਆਪਣਾ ਰਿਪਬਲਿਕ ਆਫ ਕਾਂਗੋ, ਇਥੋਪੀਆ, ਇਜਿਪਟ, ਇੰਡੀਆ, ਨਾਈਜੀਰੀਆ, ਹਾਂਜੀ, ਇਹ ਸਾਰੇ ਕੰਟਰੀਜ਼ ਹਨ ਜਿੱਥੇ ਕਿ ਪਾਪੂਲੇਸ਼ਨ ਜਿਹੜੀ ਹੈ ਵੱਧ ਰਹੀ ਹੈ। ਤੇ ਇਸੇ ਕਰਕੇ ਆਈ ਥਿੰਕ ਇਹਨਾਂ ਕੰਟਰੀਜ਼ ਚੋਂ ਹੀ ਲੋਕ ਇੱਧਰ ਨਾਰਥ ਅਮਰੀਕਾ ਵੱਲ ਜ਼ਿਆਦਾ ਆ ਰਹੇ ਨੇ। ਸੋ ਏਸ਼ੀਆ ਕਹਿੰਦੇ ਨੇ ਸਭ ਤੋਂ ਜ਼ਿਆਦਾ ਇੱਥੇ ਪਾਪੂਲੇਸ਼ਨ ਸਭ ਤੋਂ ਜ਼ਿਆਦਾ ਹੈਗੀ। ਹਾਂਜੀ, ਤੇ ਪਰ ਨਾਰਥ ਅਮਰੀਕਾ, ਯੂਰਪ, ਇੱਥੇ ਲੋਕੀ ਖੈਰ ਜੇ ਪੈਸਾ ਜਿਹੜਾ ਹੈ ਉਹ ਬਹੁਤ ਸਾਰੀਆਂ ਚੀਜ਼ਾਂ ਨਹੀਂ ਖਰੀਦ ਸਕਦਾ। ਹਾਂਜੀ, ਹੁਣ ਜੇ ਪਾਪੂਲੇਸ਼ਨ ਹੀ ਘੱਟ ਰਹੀ ਹੈ ਤੇ ਅੱਗੇ ਚਲਾਣਾ ਕਿੰਨੇ ਆ ਕੰਟਰੀ? ਹਾਂਜੀ, ਸੋ ਇਹ ਕਈ ਚੀਜ਼ਾਂ, ਸੋ ਆਪਣਾ ਓਵਰਆਲ ਜਿਹੜੀ ਵਰਲਡ ਪਾਪੂਲੇਸ਼ਨ ਹੈ ਇਹਦੇ ਬਾਰੇ ਗੱਲਬਾਤ ਹਾਲੀ ਤੇ ਹੋਰ ਅਗਲੇ 2-3 ਦਿਨ ਦੇਖਿਓ ਬਹੁਤ ਗੱਲ ਹੋਏਗੀ ਇਹਦੇ ਬਾਰੇ ਵੀ ਕਿ ਅਸੀਂ ਕਿਸ ਤਰੀਕੇ ਆਪਣਾ ਜਿਹੜੀਆਂ ਨੇ ਹੈਲਦੀ ਪਾਪੂਲੇਸ਼ਨ ਵੀ ਹੋਣੀ ਚਾਹੀਦੀ। ਹਾਂਜੀ, ਇਹ ਹੁਣ ਡਾਕਟਰ ਡੋਗਰਾ ਨੇ ਬੜੇ ਚੰਗੀ ਤਰ੍ਹਾਂ ਦੱਸਿਆ ਕਿ ਹੈਲਦੀ ਪਾਪੂਲੇਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਨਹੀਂ ਤੇ ਤੁਹਾਡੀ ਜਿਹੜੀ ਕਿੰਨੇ ਪੈਸੇ ਲੱਗਦੇ ਨੇ, ਜਿਹੜੇ ਬੱਚੇ ਸਿੱਖ ਪੈਦਾ ਹੋ ਰਹੇ ਨੇ, ਡਿਸੇਬਿਲਟੀ ਜਿਨ੍ਹਾਂ ਦੇ ਕਾਫੀ ਹੈ ਜਿਨ੍ਹਾਂ ਦੇ ਘਰਾਂ 'ਚ, ਸੋ ਉੱਥੇ ਤੱਕ ਪਹੁੰਚੋ ਹੀ ਨਾ ਕਿ ਇਹ ਘਟਾਈ ਜਾ ਸਕਦੇ ਨੇ, ਪਰ ਪਹਿਲੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ। ਹਾਂਜੀ, ਤੇ ਇਹ ਵੀ ਆਪਣਾ ਉਹਨਾਂ ਦੀ ਗੱਲ ਮੈਨੂੰ ਬੜੀ ਵਧੀਆ ਲੱਗੀ ਇਸ ਗੱਲੋਂ ਕਿ ਤੁਸੀਂ ਪ੍ਰੀਵੈਂਸ਼ਨ ਜਿਹੜੀ ਹੈ ਉਹ ਦੇਖੋ ਪਹਿਲੇ ਕਿ ਤੁਸੀਂ ਪ੍ਰੀਵੈਂਟ ਕਰੋ। ਜੇ ਤੁਹਾਡਾ ਆਪਣਾ ਤੁਹਾਨੂੰ ਲੱਗਦਾ ਕਿ ਤੁਸੀਂ ਹੈਲਥੀ ਨਹੀਂ ਹੈਗੇ ਤੇ ਪਹਿਲੇ ਆਪ ਹੈਲਥੀ ਹੋਵੋ, ਫਿਰ ਬੱਚਾ ਪੈਦਾ ਕਰੋ। ਹੁਣ ਤੁਸੀਂ ਦੇਖੋ ਆਪਣਾ ਆਪ ਗਾਇਨੋਕੋਲੋਜਿਸਟ ਹੋ ਤੇ ਤੁਸੀਂ ਵੀ ਹੁਣ ਲੋਕੀ ਜਦੋਂ ਆਉਂਦੇ ਨੇ ਚੈੱਕਅਪ ਕਰਾਉਣ, ਪ੍ਰੈਗਨੈਂਟ ਔਰਤਾਂ ਤੁਹਾਡੇ ਕੋਲ ਵੀ ਬਥੇਰੀਆਂ ਆਉਂਦੀਆਂ ਹੋਣਗੀਆਂ, ਤੇ ਹੈਲਥ ਦਾ ਕੀ ਤੁਸੀਂ ਖਾਣ ਪੀਣ ਬਾਰੇ ਜ਼ਿਆਦਾ ਦੱਸਦੇ ਹੋ ਕਿ ਕੱਲਾ ਖਾਣਾ ਪੀਣਾ ਨਹੀਂ ਪਰ ਮੈਂਟਲ ਜਿਹੜਾ ਤੁਹਾਡੀ ਹੈਲਥ ਹੈ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਇੱਕ ਭੈਣ ਜੀ ਇਹ ਦੇਖਿਆ ਵੀ ਇੱਥੇ ਜ਼ਿਆਦਾ ਸਟ੍ਰੈਸਡ ਕਪਲਸ ਹੁੰਦੇ, ਉੱਥੇ ਇੰਡੀਆ ਦੇ ਵਿੱਚ ਇੰਨੇ ਸਟ੍ਰੈਸਡ ਨਹੀਂ ਹੁੰਦੇ। ਹਾਂਜੀ, ਉੱਥੇ ਜੁਆਇੰਟ ਫੈਮਲੀਜ਼ ਆ, ਉਹਨਾਂ ਨੂੰ ਪਤਾ ਸੀ ਬੱਚਾ ਪੈਦਾ ਕਰਨਾ ਹੈ, ਜੇ ਵਰਕਿੰਗ ਲੇਡੀ ਵੀ ਹੈ ਤੇ ਬਜ਼ੁਰਗਾਂ ਨੇ ਸੰਭਾਲ ਲੈਣਾ ਹੈ ਹਨਾ, ਔਰ ਮੋਰ ਓਵਰ ਆਪਾਂ ਨੂੰ ਉੱਥੇ ਹੈਲਪ ਬਹੁਤ ਮਿਲ ਜਾਂਦੀ ਹੈ, ਇੱਥੇ ਉਵੇਂ ਮਿਲਦੀ ਨਹੀਂ ਹੈ ਹੈਲਪ, ਤੇ ਇਸ ਕਰਕੇ ਉੱਥੇ ਇੰਨਾ ਸਟ੍ਰੈਸ ਨਹੀਂ ਹੁੰਦਾ। ਤੇ ਜਨਰਲ ਚੈੱਕਅਪ ਲੇਡੀਜ਼ ਦੀ ਜਿਹੜੀ ਉਹਨਾਂ ਦੀ ਹੈਲਥ ਦੀ ਫਿਜ਼ੀਕਲ ਹੈਲਥ ਉਹ ਅਸੀਂ ਚੈੱਕ ਕਰਦੇ ਹਾਂ ਟਾਈਮ ਟੂ ਟਾਈਮ, ਉਹਨਾਂ ਦੇ ਕਾਰਡਸ ਬਣੇ ਹੁੰਦੇ ਆ, ਉਹ 2 ਵੀਕਲੀ ਜਾਂ ਜਿਵੇਂ ਉਵੇਂ ਆ ਕੇ ਚੈੱਕ ਕਰਾਉਂਦੇ ਆ। ਔਰ ਮੋਰ ਓਵਰ ਮੈਂ ਦੇਖਿਆ ਜਦੋਂ ਐਂਟੀਨੇਟਲ ਪੇਸ਼ੈਂਟਸ ਹੁੰਦੇ ਆ, ਦੋਜ਼ ਹੂ ਆਰ ਪ੍ਰੈਗਨੈਂਟ ਦੇ ਆਰ ਨੋਨ ਐਜ਼ ਐਂਟੀਨੇਟਲ, ਉਹ ਅਸੀਂ ਉੱਥੇ ਜਿਵੇਂ 2-2 ਹਫ਼ਤੇ ਬਾਅਦ ਪੇਸ਼ੈਂਟ ਨੂੰ ਕਾਲ ਕਰਦੇ ਹਾਂ, ਪ੍ਰੋਪਰ ਚੈੱਕਅਪ ਕਰਦੇ ਹਾਂ, ਪ੍ਰੋਪਰ ਬਲੱਡ ਟੈਸਟ ਕਰਾਉਣੇ, ਇੱਥੇ ਓਨਾ ਨਹੀਂ ਹੁੰਦਾ।
ਪਤਾ ਨਹੀਂ ਇੱਥੇ ਡਾਕਟਰਸ ਘੱਟ ਹੈ ਕਿ ਕੀ ਹੈ। ਇੱਥੇ ਤਾਂ ਮੰਥ ਬਾਅਦ ਜਾਂ ਬਸ ਉਹਨਾਂ ਨੇ ਥੋੜਾ ਜਿਹਾ ਦੇਖਿਆ ਤੇ ਬਸ ਦੈਟਸ ਇਟ। ਉੱਥੇ ਪ੍ਰੋਪਰਲੀ ਅਸੀਂ HB ਵਗੈਰਾ ਹੀਮੋਗਲੋਬਿਨ ਵਗੈਰਾ 15 ਦਿਨਾਂ ਬਾਅਦ ਚੈੱਕ ਕਰਾਉਂਦੇ ਆ, ਸ਼ੂਗਰ ਲੈਵਲ ਚੈੱਕ ਕਰਾਉਂਦੇ ਆ, ਥਾਇਰਾਇਡ ਲੈਵਲ ਸਾਰਾ ਮਤਲਬ ਜਲਦੀ ਚੈੱਕਅਪ ਹੁੰਦਾ ਉੱਥੇ ਔਰ ਇਨ ਡਿਟੇਲ ਚੈੱਕਅਪ ਹੁੰਦਾ ਉੱਥੇ। ਖੈਰ ਮੇਰੇ ਬੱਚੇ ਹੁਣ ਵੱਡੇ ਹੋ ਗਏ ਨੇ ਪਰ ਉਸ ਟਾਈਮ ਇੱਥੇ ਵੀ ਕਾਫੀ ਸਾਰਾ ਚੈੱਕਅਪ ਉਦੋਂ ਪੋਪੂਲੇਸ਼ਨ ਘੱਟ ਸੀ ਨਾ। ਹਾਂਜੀ ਤੇ ਡਾਕਟਰਸ ਦੀ ਕਮੀ ਨਹੀਂ ਸੀ, ਹੁਣ ਡਾਕਟਰਸ ਘੱਟ ਗਏ। ਜਿਵੇਂ ਹੁਣ ਮੇਰੇ ਇੱਕ ਨੋਨ ਹੈ, ਉਹਨਾਂ ਦਾ ਬੱਚਾ ਬਿਮਾਰ ਰਹਿੰਦਾ ਤਾਂ ਉਹ ਬੱਚੇ ਸਰੀ ਮੈਮੋਰੀਅਲ ਹਸਪੀਟਲ ਗਏ। ਉਹ ਕਹਿੰਦੇ ਅਸੀਂ 8-8 ਘੰਟੇ ਬੈਠੇ ਰਹਿੰਦੇ ਸੀ, ਬੱਚੇ ਨੂੰ 104 ਫੀਵਰ ਸੀ, ਹਲੇ ਪਰਸੋਂ ਦੀ ਗੱਲ ਹੈ। ਉੱਥੇ ਇੱਕੋ ਹੀ ਪੀਡੀਆਟ੍ਰੀਸ਼ੀਅਨ ਹੈ ਸਾਰੇ ਹਸਪੀਟਲ ਚ ਅਕੋਰਡਿੰਗ ਟੂ ਦੈਮ। ਕਹਿ ਲਓ ਵੀ ਪ੍ਰੋਬਲਮਸ ਤੇ ਹੈਗੀਆਂ ਨੇ। ਹਾਂਜੀ ਪਰ ਜੋ ਅੱਜ ਦਾ ਸਾਡਾ ਵਿਸ਼ੇ ਹੈ ਕਿ ਜਿਹੜੀ ਪਾਪੂਲੇਸ਼ਨ ਹੈ ਇਹ ਜਿਹੜੀ ਹੈ ਇਹ ਵੱਧ ਤੇ ਰਹੀ ਹੈ, ਪਰ ਹੋਪਫੁਲੀ ਪਾਪੂਲੇਸ਼ਨ ਵਧਣੀ ਹੈ ਤੇ ਠੀਕ ਹੈ, ਪਰ ਕੈਨੇਡਾ ਦੇ ਵਿੱਚ ਵੀ ਇਹ ਵੱਧ ਗਈ ਹੈ। ਇਹਨਾਂ ਨੇ ਬਾਹਰੋਂ ਵੀ ਲੋਕ ਸੱਦਿਆ ਤਾਂ ਹੀ ਵਧੀ ਹੈ ਨਾ, ਇਹਨੇ ਮਾਈਗ੍ਰੇਟਰਸ ਆਏ ਆ। ਪਰ ਇਹਨਾਂ ਨੂੰ ਉਵੇਂ ਹੀ ਹੈਲਥ ਦੀਆਂ ਫੈਸਿਲਿਟੀਜ਼ ਤੇ ਉਹ ਸਾਰਾ ਦੇਣਾ ਚਾਹੀਦਾ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਹੈਲਦੀ ਹੋਵੇ। ਹਾਂਜੀ ਹਾਂ, ਪਹਿਲੇ ਇਹ ਹੈ ਕਿ ਸਾਰਿਆਂ ਦੀ ਹੈਲਥ ਅਗਰ ਚੰਗੀ ਹੈ, ਹੈਲਥ ਇਜ਼ ਵੈਲਥ। ਬਿਲਕੁਲ ਇਹਦੇ ਬਾਰੇ ਆਪਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਹਾਂ ਕਿ ਆਪਣੇ ਆਪ ਨੂੰ ਹੈਲਥੀ ਰੱਖੋ। ਸੋ ਅਗਲੀ ਜਿਹੜੀ ਪਾਪੂਲੇਸ਼ਨ ਹੈ ਅਗਰ ਉਹ ਵੀ ਚੰਗੀ ਵਧੇਗੀ ਤਾਂ ਹੀ ਤੁਸੀਂ ਆਪਣੀ ਹੈਲਥੀ ਲਾਈਫ ਤੁਹਾਡੀ ਆਪਣੀ ਹੈਗੀ ਹੈ। ਸੋ ਦੁਨੀਆ ਦੇ ਵਿੱਚ ਪਾਪੂਲੇਸ਼ਨ ਯੈਸ ਦਿਨੋਂ ਦਿਨ ਵੱਧਦੀ ਜਾਣੀ ਹੈ। 2050 ਤੱਕ ਤੇ ਕਹਿੰਦੇ ਨੇ ਕਿ 10 ਬਿਲੀਅਨ ਪਾਪੂਲੇਸ਼ਨ ਹੋ ਜਾਣੀ ਹੈ 2058 ਤੱਕ। ਹਾਂਜੀ ਤੇ 37 ਤੱਕ ਤੇ 9 ਬਿਲੀਅਨ ਹੋ ਜਾਣੀ ਹੈ। ਸੋ ਇੰਨੀ ਅਗਰ ਪਾਪੂਲੇਸ਼ਨ ਵੱਧ ਰਹੀ ਹੈ, ਪਰ ਕਈ ਕੰਟਰੀਜ਼ ਨੇ ਜਿੱਥੇ ਘਟ ਰਹੀ ਹੈ। 61 ਕੰਟਰੀਜ਼ ਜਿੱਥੇ ਘਟਣੀ ਹੈ ਇਨ ਫਿਊਚਰ। ਸੋ ਜ਼ਿਆਦਾ ਕੰਟਰੀਜ਼ ਦੇ ਵਿੱਚ ਪਾਪੂਲੇਸ਼ਨ ਘਟ ਰਹੀ ਹੈ ਤੇ 8 ਕੰਟਰੀਜ਼ ਜਿੱਥੇ ਪਾਪੂਲੇਸ਼ਨ ਏਸ਼ੀਆ ਵਿੱਚ ਵੱਧ ਰਹੀ ਹੈ। ਸੋ ਵੱਧ ਤੇ ਰਹੀ ਹੈ, ਪਰ ਆਪਣੀ ਹੈਲਥ ਦਾ ਜਿਹੜਾ ਇਹ ਪਹਿਲੇ ਖਿਆਲ ਰੱਖੋ ਕਿ ਤੁਸੀਂ ਜਿਹੜੀ ਅੱਗੇ ਬੱਚੇ ਪੈਦਾ ਹੋਣੇ ਨੇ ਉਹ ਚੰਗੇ ਹੈਲਥੀ ਪੈਦਾ ਹੋਣ, ਜਿੰਨਾ ਕਿ ਆਪਾਂ ਨੂੰ ਭਾਰ ਨਾ ਪਵੇ, ਸਗੋਂ ਉਹ ਚੰਗੀਆਂ ਵਾਈਬਸ ਲੈ ਕੇ ਆਉਣ ਲੋਕ ਅੱਗੇ। ਕਹਿ ਲਓ ਤਾਂ ਹੀ ਹੈਲਥੀ ਦੁਨੀਆ ਅੱਗੇ ਹੋਏਗੀ। ਤੇ ਜੇ ਸਾਰੇ ਆਪਣਾ ਜ਼ਿਆਦਾ ਸਿੱਖ ਹੋਣੇ ਸ਼ੁਰੂ ਹੋ ਗਏ, ਉਹ ਡਿਪਰੈਸ਼ਨ, ਮੈਂਟਲ ਹੈਲਥ, ਇਹ ਚੀਜ਼ਾਂ ਜਿਹੜੀਆਂ ਨੇ ਇਹ ਫਿਰ ਹੋਰ ਬਹੁਤ ਜ਼ਿਆਦਾ ਵੱਧ ਜਾਂਦੀਆਂ। ਜੀ। ਸੋ ਹੁਣ ਲਾਸਟ ਵਿੱਚ ਕਿਉਂਕਿ ਆਪਣਾ ਸਮਾਂ ਵੀ ਹੋ ਗਿਆ। ਹਾਂਜੀ ਆਪਣਾ ਬਿਲਕੁਲ ਹੋ ਗਿਆ ਜੀ ਸਮਾਂ ਆਪਣਾ। ਸੋ ਜਿਹੜੇ ਟੌਪ 20 ਕੰਟਰੀਜ਼ ਨੇ ਜਿਹੜੇ ਪਾਪੂਲੇਸ਼ਨ ਦੇ ਨੇ, ਹਾਂਜੀ ਹੁਣ ਚਾਈਨਾ ਦੀ ਥਾਂ ਤੇ ਚਾਈਨਾ ਨੰਬਰ 2 ਤੇ ਆ ਗਿਆ, ਇੰਡੀਆ ਨੰਬਰ 1 ਆ ਗਿਆ ਤੇ US ਹਾਲੀ ਵੀ ਨੰਬਰ 3 ਤੇ ਹੈ। ਉਸ ਤੋਂ ਬਾਅਦ ਇੰਡੋਨੇਸ਼ੀਆ 5ਵੇਂ ਨੰਬਰ ਤੇ, ਪਾਕਿਸਤਾਨ, ਨਾਈਜੀਰੀਆ, ਬ੍ਰਾਜ਼ੀਲ, ਬੰਗਲਾਦੇਸ਼, ਰਸ਼ੀਆ ਦੇਖ ਲਓ ਨੰਬਰ 9 ਤੇ ਹੈ, ਮੈਕਸੀਕੋ ਨੰਬਰ 10, ਫਿਰ ਜਾਪਾਨ, ਇਥੋਪੀਆ, ਫਿਲੀਪਾਈਨਸ, ਇਜਿਪਟ, ਵੀਅਤਨਾਮ। ਇਹ ਹੁਣ ਦੇਖੋ ਸਾਰੇ ਜਿਹੜੇ ਕੰਟਰੀਜ਼ ਨੇ, ਕਾਂਗੋ, ਈਰਾਨ ਜਿਹੜਾ 17ਵੇਂ ਨੰਬਰ ਤੇ ਹੈ, ਟਰਕੀ, ਜਰਮਨੀ ਤੇ 20ਵੇਂ ਨੰਬਰ ਤੇ ਥਾਈਲੈਂਡ। ਸੋ ਟੌਪ 20 ਕੰਟਰੀਜ਼ ਹੈ ਜਿਨ੍ਹਾਂ ਦੇ ਨਾਂ ਹੁਣ ਲਏ ਨੇ, ਜਿੱਥੇ ਕਿ ਸਾਡੀ ਪਾਪੂਲੇਸ਼ਨ ਦੇ ਹਿਸਾਬ ਨਾਲ। ਤੇ ਇਹ ਵੀ ਜਿਹੜੀ ਵਰਲਡ ਪਾਪੂਲੇਸ਼ਨ ਹੈ ਯੂਨਾਈਟਿਡ ਨੇਸ਼ਨ ਪਾਪੂਲੇਸ਼ਨ ਡਿਵੀਜ਼ਨ ਤੋਂ ਅਸੀਂ ਇਹ ਲਈ ਹੈ। ਸੋ ਅਖੀਰ ਦੇ ਵਿੱਚ ਇਹੀ ਕਹਾਂਗੇ ਕਿ ਹੈਲਥੀ ਲਾਈਫ ਆਪਣੀ ਰੱਖੋ ਤੇ ਜਿਹੜੀ ਹੈਲਥੀ ਪਾਪੂਲੇਸ਼ਨ ਜਿਹੜੀ ਬਣੇ। ਬਿਲਕੁਲ। ਸੋ ਡਾਕਟਰ ਢਿੱਲੋਂ ਦੇ ਨਾਲ ਆਪਾਂ ਇਜਾਜ਼ਤ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਔਰ ਅਖੀਰ ਚ ਵੀ ਮੈਂ ਇਹ ਕਹਾਂਗੀ ਲਵ ਐਂਡ ਇੰਜੋਏ ਯੋਰ ਚਿਲਡਰਨ ਐਂਡ ਗ੍ਰੈਂਡ ਚਿਲਡਰਨ। ਤੇ ਅਗਲੇ ਹਫਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਤੱਕ ਸਤਿ ਸ਼੍ਰੀ ਅਕਾਲ ਐਂਡ ਰੱਬ ਰੱਖਾ।